ਸੰਤਾਂ ਦਾ ਸੁਭਾਅ ਬੜਾ ਹਸਮੁਖ ਸੀ। ਹਰ ਸਿੰਘ ਨਾਲ ਭਰਾਵਾਂ ਵਾਂਗ ਪਿਆਰ ਕਰਦੇ ਸਨ। ਜੇ ਕੋਈ ਬਰਾਬਰ ਨਾ ਬੈਠੇ ਤਾਂ ਖਿੱਚ ਕੇ ਨਾਲ ਬਿਠਾ ਲੈਂਦੇ ਸਨ ਕਿ ਕੋਈ ਵੀ ਸਿੰਘ ਦਿਲੋਂ ਮਹਿਸੂਸ ਨਾ ਕਰੇ। ਯੂਪੀ ਦੇ ਪਿੰਡ ਲਖਾ ਵਿੱਚ ਸੰਤਾਂ ਨੇ 25 ਸਿੰਘਾਂ ਨੂੰ ਆਪ ਦਹੀਂ ਨਾਲ ਮਲ ਮਲ ਕੇ ਕੇਸੀ ਇਸ਼ਨਾਨ ਕਰਵਾਇਆ, ਜਿਸ ਤੇ ਵੇਖਣ ਵਾਲੀ ਸੰਗਤ ਬਹੁਤ ਹੈਰਾਨ ਹੋਈ ਕਿ ਸੰਤ ਜੀ ਸਿੰਘਾਂ ਨੂੰ ਆਪ ਇਸ਼ਨਾਨ ਕਰਾਉਂਦੇ ਹਨ। ਜੱਥੇ ਦੇ ਸਿੰਘਾਂ ਦਾ ਆਪ ਬਹੁਤ ਸਤਿਕਾਰ ਕਰਦੇ ਸਨ ਅਤੇ ਆਪਣੇ ਨਾਲੋਂ ਸਿੰਘਾਂ ਦਾ ਬਹੁਤਾ ਸਤਿਕਾਰ ਕਰਵਾ ਕੇ ਖੁਸ਼ ਹੁੰਦੇ ਸਨ। ਸੰਤ ਜੀ ਸਾਰੇ ਜੱਥੇ ਨੂੰ ਕਦੇ ਨਹੀਂ ਸਨ ਤਾੜਦੇ, ਇਕੱਲੇ ਇਕੱਲੇ ਸਿੰਘ ਨੂੰ ਤਾੜ ਲੈਂਦੇ ਸਨ, ਕਿਉਂਕਿ ਸਾਰਾ ਜੱਥਾ ਸੰਗਤ ਰੂਪ ਸਮਝਿਆ ਜਾਂਦਾ ਹੈ। 2 ਮਹੀਨੇ ਮਹਿਤੇ ਰਹਿ ਕੇ ਸੰਤਾਂ ਨੇ ਦਰਸ਼ਨੀ ਦਿਉੜੀ, ਲੰਗਰ ਦੇ ਹਾਲ ਅਤੇ ਸਟੋਰ ਦੀ ਸੇਵਾ ਕਰਵਾਈ। ਸਵੇਰ ਤੋਂ ਰਾਤ ਦੇ 10-10 ਵਜੇ ਤੱਕ ਆਪ ਨਾਲ ਲੱਗ ਕੇ ਸੇਵਾ ਕਰਾਉਂਦੇ ਰਹੇ। ਸੇਵਾ ਦੇ ਦਿਨਾਂ ਵਿੱਚ ਇੱਕ ਦਿਨ ਬਾਰਿਸ਼ਾਂ ਨਾਲ ਰਸਤੇ ਖਰਾਬ ਸਨ, ਪਰ ਫਿਰ ਵੀ ਮਹਿਤੇ ਤੋਂ ਸਾਈਕਲ ਤੇ ਜਾ ਕੇ ਗੁਰਦੁਆਰਾ ਬਾਬਾ ਰਾਮ ਥੰਮਣ ਖਜਾਲੇ ਵਿਖੇ ਕਥਾ ਕੀਤੀ। ਜਥੇ ਦੇ ਸਿੰਘਾਂ ਅਤੇ ਮਿਸਤਰੀਆਂ ਨੇ ਇੱਕ ਵੱਖਰਾ ਕਮਰਾ ਸੰਤਾਂ ਵਾਸਤੇ ਬਣਾਉਣਾ ਚਾਹਿਆ, ਪਰ ਮਹਾਂਪੁਰਖਾਂ ਨੇ ਆਪਣੇ ਵਾਸਤੇ ਕਮਰਾ ਬਣਾਉਣ ਦੀ ਆਗਿਆ ਨਾ ਦਿੱਤੀ। ਸੰਤਾਂ ਦੇ ਸਿੱਖੀ ਪ੍ਰਚਾਰ ਸਮੇਂ ਕੁਝ ਵਿਸ਼ੇਸ਼ ਵਰਤੀਆਂ ਘਟਨਾਵਾਂ। ਨੰਬਰ 1, ਪਹਿਲੀ ਘਟਨਾ। ਗੁਰੂ ਦਾ ਸਿਧਾਂਤ ਕਦੇ ਪੁਰਾਣਾ ਨਹੀਂ। ਗੜ੍ਹਦੀ ਵਾਲੇ ਕਾਲਜ 'ਚ ਸੰਤਾਂ ਮਹਾਂਪੁਰਖਾਂ ਨੇ ਗੁਰੂ ਕਕਾਰਾਂ ਦੀ ਮਹਾਨਤਾ ਬਾਰੇ ਪ੍ਰਚਾਰ ਕੀਤਾ ਤਾਂ ਇੱਕ ਪ੍ਰੋਫੈਸਰ ਸਾਹਿਬ ਜੀ ਨੇ ਸੰਤਾਂ ਦੇ ਪ੍ਰਚਾਰ ਕਰਦਿਆਂ ਹੀ ਤਰਕ ਕੀਤੀ ਕਿ ਸੰਤ ਜੀ, ਹੁਣ ਪੁਰਾਣੇ ਰਵਾਇਤੀ ਸ਼ਸਤਰਾਂ ਦੀ ਕੋਈ ਲੋੜ ਨਹੀਂ, ਸਾਨੂੰ ਜ਼ਮਾਨੇ ਮੁਤਾਬਕ ਸੋਧ ਕਰਨੀ ਚਾਹੀਦੀ ਹੈ। ਖਾਸ ਕਰਕੇ ਉਸ ਵੀਰ ਨੇ ਤਰਕ ਕਰਕੇ ਕਿਰਪਾਨ ਨੂੰ ਬਿਲਕੁਲ ਵਾਧੂ ਦੱਸਿਆ। ਸੰਤਾਂ ਨੇ ਜਵਾਬ ਦਿੱਤਾ ਕਿ ਪ੍ਰੋਫੈਸਰ ਸਾਹਿਬ, ਪੂਰੇ ਕਾ ਕੀਆ ਸਭ ਕੁਛ ਪੂਰਾ। ਕਲਗੀਧਰ ਪਾਤਸ਼ਾਹ ਜੀ ਦੀਆਂ ਦੇਣਾਂ ਦੀ ਅਸੀਂ ਰੰਚਕ ਭਰ ਨੁਕਤਾਚੀਨੀ ਨਹੀਂ ਕਰ ਸਕਦੇ। ਕਕਾਰ ਅੱਜ ਵੀ ਓਨੇ ਹੀ ਮਹਾਨ ਹਨ ਜਿੰਨੇ 3 ਸਦੀਆਂ ਪਹਿਲਾਂ ਸਨ। ਮਹਾਂਪੁਰਖਾਂ ਨੇ ਆਪਣੇ ਜੋਸ਼ੀਲੇ ਤੇ ਪ੍ਰਭਾਵਸ਼ਾਲੀ ਲੈਕਚਰ ਦੁਆਰਾ ਕਿਹਾ ਕਿ ਪ੍ਰੋਫੈਸਰ ਜੀ, ਬੰਦੂਕ ਦੀਆਂ ਪਿਸਤੌਲ ਦੀਆਂ ਗੋਲੀਆਂ ਦੀ ਗਿਣਤੀ ਹੈ, ਇਹ ਮਿਸ ਹੋ ਸਕਦੀਆਂ ਹਨ। ਕਲਗੀਧਰ ਦੀ ਕਿਰਪਾਨ ਮਿਸ ਨਹੀਂ ਹੋਣੀ, ਇਸ ਦੀਆਂ ਗੋਲੀਆਂ ਨਹੀਂ ਮੁੱਕਣੀਆਂ। ਮੁਆਫ ਕਰਨਾ ਪ੍ਰੋਫੈਸਰ ਸਾਹਿਬ, ਵਾਹਿਗੁਰੂ ਸਾਹਿਬ ਸਭ ਦੀ ਪੱਤ ਤੇ ਰੱਖਿਅਕ ਬਣਨ। ਅਸੀਂ ਰਸਤੇ ਵਿੱਚ ਸਫ਼ਰ ਕਰ ਰਹੇ ਹਾਂ, ਸਾਡੀ ਬਹੁ ਬੇਟੀ ਸਾਡੇ ਨਾਲ ਹੈ। ਕੋਈ ਗਲਤ ਅਨਸਰ ਸਾਡੀ ਧੀ ਭੈਣ ਦੀ ਪੱਤ ਤੇ ਹਮਲਾ ਕਰੇ, ਕੀ ਸਰਕਾਰ ਨੂੰ ਫੋਨ ਕਰੋਗੇ ਕਿ ਟੈਂਕ ਭੇਜੇ ਜਾਂ ਹਵਾਈ ਹਮਲਾ ਕਰਕੇ ਸਾਡੀ ਪੱਤ ਬਚਾਵੇ? ਉਸ ਸਮੇਂ ਕੇਵਲ ਕਲਗੀਧਰ ਦੀ ਬਖਸ਼ੀ ਸ੍ਰੀ ਸਾਹਿਬ ਨੇ ਸਾਨੂੰ ਬਚਾਉਣਾ ਹੈ, ਟੈਂਕਾਂ, ਬੰਦੂਕਾਂ, ਪਿਸਤੌਲਾਂ ਨੇ ਨਹੀਂ। ਨੋਟ 1984 ਦੇ ਦਿੱਲੀ ਸਿੱਖ ਕਤਲੇਆਮ ਵਿੱਚ ਜੇ ਸਿੱਖਾਂ ਨੇ ਰਵਾਇਤੀ ਹਥਿਆਰ ਆਪਣੇ ਪਾਸ ਰੱਖੇ ਹੁੰਦੇ, ਉਹਨਾਂ ਦੀ ਵਰਤੋਂ ਦੀ ਸੋਝੀ ਹੁੰਦੀ ਤਾਂ ਸ਼ਾਇਦ ਉਸ ਸਮੇਂ ਸਾਡੀ ਬੇਹੁਰਮਤੀ ਨਾ ਹੁੰਦੀ। ਨੰਬਰ 2, ਦੂਜੀ ਘਟਨਾ। ਪ੍ਰੋਫੈਸਰ ਸਾਹਿਬ ਨੇ ਕਛਹਿਰੇ ਬਾਰੇ ਵਿਅੰਗ ਕੀਤਾ ਸੀ ਕਿ ਸੰਤ ਜੀ, ਹੁਣ ਬ੍ਰੇਕਾਂ ਵਾਲੇ ਕਛਹਿਰੇ ਦੀ ਕੀ ਲੋੜ ਹੈ? ਸੰਤ ਜੀ ਕਹਿਣ ਲੱਗੇ ਕਿ ਮਾਮੂਲੀ ਸਾਈਕਲ ਤੋਂ ਲੈ ਕੇ ਹਵਾਈ ਜਹਾਜ਼ ਤੱਕ ਬ੍ਰੇਕਾਂ ਹਨ। ਹਰ ਚੱਲਦੀ ਚੀਜ਼ ਨੂੰ ਬ੍ਰੇਕਾਂ ਦੀ ਲੋੜ ਹੈ। ਤੁਸੀਂ ਸ਼ਹਿਰ ਵਿੱਚ ਕਿਤੇ ਗਏ ਹੋਵੋਗੇ, ਉੱਥੇ ਚੌਂਕਾਂ ਵਿੱਚ ਲਾਲ ਬੱਤੀ ਤੇ ਹਰੀ ਬੱਤੀ ਲੱਗੀ ਹੁੰਦੀ ਹੈ। ਲਾਲ ਬੱਤੀ ਰੁਕਣ ਦਾ ਇਸ਼ਾਰਾ ਕਰਦੀ ਹੈ, ਨਾਲ ਤਾੜਨਾ ਕਰਦੀ ਹੈ। ਜੇ ਨਾ ਰੁਕੇ ਤਾਂ ਮੇਰੇ ਵਾਂਗ ਸਰੀਰ ਵਿੱਚੋਂ ਲਾਲ ਖੂਨ ਨਿਕਲੇਗਾ। ਹਰੀ ਬੱਤੀ ਕਹਿੰਦੀ ਹੈ ਤੁਸੀਂ ਜਾ ਸਕਦੇ ਹੋ। ਲਾਲ ਬੱਤੀ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂ ਨਾ ਜਈहो। हरी बत्ती निज नारी के साथ नेहो तुम नित बढ़ैया हो। प्रोफेसर साहिब निर उत्तर हो गए। नंबर 3 तीजी घटना बाबा ठाकुर सिंह जी ते किंतु क्यों। बाबा ठाकुर सिंह जी जो अज टकसाल की जिम्मेवारी संभाल रहे हैं, यह दर असल संत महापुरखों के भविखत बचना का ही सिट्टा है। महापुरख भोगपुर दे लागे
ਬਿਨ ਪਾਲ ਕੇ ਨਗਰ ਗਏ ਤੇ ਉਸ ਤੋਂ ਉਪਰੰਤ 22 ਅੱਸੂ 1976 ਨੂੰ ਬਾਬਾ ਬੁੱਢਾ ਜੀ ਦੀ ਬੀੜ ਲੱਖਾਂ ਦੀ ਗਿਣਤੀ ਦੇ ਭਰੇ ਇਕੱਠ ਵਿੱਚ ਬਚਨ ਕੀਤੇ ਕਿ ਸਿੰਘੋ, ਹਾਲਾਤ ਇਹੋ ਜਿਹੇ ਹਨ ਕਿ ਮੇਰੇ ਸਰੀਰ ਨੂੰ ਕਿਸੇ ਸਮੇਂ ਕਿਤੇ ਵੀ ਕੁਝ ਵਾਪਰ ਸਕਦਾ ਹੈ। ਤੁਸੀਂ ਬਾਬਾ ਠਾਕੁਰ ਸਿੰਘ ਜੀ ਦੀ ਆਗਿਆ ਵਿੱਚ ਚੱਲਣਾ। ਇਹਨਾਂ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ। ਬਾਕੀ ਸਰਕਾਰ ਨੂੰ ਮੈਂ ਵੰਗਾਰ ਕੇ ਕਹਿੰਦਾ ਹਾਂ ਕਿ ਮੈਂ ਤੁਹਾਡੀ ਐਮਰਜੈਂਸੀ ਦੇ ਵੀ ਵੱਟ ਕੇ ਉਲਟ ਹਾਂ, ਤੇ ਜੋ ਤੁਸੀਂ ਜ਼ਬਰਦਸਤੀ ਨਸ਼ਬੰਦੀ ਕਰ ਰਹੇ ਹੋ ਮੈਂ ਇਸ ਦੇ ਸਖਤ ਖਿਲਾਫ ਹਾਂ। ਇਹ ਜੋ ਤੁਸਾਂ ਨਵੀਂ ਸੁਨਤ ਆਰੰਭ ਕੀਤੀ ਹੈ ਅਸਾਂ ਨਹੀਂ ਕਰਾਉਣੀ। ਜੇ ਸਰਕਾਰ ਵਿੱਚ ਹਿੰਮਤ ਹੈ, ਮੇਰੀਆਂ ਬਾਹਾਂ ਖੁੱਲੀਆਂ ਹਨ, ਉਹ ਮੈਨੂੰ ਗ੍ਰਿਫਤਾਰ ਕਰੇ। ਇਸ ਸਮਾਗਮ ਵਿੱਚ 5000 ਪ੍ਰਾਣੀਆਂ ਨੇ ਇਕੱਠਾ ਅੰਮ੍ਰਿਤ ਪਾਨ ਕੀਤਾ ਸੀ ਤੇ ਮਹਾਂਪੁਰਖਾਂ ਨੇ ਪੂਰੇ ਜੋਸ਼ ਨਾਲ ਅੱਗੇ ਲੱਗ ਕੇ ਸਿੱਖ ਸੰਗਤਾਂ ਕੋਲੋਂ ਪ੍ਰਣ ਕਰਾਇਆ ਅਤੇ ਧਾਰਨਾ ਲਾਈ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਦੂਜਾ ਨਾਹਰਾ, ਸਿਰ ਦਿੱਤਿਆਂ ਬਾਝ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ। ਇਹੋ ਦੋ ਧਾਰਨਾ ਸੰਤਾਂ ਦੀ ਰੂਹ ਦੀ ਖੁਰਾਕ ਸਨ। ਨੰਬਰ 4, ਚੌਥੀ ਘਟਨਾ। ਸੰਤ ਮਹਾਂਪੁਰਖ 1976 ਈਸਵੀ 14 ਹਾੜ ਦੀ ਰਾਤ ਦੀ ਗੱਲ ਹੈ। 13 ਹਾੜ ਤੋਂ ਅਖੰਡ ਕੀਰਤਨ ਜਥੇ ਦੇ ਸਿੰਘ ਲਗਾਤਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰ ਰਹੇ ਹਨ। ਮਹਾਰਾਜ ਦਾ ਸੁਖ ਆਸਨ ਨਾ ਕੀਤਾ। 14 ਅਤੇ 15 ਹਾੜ ਦੀ ਦਰਮਿਆਨੀ ਰਾਤ ਦੀ ਗੱਲ ਹੈ। ਰਾਤ ਦੇ 12 ਵਜੇ ਦੇ ਕਰੀਬ ਸੰਤ ਜੀ ਲੰਗਰ ਵਾਲੀ ਇਮਾਰਤ ਤੇ ਬਿਰਾਜੇ ਸਨ। ਮੰਜੇ ਤੋਂ ਇੱਕਦਮ ਭੁੰਜੇ ਡਿੱਗ ਪਏ। ਉਪਰੰਤ ਦੀਵਾਨ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਮੁਆਫੀ ਮੰਗੀ ਤੇ ਸੁਖ ਆਸਣ ਕੀਤਾ ਤੇ ਸਾਰੀ ਸੰਗਤ ਨੂੰ ਭਰੇ ਦੀਵਾਨ ਵਿੱਚ ਬੇਨਤੀ ਕੀਤੀ ਕਿ ਖਾਲਸਾ ਜੀ, ਕਲਗੀਧਰ ਪਾਤਸ਼ਾਹ ਨੇ ਦਾਸ ਨੂੰ ਕੰਨ ਤੋਂ ਪਕੜ ਕਰਕੇ ਮੰਜੇ ਤੋਂ ਥੱਲੇ ਸੁੱਟਿਆ ਤੇ ਕਿਹਾ, ਕਰਤਾਰ ਸਿੰਘ ਤੂੰ ਇੱਥੋਂ ਦਾ ਸੇਵਾਦਾਰ ਹੈ, ਮੇਰੀ ਸੇਵਾ ਦੀ ਤੇਰੀ ਜ਼ਿੰਮੇਵਾਰੀ ਹੈ, ਅੱਗੇ ਤੋਂ ਗਲਤੀ ਨਹੀਂ ਕਰਨੀ। ਇਹ ਬਚਨ ਮਹਾਂਪੁਰਖਾਂ ਨੇ ਭਰੇ ਦੀਵਾਨ ਵਿੱਚ ਸਿੱਖ ਸੰਗਤਾਂ ਨੂੰ ਦੱਸੇ। ਉਸ ਮੌਕੇ ਤੇ ਮਹਾਂਪੁਰਖਾਂ ਦਾ ਗਲਾ ਰਾਗ ਨਾਲ ਭਰਿਆ ਹੋਇਆ ਸੀ ਤੇ ਉਹਨਾਂ ਕਿਹਾ ਕਿ ਸਿੰਘੋ, ਗੁਰੂ ਗ੍ਰੰਥ ਸਾਹਿਬ ਧਰਤੀ ਤੇ ਰੱਬ ਹਨ ਜੋ ਸਾਡੇ ਹਿੱਤ ਸਾਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਹਨ। ਨੰਬਰ 5, ਪੰਜਵੀਂ ਘਟਨਾ। ਨਾਭਾ ਸਾਹਿਬ ਜੋ 9ਵੇਂ ਤੇ 10ਵੇਂ ਪਾਤਸ਼ਾਹ ਦਾ ਪਾਵਨ ਅਸਥਾਨ ਹੈ ਵਿਖੇ ਮਹਾਂਪੁਰਖ ਜਥੇ ਸਮੇਤ ਟਿਕੇ ਹੋਏ ਸਨ ਤੇ ਪਿੰਡ ਭਾਈ ਅਮਰੀਕ ਸਿੰਘ ਜੀ ਦੇ ਮਾਸੀ ਦੇ ਪੁੱਤਰ ਨੂੰ ਕਿਸੇ ਮੁਸਲਮਾਨ ਫਕੀਰ ਦੀ ਰੂਹ ਨੇ ਕਾਬੂ ਕਰ ਲਿਆ। ਉਹ ਸਿਰ ਮਾਰੇ। ਘਰ ਦੇ ਮੈਂਬਰ ਬਹੁਤ ਪਰੇਸ਼ਾਨ ਸਨ। ਮਹਾਂਪੁਰਖਾਂ ਨੇ ਭਾਈ ਅਮਰੀਕ ਸਿੰਘ ਤੇ ਇੱਕ ਹੋਰ ਸਿੰਘ ਨੂੰ ਉਸ ਲੜਕੇ ਨੂੰ ਲੈਣ ਲਈ ਭੇਜਿਆ। ਉਸ ਲੜਕੇ ਦਾ ਨਾਂ ਲਾਹੌਰਾ ਸਿੰਘ ਸੀ ਅਤੇ ਪਿੰਡ ਵਧਾਈਆਂ ਨਜ਼ਦੀਕ ਮੁਕਤਸਰ ਦੇ ਰਹਿਣ ਵਾਲਾ ਸੀ। ਜਦੋਂ ਮਹਾਂਪੁਰਖਾਂ ਕੋਲ ਆ ਗਿਆ ਤੇ ਉਹ ਬਿਲਕੁਲ ਠੀਕ ਪ੍ਰਤੀਤ ਹੁੰਦਾ ਸੀ। ਸੰਤ ਜੀ ਆਪਣੇ ਹਸਮੁਖ ਸੁਭਾਅ ਮੁਤਾਬਕ ਕਹਿਣ ਲੱਗੇ ਕਿ ਸਿੰਘੋ, ਤੁਹਾਨੂੰ ਕੋਈ ਸ਼ੁਗਲ ਵਿਖਾਈਏ? ਸਿੰਘ ਕਹਿੰਦੇ, ਦਿਖਾਓ ਜੀ। ਮਹਾਂਪੁਰਖ ਉਸ ਲੜਕੇ ਨੂੰ ਕਹਿਣ ਲੱਗੇ, ਕਾਕਾ ਮੈਨੂੰ ਮੁੱਠੀ ਚਾਪੀ ਕਰ। ਜਦੋਂ 2-4 ਮਿੰਟ ਹੀ ਉਸ ਲੜਕੇ ਨੇ ਮਹਾਂਪੁਰਖਾਂ ਦੀਆਂ ਮੁੱਠੀਆਂ ਭਰੀਆਂ ਤਾਂ ਉਹ ਸੈਯਦ ਦੀ ਆਤਮਾ ਲੜਕੇ ਵਿੱਚ ਬੋਲਣ ਲੱਗੀ, ਮੈਂ ਤੇਰੇ ਨਾਲੋਂ ਘੱਟ ਹਾਂ। ਨਾਲੇ ਉਹ ਲੜਕਾ ਸਿਰ ਮਾਰੇ, ਫੁੰਕਾਰੇ ਮਾਰੇ। ਸਾਰੇ ਸਿੰਘ ਹੈਰਾਨ ਹੋ ਗਏ। ਭਾਈ ਅਮਰੀਕ ਸਿੰਘ ਜੀ ਲਾਗੇ ਸਨ। ਉਹ ਚੌਪਈ ਦਾ ਪਾਠ ਕਰਨ ਲੱਗੇ। ਸੰਤ ਜੀ ਕਹਿੰਦੇ, ਸਿੰਘੋ ਲਿਆਓ ਤੀਰ ਵਰਤੀਏ। ਉਸ ਲੜਕੇ ਵਿੱਚੋਂ 2 ਆਵਾਜ਼ਾਂ ਆਈਆਂ। ਇੱਕ ਕਹਿੰਦਾ, ਸੰਤ ਜੀ ਮੈਂ ਇਸ ਲੜਕੇ ਦਾ ਪਿਤਾ ਹਾਂ, ਤੁਹਾਡਾ ਸਾਂਢੂ ਹਾਂ, ਰਿਸ਼ਤੇਦਾਰ ਹੋ ਕੇ ਕੁੱਟਦੇ ਹੋ। ਸੰਤ ਜੀ ਕਹਿਣ ਲੱਗੇ, ਭਾਈ ਅਸੀਂ ਗੁਰਮੁਖਾਂ ਦੇ ਰਿਸ਼ਤੇਦਾਰ ਹਾਂ, ਪ੍ਰੇਤਾਂ ਦੇ ਨਹੀਂ। ਤਾਂ ਉਹ ਰੋ ਕੇ ਕਹਿਣ ਲੱਗਾ, ਮਹਾਰਾਜ ਮੇਰੇ ਨਿਮਿਤ ਮਰਜ਼ਾਦਾ ਅਨੁਸਾਰ ਅਖੰਡ ਪਾਠ ਕਰਾਓ, ਮੇਰੀ ਕਲਿਆਣ ਹੋ ਜਾਵੇਗੀ। ਮਹਾਂਪੁਰਖਾਂ ਅਖੰਡ ਪਾਠ ਕਰਵਾ ਕੇ ਉਸ ਪ੍ਰੇਤ ਜੋਨੀ ਦੀ ਕਲਿਆਣ ਕੀਤੀ ਤੇ ਸੈਯਦ ਨੇ ਅੱਧੇ ਘੰਟੇ ਦੇ ਕਰੀਬ ਕੋਈ ਕਲਮ ਪੜ੍ਹੀ। ਉਪਰੰਤ
ਸੈयਦ ਦੀ ਰੂਹ ਕਹਿਣ ਲੱਗੀ, ਸੰਤ ਜੀ ਮੇਰੀ ਤੁਹਾਡੇ ਅੱਗੇ ਪੇਸ਼ ਨਹੀਂ ਜਾਂਦੀ, ਮੈਂ ਚੱਲਿਆ ਹਾਂ। ਉਪਰੰਤ ਲੜਕਾ ਬਿਲਕੁਲ ਠੀਕ ਹੋ ਗਿਆ। 6ਵੀਂ ਘਟਨਾ ਪੁੱਤਰਾਂ ਦੇ ਗੱਫੇ। ਸੰਤ ਮਹਾਪੁਰਖ ਗਿਆਨੀ ਗੁਰਬਚਨ ਸਿੰਘ ਜੀ ਦਾ ਸਰੀਰ ਅਜੇ ਕਾਇਮ ਸੀ। ਭੂਰੇ ਕੋਹ ਨੇ ਨੰਬਰਦਾਰ ਦੀਦਾਰ ਸਿੰਘ ਜੀ ਨੇ ਲੰਗਰ ਕੀਤਾ। ਕੁਦਰਤੀ ਤੌਰ ਤੇ ਪ੍ਰੋਗਰਾਮ ਵਿੱਚ ਕੁਝ ਅਜਿਹੇ ਗੁਰਮੁਖਾਂ ਲੰਗਰ ਕੀਤੇ ਜਿਨ੍ਹਾਂ ਦੇ ਘਰ ਪੁੱਤਰ ਨਹੀਂ ਸਨ। ਲੰਗਰ ਛਕਿਆ ਤੇ ਵੱਡੇ ਮਹਾਪੁਰਖ ਸੰਤ ਕਰਤਾਰ ਸਿੰਘ ਜੀ ਨੂੰ ਕਹਿਣ ਲੱਗੇ ਕਿ ਕਰਤਾਰ ਸਿੰਘਾ, ਕਾਹ ਦੀ ਅਰਦਾਸ ਕਰੀਏ? ਕਰਤਾਰ ਸਿੰਘ ਜੀ ਨੇ ਕਿਹਾ ਕਿ ਭੁਜੰਗੀ ਦੀ ਅਰਦਾਸ ਕਰ ਦਿਓ। ਮਹਾਪੁਰਖਾਂ ਅਰਦਾਸ ਕਰ ਦਿੱਤੀ। ਨੰਬਰਦਾਰ ਪਿੰਡ ਵਿੱਚੋਂ ਸੰਤਾਂ ਦੇ ਭਰਾਵਾਂ ਵਾਲੀ ਥਾਂ ਸਨ। ਨੰਬਰਦਾਰ ਕਹਿਣ ਲੱਗੇ ਕਿ ਕਰਤਾਰ ਸਿੰਘ, ਤੇਰੀ ਭਰਜਾਈ ਬਿਮਾਰ ਸੀ, ਉਸ ਦੀ ਤੰਦਰੁਸਤੀ ਲਈ ਅਰਦਾਸ ਕਰਾਉਣੀ ਸੀ ਤੇ ਤੂੰ ਭੁਜੰਗੀ ਦੀ ਅਰਦਾਸ ਕਰਾ ਦਿੱਤੀ ਹੈ। ਸੰਤ ਕਰਤਾਰ ਸਿੰਘ ਜੀ ਹੱਸ ਕੇ ਕਹਿਣ ਲੱਗੇ ਕਿ ਨੰਬਰਦਾਰ ਜੀ, ਭੋਲੀਆਂ ਗੱਲਾਂ ਕਰਦੇ ਹੋ। ਭਰਜਾਈ ਠੀਕ ਹੋਵੇਗੀ, ਭੁਜੰਗੀ ਤਾਂ ਹੀ ਆਵੇਗਾ। ਤੇਰੇ ਦੋਵੇਂ ਕੰਮ ਹੋ ਗਏ, ਸਾਡੀ ਭਰਜਾਈ ਵੀ ਠੀਕ ਤੇ ਭੁਜੰਗੀ ਵੀ ਲਾਜ਼ਮੀ ਆਵੇਗਾ। ਜਦੋਂ ਸੰਤਾਂ ਨੇ ਭੂਰੇ ਜਾਣਾ ਤਾਂ ਨੰਬਰਦਾਰ ਜੀ ਨੇ ਹੱਸ ਕੇ ਕਹਿਣਾ ਕਿ ਮਹਾਪੁਰਖੋ, ਆਹ ਤੁਹਾਡੇ ਵਾਲਾ ਭੁਜੰਗੀ ਹੈ। ਨੰਬਰ 7। 7ਵੀਂ ਘਟਨਾ ਸਾਦਗੀ ਹੀ ਗੁਰਸਿੱਖੀ ਜੀਵਨ ਹੈ। ਸੰਤਾਂ ਦੀ ਕਹਿਣੀ ਤੇ ਕਥਨੀ ਇੱਕ ਸੀ। ਅੱਜ ਕਥਨੀ ਵਾਲੇ ਬਹੁਤ ਹਨ ਪਰ ਕਰਨੀ ਵਾਲੇ ਬਹੁਤ ਘੱਟ ਹਨ। ਸੰਤਾਂ ਨੇ ਸਿੰਘਾਂ ਨੂੰ ਜੋ ਕਿਹਾ ਉਸ ਤੇ ਆਪ ਅਮਲ ਕੀਤਾ। ਜਥੇ ਸੰਗਤ ਵਿੱਚ ਸਾਰਿਆਂ ਤੋਂ ਸਾਦੀ ਜੁੱਤੀ ਮਹਾਪੁਰਖਾਂ ਦੀ ਹੁੰਦੀ ਸੀ। ਇੱਕ ਵਾਰ ਜਥਾ ਲੰਘੇ ਆਣੇ ਸੀ। 3 ਸਿੰਘ ਤੁਰੇ ਜਾ ਰਹੇ ਸੀ ਅਤੇ ਵਿੱਚੋਂ ਇੱਕ ਨੇ ਤਾਜੀ ਜੁੱਤੀ ਪਾਲਿਸ਼ ਕੀਤੀ ਪਾਈ ਹੋਈ ਸੀ। ਸੰਤ ਜੀ ਸਾਹਮਣੇ ਆ ਗਏ ਤੇ ਕਹਿਣ ਲੱਗੇ ਕਿ ਜਿਸ ਹੱਥ ਨਾਲ ਜੁੱਤੀ ਪਾਲਿਸ਼ ਕੀਤੀ ਹੈ ਮਿੱਟੀ ਮਲ। ਉਸ ਨੇ ਮਿੱਟੀ ਮਲੀ। ਸੰਤ ਜੀ ਕਹਿਣ ਲੱਗੇ, ਸਿੰਘਾ, ਪਸ਼ੂਆਂ ਦੇ ਚਮੜੇ ਨਹੀਂ ਪਾਲਿਸ਼ ਕਰੀਦੇ, ਗੁਰੂ ਕੀ ਬਾਣੀ ਨਾਲ ਮਨ ਪਾਲਿਸ਼ ਕਰ। ਸ਼ੌਕੀਨੀ ਕਈ ਵੇਰਾਂ ਜੀਵਨ ਢਿੱਲਾ ਕਰ ਦਿੰਦੀ ਹੈ। ਨੰਬਰ 8। 8ਵੀਂ ਘਟਨਾ ਇਖਲਾਕ ਪ੍ਰਤੀ ਸੰਤਾਂ ਦੀ ਸਾਵਧਾਨਤਾ। ਸੰਨ 1976 ਨੂੰ 15 ਚੇਤ ਪਿੰਡ ਭੂਰੇ ਕੋਹਨੇ ਸੰਤ ਜੀ ਕੁਝ ਸਿੰਘਾਂ ਸਮੇਤ ਗਏ। ਅਗਲੇ ਦਿਨ ਸੰਤ ਜੀ ਸਿੰਘਾਂ ਨੂੰ ਘੂਰਨ ਲੱਗੇ ਕਿ ਸਿੰਘੋ, ਮੈਨੂੰ ਮਹਾਪੁਰਖਾਂ ਨੇ ਤੁਹਾਡੇ ਸਪੁਰਦ ਕੀਤਾ ਹੈ, ਤੁਸੀਂ ਰਾਤ ਮੇਰੇ ਕੋਲ ਸੁੱਤੇ ਨਹੀਂ। ਸਿੰਘਾਂ ਨੇ ਬੇਨਤੀ ਕੀਤੀ ਕਿ ਮਹਾਪੁਰਖੋ, ਆਪਣੇ ਘਰ ਵਿੱਚ ਕੀ ਡਰ ਸੀ? ਤਾਂ ਸੰਤ ਕਹਿਣ ਲੱਗੇ ਕਿ ਸਿੰਘੋ, ਕੋਈ ਪਤਾ ਨਹੀਂ ਕਦੋਂ ਹੋਣੀ ਵਰਤ ਜਾਏ, ਤੁਸੀਂ ਮੇਰੇ ਰਾਖੇ ਹੋ, ਮੇਰੇ ਜੀਵਨ ਦੀ ਰਾਖੀ ਕਰਨੀ ਤੁਹਾਡਾ ਫਰਜ਼ ਹੈ। ਨੰਬਰ 9। 9ਵੀਂ ਘਟਨਾ ਪੂਜਾ ਦਾ ਧਾਨ ਘਰ ਲਈ ਜ਼ਹਿਰ। ਇੱਥੇ ਭੂਰੇ ਕੋਹ ਨੇ ਰਾਤ 14 ਮਾਰਚ ਦੀ ਗੱਲ ਹੈ। 2 ਛੋਟੇ ਛੋਟੇ ਭੁਜੰਗੀਆਂ ਨੇ ਉੱਚੀ ਸੁਰ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ। ਮਹਾਪੁਰਖ ਕਹਿਣ ਲੱਗੇ ਕਿ ਸਿੰਘੋ, ਇਹ ਭੁਜੰਗੀ ਮੇਰੇ ਭਰਾ ਦੇ ਪੋਤਰੇ ਹਨ। ਮੇਰਾ ਪਰਿਵਾਰ ਹੋਣ ਕਰਕੇ ਭਾਵੇਂ ਮੇਰਾ ਜੀ ਕਰਦਾ ਹੈ ਬੱਚਿਆਂ ਨੂੰ ਇਨਾਮ ਦਿਆਂ, ਪਰ ਆਪਣੇ ਘਰ ਕਰਕੇ ਗੁਰੂ ਕੀ ਸੰਗਤ ਦੇ ਨਾਂ ਤੇ ਪੈਸੇ ਘਰ ਨਹੀਂ ਦੇ ਸਕਦਾ, ਕਿਉਂਕਿ ਮਹਾਪੁਰਖਾਂ ਨੇ ਦਾਸ ਕੋਲੋਂ ਪ੍ਰਣ ਕਰਵਾਇਆ ਹੈ ਕਿ ਸੰਗਤ ਦੇ ਪੈਸੇ ਆਪਣੇ ਪਰਿਵਾਰ ਲਈ ਨਹੀਂ ਵਰਤਣੇ। ਨੰਬਰ 10। 10ਵੀਂ ਘਟਨਾ ਸੰਗਤ ਪਰਿਵਾਰ ਨਾਲੋਂ ਮਹਾਨ। ਭਾਈ ਅਮਰੀਕ ਸਿੰਘ ਜੀ ਦੀ ਸ਼ਾਦੀ ਦੇ ਸਮੇਂ ਸਾਰੇ ਸਿੰਘਾਂ ਨੂੰ ਬਸਤਰ ਪਵਾ ਕੇ ਫਿਰ ਅਮਰੀਕ ਸਿੰਘ ਦੇ ਗਲ ਕੱਪੜੇ ਪਾਏ ਸਨ। ਮਹਾਪੁਰਖ ਕਹਿਣ ਲੱਗੇ ਕਿ ਮੈਨੂੰ ਜੱਥਾ ਪਰਿਵਾਰ ਨਾਲੋਂ ਪਹਿਲਾਂ ਹੈ, ਜਿਨ੍ਹਾਂ ਮੈਨੂੰ ਨੇ ਮਾਣੇ ਨੂੰ ਮਾਣ ਦਿੱਤਾ ਹੈ। ਨੰਬਰ 11। 11ਵੀਂ ਘਟਨਾ ਸੰਤਾਂ ਨੂੰ ਸਰਬੰਸ ਦਾਨ ਕਰਨਾ। ਜਦੋਂ ਮਹਾਪੁਰਖ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਾਸ ਆਪ ਵਿਦਿਆਰਥੀ ਦੇ ਰੂਪ ਵਿੱਚ ਰਹਿ ਰਹੇ ਸਨ ਤਾਂ ਸੰਤ ਜੀ ਕਹਿਣ ਲੱਗੇ ਕਿ ਕਰਤਾਰ ਸਿੰਘਾ, ਮੇਰੇ ਸਿਰ ਤੇ ਬੜਾ ਕਰਜ਼ਾ ਹੈ। ਸੰਤ ਕਰਤਾਰ ਸਿੰਘ ਜੀ ਨਗਰ ਆਏ। ਜੋ ਸੰਤ ਕਰਤਾਰ ਸਿੰਘ ਜੀ ਦੀ ਧਰਮ ਪਤਨੀ ਮਾਤਾ ਨਿਰੰਜਨ ਕੌਰ ਜੀ ਸਨ, ਉਹਨਾਂ ਨੂੰ ਕਹਿਣ ਲੱਗੇ ਕਿ ਯੂਪੀ ਜ਼ਮੀਨ ਖਰੀਦਣੀ ਹੈ, ਮੈਨੂੰ ਸੋਨਾ ਦੇ ਦਿਓ। ਉਸ ਮੌਕੇ ਸੰਤਾਂ ਕੋਲ ਕਾਲੀਏ ਸਕੱਤਰੇ ਵਾਲੇ ਭਾਈ ਕੁਲਵੰਤ ਸਿੰਘ ਜੀ ਵੀ ਸਨ। ਉਹਨਾਂ ਨੂੰ ਸਿਖਾ ਲਿਆ ਕਿ ਤੁਸੀਂ ਚੁੱਪ ਰਹਿਣਾ। 22 ਤੋਲੇ ਸੋਨਾ ਲੈ ਕੇ ਭਾਈ ਅਜਾਇਬ ਸਿੰਘ ਜੀ ਪਾਸ ਖੇਮ ਕਰਨ ਵੇਚਿਆ
ਤੇ ਵੱਡੇ ਮਹਾਂਪੁਰਖਾਂ ਕੋਲ ਪਿੰਡਰੀ ਚਲੇ ਗਏ। ਮਹਾਂਪੁਰਖਾਂ ਅੱਗੇ ਪੈਸੇ ਰੱਖੇ। ਉਹਨਾਂ ਗਿਣੇ ਤੇ ਕਹਿਣ ਲੱਗੇ ਕਿ ਕਰਤਾਰ ਸਿੰਘਾ, ਮੇਰੇ ਕਰਜ਼ੇ ਨਾਲੋਂ ਅਜੇ ਘੱਟ ਹਨ ਤੇ ਪੈਸੇ ਵਗਾ ਕੇ ਮਾਰੇ, ਤੇ ਨਾਲ ਹੀ ਕਿਹਾ ਕਿ ਪੈਸੇ ਪਹਿਲਾਂ ਪੂਰੇ ਕਰਕੇ ਲਿਆ। ਸੰਤ ਕਰਤਾਰ ਸਿੰਘ ਜੀ ਪਿੰਡ ਧੀਰੇ ਪੱਤਰੇ, ਜ਼ਿਲ੍ਹਾ ਫਿਰੋਜ਼ਪੁਰ, ਭਾਈ ਜਗੀਰ ਸਿੰਘ ਜੀ ਕਲਿਆਣੀ ਵਾਲੇ ਦੇ ਕੋਲ ਗਏ। ਸਾਰੀ ਗੱਲ ਭਾਈ ਜਗੀਰ ਸਿੰਘ ਨੂੰ ਦੱਸੀ। ਭਾਈ ਜਗੀਰ ਸਿੰਘ ਨੇ ਆਪਣਾ ਘੋੜਾ ਤੇ ਇੱਕ ਬਲਦ ਵੇਚ ਕੇ ਪੈਸੇ ਪੂਰੇ ਕਰ ਦਿੱਤੇ। ਯਾਦ ਰਹੇ, ਉਸ ਭਾਈ ਜਗੀਰ ਸਿੰਘ ਨੇ ਆਪਣੀ ਮਣ ਕਣਕ ਇੱਕ ਬਲਦ ਨਾਲ ਆਪਣੇ ਗਲੇ ਪੰਜਾਲੀ ਪਾ ਕੇ ਬੀਜੀ। ਸੰਤ ਕਰਤਾਰ ਸਿੰਘ ਪੈਸੇ ਲੈ ਕੇ ਪਿੰਡਰੀ ਪਹੁੰਚੇ। ਮਹਾਂਪੁਰਖਾਂ ਨੇ ਘੁੱਟ ਕੇ ਗਲ ਨਾਲ ਲਾ ਲਿਆ ਤੇ ਕਹਿਣ ਲੱਗੇ ਕਿ ਕਰਤਾਰ ਸਿੰਘ ਹੁਣ ਸਾਰਾ ਕਰਜ਼ਾ ਲਹਿ ਜਾਵੇਗਾ। ਉਹਨਾਂ ਸਾਰਿਆਂ ਪੈਸਿਆਂ ਦਾ ਪੰਜਾ ਤਖਤਾਂ ਤੇ ਹਰਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ ਕੜਾਹ ਪ੍ਰਸ਼ਾਦ ਕਰਵਾ ਦਿੱਤਾ। ਇਹੋ ਜਿਹੀਆਂ ਪਰਖਾਂ ਵਿੱਚ ਮਹਾਂਪੁਰਖ ਪੂਰੇ ਉਤਰੇ ਸਨ। ਨੰਬਰ 12, 12ਵੀਂ ਘਟਨਾ। ਸਾਡੇ ਸਿੱਖ ਜਗਤ ਦੇ ਮਹਾਨ ਵਿਦਵਾਨ ਸਤਿਕਾਰਯੋਗ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਏ ਹਨ, ਜਿਨ੍ਹਾਂ ਨੇ ਗੁਰਮਤਿ ਸੰਬੰਧੀ ਬਹੁਤ ਕੁਝ ਲਿਖਿਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਦਰਪਣ, ਗੁਰੂ ਗ੍ਰੰਥ ਸਾਹਿਬ ਜੀ ਦੀ ਸਟੀਕ ਉਹਨਾਂ ਦੀ ਸਿੱਖ ਪੰਥ ਨੂੰ ਮਹਾਨ ਦੇਣ ਹੈ। ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਕਾਲਜ ਵਿੱਚ ਪੜ੍ਹਦੇ ਸਨ, ਉਦੋਂ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੂੰ ਧਾਰਮਿਕ ਵਿੱਦਿਆ ਪੜ੍ਹਾਇਆ ਕਰਦੇ ਸਨ। ਪ੍ਰੋਫੈਸਰ ਸਾਹਿਬ ਨੇ ਇਸ ਗੱਲ ਤੇ ਜ਼ਿੰਦਗੀ ਭਰ ਜ਼ੋਰ ਨਾਲ ਪ੍ਰਚਾਰ ਕੀਤਾ ਕਿ ਗੁਰੂ ਸਾਹਿਬਾਨਾਂ ਨੇ ਕਰਾਮਾਤ ਨਹੀਂ ਵਿਖਾਈ। ਸੰਤ ਜੀ ਪੜ੍ਹਦਿਆਂ ਉੱਠ ਕੇ ਖਲੋ ਗਏ, ਹੱਥ ਜੋੜ ਕੇ ਕਹਿਣ ਲੱਗੇ, ਸਰ ਸ਼੍ਰੀਮਾਨ ਜੀ, ਬੇਨਤੀ ਹੈ ਕਿ ਮੈਂ ਗੁਸਤਾਖੀ ਕਰ ਰਿਹਾ ਹਾਂ। ਤੁਸੀਂ ਸਾਡੇ ਉਸਤਾਦ ਹੋ, ਮੈਂ ਤੁਹਾਡਾ ਵਿਦਿਆਰਥੀ ਹਾਂ, ਪਰ ਜੋ ਤੁਸੀਂ ਸਤਿਗੁਰੂ ਸਾਹਿਬ ਜੀ ਦੀ ਕਰਾਮਾਤ ਬਾਰੇ ਸਾਨੂੰ ਦੱਸਿਆ ਹੈ, ਮੈਂ ਤੁਹਾਡੇ ਵਿਚਾਰ ਨਾਲ ਸਹਿਮਤ ਨਹੀਂ ਹਾਂ। ਹਾਂ, ਕੁਝ ਕੁ ਸਹਿਮਤ ਹਾਂ। ਗੁਰਦੇਵ ਨੇ ਆਪਣੀ ਪ੍ਰਭੁਤਾ ਲਈ ਕਿਤੇ ਵੀ ਕਰਾਮਾਤ ਨਹੀਂ ਦਿਖਾਈ, ਪਰ ਪਰਮੇਸ਼ਰ ਦੀ ਵਡਿਆਈ ਲਈ ਥਾਂ ਥਾਂ ਕਰਾਮਾਤ ਦਿਖਾਈ ਹੈ। ਆਪਣੀਆਂ ਸੁੱਖ ਸਹੂਲਤਾਂ ਲਈ ਨਹੀਂ। ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ, ਭਾਈ ਗੁਰਦਾਸ ਜੀ ਨੇ ਸਪਸ਼ਟ ਲਿਖਿਆ ਹੈ। ਪ੍ਰੋਫੈਸਰ ਸਾਹਿਬ ਕਹਿਣ ਲੱਗੇ, ਕਾਕਾ ਮਨ ਫੇਰੇ ਸਨ। ਸੰਤ ਕਹਿਣ ਲੱਗੇ, ਸਰ ਮਨ ਤੇ ਮੱਕਾ ਦੇ ਦੋ ਅੱਖਰ ਹਨ। ਜੇ ਭਾਈ ਸਾਹਿਬ ਮੱਕਾ ਲਿਖ ਸਕਦੇ ਹਨ, ਉਹ ਮਨ ਵੀ ਲਿਖ ਸਕਦੇ ਸਨ, ਪਰ ਲਿਖਿਆ ਮੱਕਾ ਹੈ। ਕੌੜੇ ਰੀਠੇ ਨੂੰ ਮਿੱਠਾ ਕਰਨਾ, ਪੱਥਰ ਨੂੰ ਪੰਜਾ ਲਾ ਕੇ ਮੋਮ ਕਰਨਾ, ਰੋਗੀਆਂ ਦੇ ਰੋਗ ਕੱਟਣੇ, ਤੱਤੀ ਤਵੀ ਤੇ ਬੈਠ ਕੇ ਭਾਣੇ ਨੂੰ ਮਿੱਠਾ ਮੰਨਣਾ, ਗੋਇੰਦਵਾਲ ਵਿੱਚ 22 ਸਾਲ ਕਿਸੇ ਪ੍ਰਾਣੀ ਦੀ ਮੌਤ ਨਾ ਹੋਣੀ, ਗੂੰਗੇ ਕੋਲੋਂ ਗੀਤਾ ਦੇ ਅਰਥ ਕਰਾਉਣੇ, ਕੀ ਕਰਾਮਾਤ ਨਹੀਂ। ਪ੍ਰੋਫੈਸਰ ਸਾਹਿਬ ਕਹਿਣ ਲੱਗੇ, ਤੇਰੇ ਤੇ ਕਿਸੇ ਸੰਤ ਦਾ ਅਸਰ ਜਾਪਦਾ ਹੈ। ਸੰਤ ਕਹਿਣ ਲੱਗੇ, ਸਰ ਸਭ ਤੋਂ ਵੱਡੇ ਸੰਤ ਸਤਿਗੁਰੂ ਗ੍ਰੰਥ ਸਾਹਿਬ ਜੀ ਹਨ, ਉਹਨਾਂ ਦੀ ਪਾਵਨ ਬਾਣੀ ਦਾ ਅਸਰ ਹੈ। ਯਾਦ ਰਹੇ, ਕਿਉਂਕਿ ਸੰਤ ਹਰ ਰੋਜ਼ ਖਾਲਸਾ ਕਾਲਜ ਦੇ ਨਾਭਾ ਹੋਸਟਲ ਤੋਂ ਪੈਦਲ ਤੁਰ ਕੇ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਦਰਸ਼ਨ ਇਸ਼ਨਾਨ ਲਈ ਇਕੱਲੇ ਹੀ ਜਾਂਦੇ। ਦਰਬਾਰ ਸਾਹਿਬ ਨੂੰ ਜਾਂਦਿਆਂ ਜਪਜੀ ਸਾਹਿਬ ਦੇ 12 ਪਾਠ ਤੇ ਮੁੜਦਿਆਂ 13 ਪਾਠ ਕਰਦੇ ਸਨ। ਇਹ ਉਹਨਾਂ ਦਾ ਰੋਜ਼ ਦਾ ਨੇਮ ਸੀ। ਨੰਬਰ 13, 13ਵੀਂ ਘਟਨਾ। ਸੰਤਾਂ ਦੀ ਗੁਪਤ ਬਰਕਤ। ਲੰਗਰ ਦਾ ਲੈਂਟਰ ਪੈਣ ਲੱਗਾ। ਸਤਿਕਾਰਯੋਗ ਭਾਈ ਜਸਬੀਰ ਸਿੰਘ ਜੀ ਰੋਡੇ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹਨਾਂ ਦੇ ਭਰਾਤਾ ਭਾਈ ਸਵਰਨ ਸਿੰਘ ਤੇ ਭਾਈ ਕਾਬਲ ਸਿੰਘ ਪੱਟੀ ਇਲਾਕੇ ਦੇ ਕਮਰੇ ਵਿੱਚੋਂ ਸੀਮੈਂਟ ਦੀਆਂ ਬੋਰੀਆਂ ਚੁੱਕ ਰਹੇ ਸਨ। ਭਾਈ ਜਸਬੀਰ ਸਿੰਘ ਨੇ ਮਹਾਂਪੁਰਖਾਂ ਦੇ ਕੰਨ ਵਿੱਚ ਹੌਲੀ ਜਿਹੀ ਕਿਹਾ, ਮਹਾਂਪੁਰਖੋ ਸੀਮੈਂਟ ਮੁੱਕ ਚੱਲਿਆ। ਮਹਾਂਪੁਰਖ ਹੱਸ ਕੇ ਕਹਿਣ ਲੱਗੇ, ਉਹ ਗੋਲਿਆ, ਏਦਾਂ ਨਹੀਂ ਕਹੀਦਾ, ਤੂੰ ਕਮਰੇ ਵਿੱਚ ਬੱਤੀ ਬੰਦ ਕਰ ਦੇ, ਤੈਨੂੰ ਭੁਲੇਖਾ ਪਿਆ ਹੋਣਾ ਹੈ। ਉਹ ਤੇਰੀ ਐਸੀ ਤੈਸੀ। ਇਹ ਮਹਾਂਪੁਰਖਾਂ ਦੇ ਪਿਆਰ ਦੇ ਬਚਨ ਸਨ। ਜਾਓ ਸੀਮੈਂਟ ਚੁਕਾਈ ਚੱਲੋ। ਇਹ ਤਿੰਨੇ ਸਿੰਘ ਅੰਦਰੋਂ ਸੀਮੈਂਟ ਚੁਕਾਈ ਗਏ। ਲੈਂਟਰ ਪੈ ਗਿਆ। ਬੱਤੀ ਜਗਾਈ। ਅਜੇ ਵੀ 15 ਬੋਰੀਆਂ ਬਾਕੀ ਸਨ। ਨੰਬਰ 14, 14ਵੀਂ ਘਟਨਾ। ਅੰਮ੍ਰਿਤਸਰ ਸਾਹਿਬ ਦਾ
400 ਸਾਲਾ ਪੁਰਬ ਸਮੁੱਚੀ ਸਿੱਖ ਕੌਮ ਨੇ ਮਨਾਉਣਾ ਸੀ। ਉਸ ਸੰਬੰਧ ਵਿੱਚ 18ਵੀਂ ਸਿੰਘਾਂ ਨਾਲ ਮਹਾਂਪੁਰਖ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਲਈ ਆਏ। ਹਰਿਮੰਦਰ ਸਾਹਿਬ ਮੱਥਾ ਟੇਕ ਕੇ ਪਰਿਕਰਮਾ ਕਰ ਰਹੇ ਸੀ। ਅਜਾਇਬ ਘਰ ਵਾਲੇ ਪਾਸਿਓਂ ਬ੍ਰਹਮ ਬੂਟੇ ਵਾਲੀ ਗੁੱਠ ਤੇ ਆਏ। ਮਹਾਂਪੁਰਖ ਇੱਕਦਮ ਪਿੱਛੇ ਮੁੜ ਕੇ ਕਹਿਣ ਲੱਗੇ, ਸਿੰਘੋ, ਇਹੋ ਜਿਹਾ ਭਿਆਨਕ ਸਮਾਂ ਆਉਣ ਵਾਲਾ ਹੈ। ਇੱਥੇ ਕੇਸਾਂ ਤੋਂ ਫੜ ਕੇ ਸਾਡੀਆਂ ਬੇਅਦਬੀਆਂ ਕਰਨਗੇ, ਖੂਨ ਡੁੱਲੇਗਾ, ਫਿਰ ਕੌਮ ਦੀ ਚੜ੍ਹਦੀ ਕਲਾ ਹੋਵੇਗੀ। ਪਰ ਸਿੰਘਾਂ ਤੋਂ ਗਲਤੀ ਇਹ ਹੋਈ ਕਿ ਅੱਗੋਂ ਪੁੱਛ ਨਾ ਸਕੇ ਕਿ ਇਹ ਸਮਾਂ ਕਦੋਂ ਆਵੇਗਾ। ਪਰ ਜਦੋਂ 1984 ਦਾ ਹਮਲਾ ਹੋਇਆ, ਗੁਰੂ ਦੇ ਪਵਿੱਤਰ ਅਸਥਾਨ ਦੀ ਬੇਹੁਰਮਤੀ ਹੋਈ। ਸਿੰਘਾਂ ਨੂੰ ਮਹਾਂਪੁਰਖਾਂ ਦੇ ਉਹ ਬਚਨ ਚੇਤੇ ਆਏ ਜੋ ਉਹਨਾਂ ਨੇ ਕਹੇ ਸਨ। ਨੰਬਰ 15 15ਵੀਂ ਘਟਨਾ। ਮਹਾਂਪੁਰਖ ਮਹਿਤੇ ਸ਼ਾਮ ਦੇ ਵੇਲੇ ਗੁਰਦੁਆਰੇ ਵਿੱਚ ਘੁੰਮ ਫਿਰ ਰਹੇ ਸਨ। ਸਿੰਘ ਕਹਿਣ ਲੱਗੇ ਕਿ ਮਹਾਂਪੁਰਖੋ, ਇੰਨੀ ਗਰਮੀ ਨਾ ਵਰਤਿਆ ਕਰੋ। ਨਿਰੰਕਾਰੀਆਂ ਦੇ ਪਿੱਛੇ ਹੱਥ ਧੋ ਕੇ ਪਏ ਹੋ, ਸਰਕਾਰ ਦੀ ਵਿਰੋਧਤਾ ਵੀ ਕਰੀ ਜਾਂਦੇ ਹੋ, ਕਿਵੇਂ ਸਰੇਗਾ? ਮਹਾਂਪੁਰਖ ਕਹਿਣ ਲੱਗੇ ਕਿ ਮੈਂ ਤਾਂ ਅਜੇ ਵਿਰੋਧਤਾ ਕਰਦਾ ਹਾਂ, ਪਰ ਜੋ ਮੇਰੇ ਤੋਂ ਬਾਅਦ ਆਵੇਗਾ ਉਹ ਮੇਰੇ ਨਾਲੋਂ ਵੀ ਗਰਮ ਹੋਵੇਗਾ। ਉਸ ਸਮੇਂ ਇੱਕ ਪਿਸਤੌਲ ਦਾ ਲਾਇਸੈਂਸ ਬਣਿਆ ਸੀ। ਕੁਦਰਤੀ ਤੌਰ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡੋਂ ਮਹਿਤੇ ਆਏ ਸਨ। ਉਹਨਾਂ ਨੂੰ ਕਹਿਣ ਲੱਗੇ, ਜਰਨੈਲ ਸਿੰਘਾ, ਤੇਰੇ ਕੋਲੋਂ ਇਸ ਦਾ ਉਦਘਾਟਨ ਕਰਾਉਣਾ ਹੈ। ਸੰਤ ਜਰਨੈਲ ਸਿੰਘ ਜੀ ਕਹਿਣ ਲੱਗੇ, ਜੀ ਮੈਨੂੰ ਜਾਚ ਨਹੀਂ। ਸੰਤ ਮਹਾਂਪੁਰਖ ਕਹਿਣ ਲੱਗੇ, ਜਰਨੈਲ ਸਿੰਘਾ, ਤੈਨੂੰ ਇਹ ਚਲਾਉਣੀਆਂ ਪੈਣਗੀਆਂ। ਉਹ ਬਚਨ 1984 ਵਿੱਚ ਪੂਰੇ ਹੋਏ। ਨੰਬਰ 16 16ਵੀਂ ਘਟਨਾ। ਯੂਪੀ ਵਿੱਚ ਮਹਾਂਪੁਰਖ ਜਥੇ ਸਮੇਤ ਵਿਚਰ ਰਹੇ ਸਨ। ਉੱਥੇ ਇੱਕ ਪ੍ਰੇਮੀ ਕਰਮ ਸਿੰਘ ਆਇਆ। ਉਹਨਾਂ ਬੇਨਤੀ ਕੀਤੀ ਕਿ ਸਾਡੀ ਨੌਜਵਾਨ ਲੜਕੀ ਜੋ ਦਾਅਵਾ ਕਰਦੀ ਹੈ ਕਿ ਉਸ ਦੇ ਵਿੱਚ ਗੈਬੀ ਸ਼ਕਤੀਆਂ ਹਨ, ਅਸੀਂ ਉਸ ਦੀ ਸ਼ਾਦੀ ਕਰਨੀ ਚਾਹੁੰਦੇ ਹਾਂ, ਪਰ ਉਹ ਮੰਨਦੀ ਨਹੀਂ। ਅਸੀਂ ਤੁਹਾਡਾ ਵੀ ਜ਼ਿਕਰ ਕੀਤਾ ਹੈ। ਉਹ ਕਹਿੰਦੀ ਹੈ, ਮੈਂ ਸਭ ਭਜਾ ਦੇਵਾਂਗੀ। ਮਹਾਂਪੁਰਖਾਂ ਨੂੰ ਵੀਰ ਰਸ ਆ ਗਿਆ। ਸੰਤ ਜੀ ਜਥੇ ਸਮੇਤ ਅੱਗੇ ਨੂੰ ਜਾ ਰਹੇ ਸਨ। ਜਿੱਥੇ ਲੜਕੀ ਰਹਿੰਦੀ ਸੀ ਉੱਥੇ ਬੱਸ ਆਦਿ ਦਾ ਜਾਣਾ ਕਠਿਨ ਸੀ, ਪਰ ਮਹਾਂਪੁਰਖ 4-5 ਸਿੰਘਾਂ ਦੇ ਨਾਲ ਪੈਲੀਆਂ ਵਿੱਚ ਦੀ ਸਿੱਧੇ ਚਲੇ ਗਏ। ਉਸ ਲੜਕੀ ਨੇ ਇੱਕ ਸਟੋਵ ਰੱਖਿਆ ਸੀ। ਉਹ ਮੁੱਧੀ ਥਾਲੀ ਤੇ ਸਟੋਵ ਰੱਖਦੀ, ਕਿਸੇ ਨੂੰ ਕਹਿਣਾ, ਤੁਹਾਡੇ ਇੰਨੇ ਭਰਾ ਹਨ, ਤੇਰੀ ਜੇਬ ਵਿੱਚ ਇੰਨੇ ਪੈਸੇ ਹਨ। ਮਹਾਂਪੁਰਖ ਕਹਿਣ ਲੱਗੇ, ਬੀਬੀ, ਸਾਡੀ ਜੇਬ ਵਿੱਚ 5-5 ਦੇ ਅਤੇ 10-10 ਦੇ ਕਿੰਨੇ ਨੋਟ ਹਨ। ਤੇ ਨਾਲ ਹੀ ਕਹਿਣ ਲੱਗੇ, ਮੈਨੂੰ ਵੀ ਪਤਾ ਨਹੀਂ, ਕਿਉਂਕਿ ਮੈਂ ਪੈਸੇ ਕਦੇ ਗਿਣੇ ਨਹੀਂ। ਉਹ ਸਟੋਵ ਜੋ ਥਾਲੀ ਉੱਤੇ ਰੱਖਣ ਤੇ ਟਿਕ ਟਿਕ ਕਰਕੇ ਲੋਕਾਂ ਦੀਆਂ ਪੁੱਛਾਂ ਕੱਢਦਾ ਸੀ, ਜਾਮ ਹੋ ਗਿਆ। ਪਾਸੇ ਹੋ ਕੇ ਲੜਕੀ ਦੀ ਮਾਂ ਅਰਦਾਸ ਕਰਨ ਲੱਗ ਪਈ, ਭਗਵਾਨ, ਜਿਵੇਂ ਦ੍ਰੋਪਦੀ ਦੀ ਲਾਜ ਰੱਖੀ ਸੀ, ਸਾਡੀ ਵੀ ਰੱਖ। ਮਹਾਂਪੁਰਖਾਂ ਨੇ ਝਟ ਆਵਾਜ਼ ਦੇ ਕੇ ਕਿਹਾ, ਬੀਬੀ, ਅਸੀਂ ਬੀਬੀ ਦਾ ਪਰਦਾ ਚੁੱਕਣ ਨਹੀਂ ਆਏ, ਪਰਦਾ ਪਾਉਣ ਆਏ ਹਾਂ। ਅਸੀਂ ਕਲਗੀਧਰ ਦੇ ਸਿੰਘ, ਪਰਦਾ ਚੁੱਕਣ ਵਾਲੇ ਨਹੀਂ। ਇਹ ਸਾਡੀ ਧੀ ਸਮਾਨ ਹੈ, ਨੌਜਵਾਨ ਹੈ, ਸ਼ਾਦੀ ਕਰ ਦਿਓ, ਪਤ ਰਹੇਗੀ। ਨਾ ਕਰੋਗੇ ਗੱਲ ਵਿਗੜ ਜਾਵੇਗੀ। ਪ੍ਰੇਮੀ ਉੱਥੇ ਤਾਂ ਚੁੱਪ ਰਹੇ, ਪਰ 2 ਦਿਨ ਬਾਅਦ ਨਾਨਕ ਮਤੇ ਪਹੁੰਚ ਕੇ ਉਸ ਬੀਬੀ ਦੇ ਪਿਤਾ ਜੀ ਮਹਾਂਪੁਰਖਾਂ ਨੂੰ ਕਹਿਣ ਲੱਗੇ, ਜੀ ਲੜਕੀ ਸ਼ਾਦੀ ਲਈ ਰਾਜੀ ਹੋ ਗਈ ਹੈ। 17ਵੀਂ ਘਟਨਾ। ਭਾਈ ਅਮਰੀਕ ਸਿੰਘ ਜੀ ਦੀ ਸ਼ਾਦੀ ਸਮੇਂ ਜੰਝ ਭੂਰੇ ਕੋਹਨੇ ਤੋਂ ਰਵਾਨਾ ਹੋਣ ਲੱਗੀ ਤਾਂ 2 ਸਿੰਘਾਂ ਦੀ ਡਿਊਟੀ ਲਾਈ ਕਿ ਪਹਿਲਾਂ ਵੇਖ ਕੇ ਆਓ ਕਿ ਜਥੇ ਦੇ ਸਾਰੇ ਸਿੰਘਾਂ ਨੇ ਨਵੇਂ ਕੱਪੜੇ ਪਹਿਨੇ ਹਨ ਕਿ ਨਹੀਂ। ਮੈਨੂੰ ਸਿੰਘੋ ਗੁਰੂ ਦਾ ਤੇ ਗੁਰੂ ਦੇ ਸਿੰਘਾਂ ਦਾ ਆਸਰਾ ਹੈ। ਜਦੋਂ ਸਿੰਘਾਂ ਨੇ ਦੱਸਿਆ ਕਿ ਸਾਰੇ ਸਿੰਘਾਂ ਨੇ ਕੱਪੜੇ ਪਾ ਲਏ ਹਨ, ਤਦ ਫਿਰ ਮਹਾਂਪੁਰਖਾਂ ਨੇ ਭਾਈ ਅਮਰੀਕ ਸਿੰਘ ਨੂੰ ਨਵੇਂ ਕੱਪੜੇ ਪਵਾਏ। ਸ਼ਾਦੀ ਸਮੇਂ ਭਾਈ ਅਮਰੀਕ ਸਿੰਘ ਜੀ ਦੀ ਸੁਪਤਨੀ ਬੀਬੀ ਹਰਮੀਤ ਕੌਰ ਜੀ ਨੇ ਕੀਰਤਨ ਕੀਤਾ। ਇਹ ਆਦਰਸ਼ਕ ਵਿਆਹ ਸੀ ਜਿੱਥੇ ਮਹਾਂਪੁਰਖਾਂ ਨੇ ਆਪਣੇ ਕੁੜਮ ਕੋਲੋਂ ਕੇਵਲ 1 ਰੁਪਈਆ ਦਾਜ ਲਿਆ। ਮਹਾਂਪੁਰਖਾਂ ਨੇ ਆਪਣੇ ਕੁੜਮ ਭਾਈ ਗੁਰਦੀਪ ਸਿੰਘ ਨੂੰ ਜੱਫੀ ਪਾਈ, ਫਤਿਹ ਬੁਲਾਈ ਤੇ ਕਹਿਣ ਲੱਗੇ, ਗੁਰੂ ਘਰ ਵਿੱਚ ਧੀ ਤੇ ਪੁੱਤਰ ਵਾਲੇ ਬਰਾਬਰ ਹਨ। ਗੁਰਦੀਪ ਸਿੰਘ,
ਮੈਂ ਤੇਰਾ ਕਰਜ਼ਾਈ ਹਾਂ, ਜਿਸ ਨੇ ਪਾਲ ਪੋਸ ਕੇ ਸਾਨੂੰ ਧੀ ਦਾਨ ਦਿੱਤੀ ਹੈ। ਮਹਾਪੁਰਖਾਂ ਨੇ ਆਨੰਦ ਕਾਰਜ ਸਮੇਂ ਮਾਤਾ ਗੁਜਰੀ ਜੀ ਦੇ ਪਿਤਾ ਬਾਬਾ ਲਾਲ ਚੰਦ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਹ ਸਾਖੀ ਸੁਣਾਈ, ਜਦੋਂ 6ਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਰਤਾਰਪੁਰ ਵਿਆਹੁਣ ਗਏ ਸਨ। ਤਬ ਲਾਲ ਚੰਦ ਕੇ ਕਾਜ ਬਹੁ ਭਗਤ ਬਸਤਰ ਸਮਾਜ, ਧਰ ਜਥਾ ਸ਼ਕਤ ਕਰ ਜੀਰੇ, ਨਹ ਸਰਿਓ ਕਛੂ ਢਿਗ ਮੋਰੇ। ਇਕ ਤਨੁਜਾ ਮੈਂ ਹਿਤ ਸੇਵਾ, ਅਰਪਨ ਕੀਨ ਗੁਰਦੇਵਾ, ਲੈ ਬਿਸ਼ਨ ਕੋਇਰ ਸੰਗਦਾਰਾ, ਹੋਏ ਦੀਨ ਸੋ ਬਾਕ ਉਚਾਰਾ। ਸੁਨ ਸਤਿਗੁਰ ਭਏ ਕਿਰਪਾਲਾ, ਤੁਮ ਦੀਨੋ ਸਕਲ ਵਿਸਾਲਾ। ਜਿਨ ਤਨੁਜਾ ਅਰਪਨ ਕੀਨੰ, ਕਿਆ ਪਾਛੇ ਤਿਸ ਰਖ ਲੀਨੰ। ਤਬ ਲਾਲ ਚੰਦ ਪਦ ਬੰਦੇ, ਪੁਨ ਡੋਰਾ ਲਿਆਏ ਬਿਲੰਦੇ। ਤਹ ਗੁਜਰੀ ਸੁਤਾ ਬਿਠਾਈ, ਪਾਤ ਸੇਵਨ ਸੀਖ ਸਿਖਾਈ। ਨੰਬਰ 18। 18ਵੀਂ ਘਟਨਾ। ਚੱਕੋਵਾਲ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਬਜ਼ੁਰਗ ਬਾਬਾ ਤਾਰਾ ਸਿੰਘ ਜੀ 1947 ਵੰਡ ਸਮੇਂ ਲਾਇਲਪੁਰ ਜ਼ਿਲ੍ਹੇ ਵਿੱਚੋਂ ਇੱਕ ਪਾਸੇ ਆਏ ਸਨ। ਜਥੇ ਸੰਗਤ ਨਾਲ ਅਤਿਅੰਤ ਪਿਆਰ ਸੀ ਅਤੇ ਉਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦੇ ਅਤਿਅੰਤ ਨਿਕਟ ਵਰਤੀਆਂ ਵਿੱਚੋਂ ਸਨ। ਉਹਨਾਂ ਦੇ ਆਪਣੇ ਗ੍ਰਹਿ ਸ੍ਰੀ ਅਖੰਡ ਪਾਠ ਆਰੰਭ ਕਰਾਇਆ ਅਤੇ ਸੰਤ ਜਰਨੈਲ ਸਿੰਘ ਜੀ ਜੋ ਉਸ ਸਮੇਂ ਜਥੇ ਦੇ ਵਿਦਿਆਰਥੀ ਸਨ, ਉਹ ਅਖੰਡ ਪਾਠੀ ਸਿੰਘਾਂ ਨੂੰ ਨਾਲ ਲੈ ਕੇ ਚੱਲ ਪਏ। ਅਖੰਡ ਪਾਠ ਭਾਵਨਾ ਨਾਲ ਆਰੰਭ ਕੀਤਾ। ਉਹਨਾਂ ਦੀ ਭਾਵਨਾ ਸੀ ਕਿ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਆਪ ਭੋਗ ਦੀ ਅਰਦਾਸ ਕਰਨ। ਸਵੇਰੇ ਬਚਨ ਕਰਦਿਆਂ ਸੰਤ ਜਰਨੈਲ ਸਿੰਘ ਨੂੰ ਕਿਹਾ ਕਿ ਭਾਈ ਜਰਨੈਲ ਸਿੰਘ ਜੀ, ਮੈਂ ਵੱਡੇ ਮਹਾਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਸੰਗਤ ਕੀਤੀ ਹੈ। ਉਹ ਬਚਨ ਦੇ ਬਲੀ ਸਨ, ਜੋ ਬਚਨ ਕਰਦੇ ਸਨ ਪੂਰੇ ਨਿਭਾਉਂਦੇ ਸਨ। ਹੁਣ ਪਤਾ ਨਹੀਂ ਗਿਆਨੀ ਕਰਤਾਰ ਸਿੰਘ ਜੀ ਆਉਂਦੇ ਹਨ ਕਿ ਨਹੀਂ। ਉਸ ਨੇ ਸੰਤ ਸ਼ਬਦ ਦੀ ਵਰਤੋਂ ਨਹੀਂ ਸੀ ਕੀਤੀ। ਸੰਤ ਬਾਬਾ ਜਰਨੈਲ ਸਿੰਘ ਜੀ ਪੂਰੇ ਜਲਾਲ ਵਿੱਚ ਆ ਕੇ ਕਹਿਣ ਲੱਗੇ ਕਿ ਬਾਬਾ, ਜੇ ਸੰਤ ਆ ਕੇ ਅਰਦਾਸ ਕਰਨਗੇ ਤੇ ਸੰਤ ਮੰਨ ਲਈ, ਨਹੀਂ ਤੇ ਨਹੀਂ। ਸੰਤ ਜਰਨੈਲ ਸਿੰਘ ਜੀ ਦਾ ਵੀਰ ਰਸ ਝੱਲਿਆ ਨਹੀਂ ਸੀ ਜਾ ਰਿਹਾ। ਪਾਠੀ ਸਿੰਘ ਨਿਰੰਤਰ ਪਾਠ ਕਰੀ ਜਾ ਰਹੇ ਸਨ। ਮਹਾਪੁਰਖ ਮਿੰਨੀ ਵਾਸਤੇ ਆ ਰਹੇ ਸਨ। ਰਸਤੇ ਵਿੱਚ ਬੱਸ ਖਰਾਬ ਹੋ ਗਈ। ਸੰਤ ਜੀ 3-4 ਸਿੰਘਾਂ ਸਮੇਤ ਵਾਹੋਦਾਹੀ ਭੱਜੇ ਆ ਰਹੇ ਸਨ। ਸਾਰਾ ਸਰੀਰ ਮੁੜਕੇ ਨਾਲ ਭਿੱਜਾ ਹੋਇਆ ਸੀ। ਇਧਰ ਤੂ ਠਾਕੁਰ ਤੁਮ ਪਹਿ ਅਰਦਾਸ ਪੜਿਆ। ਸੰਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਅਰਦਾਸ ਕਰਨ ਲਈ ਆ ਖੜੇ ਹੋਏ। ਅਰਦਾਸ ਕੀਤੀ। ਮਹਾਪੁਰਖ ਆਸਣ ਤੇ ਆ ਗਏ। ਮਹਾਪੁਰਖਾਂ ਨੇ ਬੜੀ ਨਿਮਰਤਾ ਨਾਲ ਬਾਬਾ ਤਾਰਾ ਸਿੰਘ ਜੀ ਨਾਲ ਬਚਨ ਵਿਲਾਸ ਕੀਤੇ। ਕਹਿਣ ਲੱਗੇ, ਬਾਬਾ ਜੀ, ਮੈਂ ਕਦੋਂ ਕਹਿੰਦਾ ਹਾਂ ਕਿ ਮੈਂ ਸੰਤ ਹਾਂ। ਇਹ ਕਲਗੀਧਰ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਸੰਗਤਾਂ ਸਤਿਕਾਰ ਕਰਦੀਆਂ ਹਨ। ਹਾਂ, ਜਿਨ੍ਹਾਂ ਮਹਾਪੁਰਖਾਂ ਦੀ ਤੁਸੀਂ ਗੱਲ ਕਰਦੇ ਹੋ, ਮੈਂ ਤਾਂ ਉਹਨਾਂ ਦੀ ਚਰਨ ਧੂੜ ਦੇ ਵੀ ਤੁਲ ਨਹੀਂ। ਬਾਬਾ ਤਾਰਾ ਸਿੰਘ ਜੀ ਨਿੰਮੋ ਝੂਣੇ ਹੋ ਗਏ। ਕਹਿੰਦੇ, ਮਹਾਪੁਰਖੋ ਭੁੱਲ ਹੋ ਗਈ। ਉਪਰੰਤ ਮਹਾਪੁਰਖ ਬਾਬਾ ਜਰਨੈਲ ਸਿੰਘ ਦੇ ਮੋਢਿਆਂ ਤੇ ਹੱਥ ਰੱਖ ਕੇ ਪਾਸੇ ਲੈ ਗਏ। ਕਹਿੰਦੇ, ਅਭਿਆਸੀਆ, ਤੰਗ ਨਾ ਕਰਿਆ ਕਰ। ਤੇਰੇ ਭਜਾਉਣ ਕਰਕੇ ਮੈਂ ਭੱਜਿਆ ਹਾਂ, ਨਹੀਂ ਤੇ ਮੈਂ ਆਪਣੀ ਚਾਲ ਨਾਲ ਆਉਣਾ ਸੀ। ਬਾਬਾ ਜਰਨੈਲ ਸਿੰਘ ਜੀ ਨੀਵੀਂ ਪਾ ਕੇ ਵੈਰਾਗਮਈ ਅਵਸਥਾ ਵਿੱਚ ਸਾਹਮਣੇ ਖੜੇ ਸਨ। ਉਹ ਦ੍ਰਿਸ਼ ਵੇਖਣ ਵਾਲਾ ਸੀ ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਵੀ ਵਿਸਮਾਦ ਵਿੱਚ ਆ ਗਏ। ਕਹਿਣ ਲੱਗੇ, ਅਭਿਆਸੀਆ, ਮੈਂ ਤੇਥੋਂ ਦੂਰ ਨਹੀਂ। 19ਵੀਂ ਘਟਨਾ। ਜਥੇ ਦੇ ਸਿੰਘਾਂ ਦੀ ਹੱਥੀਂ ਸੇਵਾ ਕਰਨੀ। ਮਹਾਪੁਰਖ ਜਥੇ ਦੇ ਸਿੰਘਾਂ ਦੇ ਕੇਸ਼ੀ ਇਸ਼ਨਾਨ ਆਪ ਕਰਵਾਇਆ ਕਰਦੇ ਸਨ। ਇਸ਼ਨਾਨ ਕਰਨ ਵਾਲਾ ਸਾਬਣ ਤੇ ਦਹੀਂ ਦੀ ਚਾਟੀ ਰੱਖ ਲੈਣੀ। ਪੁੱਛਣਾ, ਸਿੰਘਾ, ਦਹੀਂ ਨਾਲ ਕਿ ਸਾਬਣ ਨਾਲ? ਇੱਕ ਸਿੰਘ ਨੇ ਜਲ ਪਾਉਣਾ ਤੇ ਮਹਾਪੁਰਖਾਂ ਨੇ ਮਲ ਕੇ ਕੇਸ਼ੀ ਇਸ਼ਨਾਨ ਕਰਾਉਣਾ ਤੇ ਪੰਕਤੀਆਂ ਪੜ੍ਹਨੀਆਂ। सेव करी इन्हीं की भावत और की सेव सुहात न जी को दान दयो इन्हीं को भलो और आन को दान न लागत निको आगे फलै इन्हीं को दयो जग में जस और दयो सब फीको मोह ग्रह में तन ते मन ते सिर लो धन है सब इन्हीं को ऐसी मांग गोबिंद ते
ਤਹਿਲ ਮਹਿਲ ਤਾਕੋ ਮਿਲੈ ਜਾ ਕਉ ਸਾਧ ਕਿਰਪਾਲ। ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹ ਬੈਸਣ ਪਾਈਐ ਕਹੋ ਨਾਨਕ ਬਾਹ ਲੁਟਾਈਐ। ਪੰਚ ਬਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਾਏ ਤੈਸਾ ਪੁੰਨ ਏਕ ਗੁਰ ਸਿੱਖ ਕੋ ਨਿਭਾਏ ਕਾ। ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੁਰਖੇਤ ਅਸਵਮੇਧ ਜਗ ਫਲ ਸਿੱਖ ਕੋ ਜਿਵਾਏ ਕਾ। ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ। ਜੈਸੇ 20 ਬਾਰ ਦਰਸ਼ਨ ਸਾਧ ਕੀਆ ਕਾਹੂ ਤੈਸਾ ਫਲ ਸਿੱਖ ਕੋ ਚਾਪ ਪਗ ਸੁਆਏ ਕਾ। 20ਵੀਂ ਘਟਨਾ ਸੰਤ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਦੇ ਭਰਾਤਾ ਭਾਈ ਜਗਜੀਤ ਸਿੰਘ ਜੀ ਨੂੰ ਦਮੇ ਦਾ ਰੋਗ ਸੀ, ਜਿਸ ਕਰਕੇ ਉਹਨਾਂ ਦੀ ਹਾਲਤ ਕਈ ਵੇਰਾਂ ਬਹੁਤ ਖਰਾਬ ਹੋ ਜਾਂਦੀ। ਇੱਕ ਵਾਰ ਇਸ ਤਰ੍ਹਾਂ ਹੋਇਆ ਕਿ ਭਾਈ ਜਗਜੀਤ ਸਿੰਘ ਦੇ ਸਰੀਰ ਦੀ ਹਰਕਤ ਬਿਲਕੁਲ ਬੰਦ ਹੋ ਗਈ। ਪਰਿਵਾਰ ਦੇ ਮੈਂਬਰ ਨਿੰਮੋ ਝੂਣੇ ਹੋ ਕੇ ਬੈਠੇ ਸਨ। ਪਰਿਵਾਰ ਦੇ ਇੱਕ ਮੈਂਬਰ ਨੂੰ ਡਾਕਟਰ ਵੱਲ ਭੇਜਿਆ ਕਿ ਉਹ ਚੰਗੀ ਤਰ੍ਹਾਂ ਚੈੱਕ ਕਰਕੇ ਨਿਰਣਾ ਦੇ ਸਕੇ ਕਿ ਭਾਈ ਜਗਜੀਤ ਸਿੰਘ ਜੀ ਜਿੰਦਾ ਹਨ ਜਾਂ ਨਹੀਂ। ਕੁਦਰਤ ਨੇ ਇੱਕ ਅਜੀਬੋ-ਗਰੀਬ ਕ੍ਰਿਸ਼ਮਾ ਕੀਤਾ ਕਿ ਸੰਤ ਬਾਬਾ ਕਰਤਾਰ ਸਿੰਘ ਜੀ ਇੱਕਦਮ ਕੁਝ ਸਿੰਘਾਂ ਸਮੇਤ ਬੂਹੇ ਅੱਗੇ ਆਣ ਖਲੋਤੇ। ਬੱਸ ਤੋਂ ਉਤਰਦਿਆਂ ਸਾਰ ਹੀ ਅੰਦਰ ਚਲੇ ਗਏ। ਅੱਗੇ ਜਦੋਂ ਵੀ ਆਉਂਦੇ ਸਨ ਤਾਂ ਬਾਬਾ ਜੋਗਿੰਦਰ ਸਿੰਘ ਜੀ ਭਾਵ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਜੀ ਕੋਲ ਬੈਠ ਕੇ ਫਿਰ ਘਰ ਆਉਂਦੇ ਸਨ। ਅੱਜ ਸਿੱਧੇ ਅੰਦਰ ਆ ਗਏ। ਮਹਾਂਪੁਰਖਾਂ ਦੇ ਹੱਥ ਵਿੱਚ ਇੱਕ ਮੁਰਝਾਇਆ ਜਿਹਾ ਫੁੱਲਾਂ ਦਾ ਸਿਹਰਾ ਸੀ, ਉਸ ਨੂੰ ਹੱਥ ਵਿੱਚ ਫੜਿਆ ਹੋਇਆ ਸੀ। ਸੰਤ ਜੀ ਭਾਈ ਜਗੀਰ ਸਿੰਘ ਜੀ ਨੂੰ ਕਹਿਣ ਲੱਗੇ, ਜਗੀਰ ਸਿੰਘਾ ਭਾਈ ਜਗਜੀਤ ਸਿੰਘ ਜੀ ਨੂੰ ਉਠਾਓ। ਤਾਂ ਭਾਈ ਜਗੀਰ ਸਿੰਘ ਦੀਆਂ ਅੱਖਾਂ ਵਿੱਚ ਅਥਰੂ ਆ ਗਏ। ਕਹਿਣ ਲੱਗੇ, ਉਠਾਓ ਤਾਂ ਸਹੀ। ਆਸਰਾ ਦੇ ਕੇ ਸਿਰ ਚੁੱਕਿਆ। ਮਹਾਂਪੁਰਖਾਂ ਨੇ ਭਾਈ ਜਗਜੀਤ ਸਿੰਘ ਜੀ ਦੇ ਗਲੇ ਵਿੱਚ ਫੁੱਲਾਂ ਦਾ ਸਿਹਰਾ ਪਾਉਂਦਿਆਂ ਬਚਨ ਕੀਤੇ, ਜਗਜੀਤ ਸਿੰਘਾ ਐਡੀ ਛੇਤੀ ਨਹੀਂ ਜਾਣ ਦੇਣਾ। ਭਾਈ ਜਗਜੀਤ ਸਿੰਘ ਨੇ ਨੇਤਰ ਖੋਲੇ ਪਰ ਸਰੀਰ ਬਿਲਕੁਲ ਸਾਥ ਨਹੀਂ ਸੀ ਦੇ ਰਿਹਾ। ਮਹਾਂਪੁਰਖ ਕਹਿਣ ਲੱਗੇ, ਜਗਜੀਤ ਸਿੰਘਾ ਨਿਤਨੇਮ ਕਰਿਆ ਕਰ। ਸਾਨੂੰ ਪਤਾ ਹੈ ਤੇਰਾ ਰਾਜਸੀ ਸੁਭਾਅ ਹੈ। ਜੇ ਸਵੇਰੇ ਢਿੱਲ ਹੋ ਜਾਵੇ ਤਾਂ ਸ਼ਾਮ ਤੱਕ ਸੌਣ ਤੋਂ ਪਹਿਲਾਂ ਨਿਤਨੇਮ ਕਰਕੇ ਸੌਣਾ ਹੈ। ਸੁਣਨ ਦਾ ਬਹਾਨਾ ਨਹੀਂ ਬਣਾਉਣਾ, ਆਪ ਕਰਨਾ ਹੈ। ਭਾਈ ਜਗਜੀਤ ਸਿੰਘ ਜੀ ਉਸ ਦਿਨ ਤੋਂ ਬਾਅਦ ਬਿਮਾਰ ਨਹੀਂ ਹੋਏ ਅਤੇ ਜੀਵਨ ਭਰ ਇਸ ਨਿਯਮ ਨੂੰ ਨਿਭਾਉਣਾ ਕੀਤਾ। 21ਵੀਂ ਘਟਨਾ ਮਹਾਂਪੁਰਖ ਮਹਿਤੇ ਗੁਰਦੁਆਰਾ ਸਾਹਿਬ ਦੇ ਬਾਹਰ ਮੰਜੇ ਤੇ ਬੈਠੇ ਸਨ ਕਿ ਆਕਾਸ਼ ਵਿੱਚੋਂ ਇਉਂ ਆਵਾਜ਼ ਆਈ ਜਿਵੇਂ ਕੋਈ ਚੀਜ਼ ਉੱਪਰ ਦੀ ਲੰਘ ਰਹੀ ਹੋਵੇ। ਮਹਾਂਪੁਰਖ ਕਹਿਣ ਲੱਗੇ, ਕਿਸੇ ਈਰਖਾਲੂ ਤੇ ਘਟੀਆ ਸੋਚ ਵਾਲੇ ਮਨੁੱਖ ਨੇ ਕਿਸੇ ਤੇ ਹਾਂਡੀ ਚਲਾਈ ਹੈ ਤਾਂ ਕਿ ਵਿਰੋਧੀ ਦਾ ਨੁਕਸਾਨ ਕਰ ਸਕੇ, ਪਰ ਆਪਾਂ ਵਾਪਸ ਕਰ ਦਿੱਤੀ। ਬੁਰਾ ਕਰਨ ਵਾਲੇ ਦਾ ਆਪੇ ਬੁਰਾ ਹੋ ਜਾਵੇਗਾ। ਸੰਤਾਂ ਦੀ ਅਖੀਰਲੀ ਝਾਕੀ ਜੁਲਾਈ 1977 ਈਸਵੀ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡ ਰੋਡੇ ਗਏ ਅਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰ ਘਰ ਮਿਲੇ। ਉਹਨੇ ਦਿਨੀ ਪੰਜਾਬ ਵਿੱਚ ਅਕਾਲੀ ਸਰਕਾਰ ਬਣੀ ਸੀ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੇ ਵੱਡੇ ਲੜਕੇ ਭਾਈ ਅਮਰੀਕ ਸਿੰਘ ਭਾਵੇਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਪੜ੍ਹ ਰਹੇ ਸਨ, ਪਰੰਤੂ ਉਹਨਾਂ ਦੀ ਨੌਕਰੀ ਦਾ ਉਪਰਾਲਾ ਕੀਤਾ ਜਾ ਰਿਹਾ ਸੀ ਅਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਇਸ ਕੰਮ ਵਿੱਚ ਅੱਗੇ ਸਨ। ਇਸ ਕੰਮ ਵਿੱਚ ਛੇਤੀ ਸਫਲਤਾ ਪ੍ਰਾਪਤ ਹੁੰਦੀ ਨਜ਼ਰ ਨਹੀਂ ਸੀ ਆ ਰਹੀ। ਇਸ ਮੌਕੇ ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰ ਦੋ ਗੱਲਾਂ ਸਦਾ ਯਾਦ ਰੱਖਣ ਲਈ ਕਹੀਆਂ। ਇੱਕ ਸੀ ਕਿ ਕਿਸੇ ਰਾਜਨੀਤਿਕ ਵਿਅਕਤੀ ਤੇ ਪੂਰਾ ਵਿਸ਼ਵਾਸ ਨਹੀਂ ਕਰਨਾ ਅਤੇ ਦੂਸਰੀ ਇਹ ਕਿ ਕਿਸੇ ਰਾਜਨੀਤਿਕ ਵਿਅਕਤੀ ਤੋਂ ਇਹ ਨਹੀਂ ਅਖਵਾਉਣਾ ਕਿ ਕੋਠੀ ਵਿੱਚੋਂ ਨਿਕਲ ਜਾ। ਕੁਝ ਦਿਨਾਂ ਪਿੱਛੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੇ ਦੁਰਘਟਨਾ ਦਾ ਸ਼ਿਕਾਰ ਹੋਣ ਪਿੱਛੋਂ ਟਕਸਾਲ ਦੀ ਸੇਵਾ ਬਖਸ਼ੇ ਜਾਣ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਸੋਚ ਰਹੇ ਸਨ ਕਿ ਉਪਰੋਕਤ ਸਿੱਖਿਆਦਾਇਕ ਬਚਨ
ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੇ ਜਾਣ ਬੁੱਝ ਕੇ ਆਉਂਦੇ ਸਮੇਂ ਵਿੱਚ ਟਕਸਾਲ ਅਤੇ ਇਸ ਦੇ ਮੁਖੀ ਦੀ ਧਾਰਮਿਕ ਸਿਆਸੀ ਭੂਮਿਕਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੇ ਹੋਣ। ਸੰਤ ਗਿਆਨੀ ਜਰਨੈਲ ਸਿੰਘ ਜੀ ਆਪਣੇ ਪੂਰਵ ਅਧਿਕਾਰੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪ੍ਰਤੀ ਸ਼ਰਧਾ ਤੇ ਨੇੜਤਾ ਜਥੇ ਵਿੱਚ ਪ੍ਰਚਲਿਤ ਇੱਕ ਗਾਥਾ ਦੇ ਤੁਲ ਹੈ। ਇਹੋ ਕਾਰਨ ਸੀ ਕਿ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਕਥਾ ਦੌਰਾਨ ਵੀ ਕਈ ਵਾਰੀ ਕਿਸੇ ਸੇਵਾ ਸਿਮਰਨ ਵਾਲੇ ਸਿੱਖ ਦੇ ਉਦਾਹਰਣ ਦੇਣ ਲਈ ਸੰਤ ਗਿਆਨੀ ਜਰਨੈਲ ਸਿੰਘ ਜੀ ਦਾ ਸਤਿਕਾਰ ਨਾ ਕੇਵਲ ਜਥੇ ਵਿੱਚ ਸਗੋਂ ਜਥੇ ਦੇ ਨਿਕਟਵਰਤੀ ਸ਼ਰਧਾਲੂ ਸਿੱਖਾਂ ਵਿੱਚ ਵੀ ਵੱਧ ਗਿਆ ਸੀ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਨਾਲ ਇੰਨੀ ਲਗਨ ਸੀ ਕਿ 3 ਅਗਸਤ 1977 ਈਸਵੀ ਨੂੰ ਜਦੋਂ ਆਪ ਜਥੇ ਸਮੇਤ ਮਲਸੀਹਾਂ ਤੋਂ ਸੋਲਨ ਜਾਣ ਲੱਗੇ ਤਾਂ ਤੜਕਸਾਰ ਭਾਈ ਰਾਮ ਸਿੰਘ ਰਾਗੀ ਕੇਸੀ ਇਸ਼ਨਾਨ ਕਰਕੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੀ ਸਰੀਰਕ ਤੇ ਆਤਮਿਕ ਚੜ੍ਹਦੀ ਕਲਾ ਲਈ ਚੌਪਈ ਸਾਹਿਬ ਦਾ ਪਾਠ ਕਰ ਰਹੇ ਸਨ ਕਿ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਕੋਲ ਆ ਖੜੇ ਹੋਏ ਅਤੇ ਪੁੱਛਿਆ, ਸਾਨੂੰ ਕੀ ਹੋਇਆ ਹੈ? ਸਾਡੇ ਪਾਠ ਕਰੀ ਜਾਂਦੇ ਹੋ। ਅਸੀਂ ਠੀਕ ਠਾਕ ਹਾਂ ਭਾਈ। ਸੰਤ ਗਿਆਨੀ ਜਰਨੈਲ ਸਿੰਘ ਰੋਡੇ ਦੇ ਪਾਠ ਕਰਿਆ ਕਰੋ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੇ ਇਹ ਬਚਨ ਆਪਣਾ ਅੰਤਿਮ ਸਮਾਂ ਨੇੜੇ ਹੋਣ ਦੇ ਪ੍ਰਤੀਕ ਸਨ ਜਾਂ ਭਵਿੱਖ ਵਿੱਚ ਟਕਸਾਲ ਦੀ ਜ਼ਿੰਮੇਵਾਰੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਤੇ ਪਾਉਣ ਦੇ ਪ੍ਰਤੀਕ ਸਨ। ਇਹ ਗੱਲ ਅੱਜ ਤੱਕ ਭੇਦ ਬਣੀ ਹੋਈ ਹੈ। ਸੱਚਖੰਡ ਗਮਨ ਪਿੰਡ ਮਲਸੀਹਾਂ ਸਰਦਾਰ ਗਿਆਨ ਸਿੰਘ ਜੀ ਦੇ ਘਰ ਉਤਾਰਾ ਸੀ। ਸੰਤ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਵੀ ਦਰਸ਼ਨ ਦਿੱਤੇ। ਅਗਲੇ ਪ੍ਰੋਗਰਾਮ ਅਨੁਸਾਰ ਸੋਲਨ ਜਾਣ ਤੋਂ ਪਹਿਲਾਂ ਕਥਾ ਸਮੇਂ ਰਾਗੀ ਰਾਮ ਸਿੰਘ ਜੀ, ਭਾਈ ਗੁਰਸ਼ਰਨ ਸਿੰਘ ਜੀ, ਭਾਈ ਸੁਰਜੀਤ ਸਿੰਘ ਜੀ ਤੇ ਭਾਈ ਗੁਰਮੇਲ ਸਿੰਘ ਜੀ ਹਜੂਰੀ ਜਥੇ ਪਾਸੋਂ ਬਾਹੁਰ ਹਮ ਕਾਹੇ ਆਵਹੇਗੇ, ਆਵਨ ਜਾਨਾ ਹੁਕਮ ਤਿਸੈ ਕਾ, ਹੁਕਮੈ ਬੁੱਝ ਸਮਾਵਹੇਗੇ। ਆਪ ਆਗਿਆ ਕਰਕੇ ਕੀਰਤਨ ਸੁਣਿਆ। ਫਿਰ 1.5 ਘੰਟਾ ਰੱਜ ਕੇ ਕਥਾ ਕੀਤੀ। ਸੈਂਕੜੇ ਪ੍ਰੇਮੀਆਂ ਕਥਾ ਦਾ ਅਕਹਿ ਰਸ ਪ੍ਰਾਪਤ ਕੀਤਾ। ਅਖੀਰ ਸਾਰੇ ਜਥੇ ਪਾਸੋਂ ਅਤੇ ਸੰਗਤਾਂ ਪਾਸੋਂ ਹੱਥ ਜੋੜ ਕੇ ਮੁਆਫੀ ਮੰਗੀ। ਕੜਾਹ ਪ੍ਰਸ਼ਾਦ ਵਰਤਣ ਸਮੇਂ ਸੰਤਾਂ ਨੇ ਆਪ ਇਹ ਧਾਰਨਾ ਪੜੀ, ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ। ਅਤੇ ਸਾਰੀ ਸੰਗਤ ਤੋਂ ਪੜ੍ਹਾਈ ਤੁਰਨ ਸਮੇਂ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਵੀ ਸਾਡੇ ਨਾਲ ਚੱਲੋ। ਤਾਂ ਬਾਬਾ ਜੀ ਨੇ ਪਿਆਰ ਨਾਲ ਕਿਹਾ, ਆਪ ਜੀ ਚੱਲੋ, ਸਾਨੂੰ ਅਜੇ ਸਤਿਗੁਰਾਂ ਦੀ ਆਗਿਆ ਨਹੀਂ ਹੋਈ। ਜਥੇ ਸਮੇਤ ਸੋਲਨ ਵੱਲ 3 ਅਗਸਤ ਨੂੰ ਤੁਰੇ। ਲੁਧਿਆਣੇ ਨੇੜੇ ਜਾ ਕੇ ਕਾਰ ਖਲਿਆਰ ਕੇ ਸੇਵਕ ਨਾਲ ਸੀਟ ਬਦਲੀ। ਅਜੇ ਥੋੜੀ ਦੂਰ ਹੀ ਗਏ ਸਨ ਕਿ ਕਾਰ ਦਾ ਐਕਸੀਡੈਂਟ ਹੋ ਗਿਆ। ਮਹਾਂਪੁਰਖ ਸਖਤ ਜ਼ਖਮੀ ਹੋ ਗਏ। ਹੋਰ ਕਿਸੇ ਸਿੰਘ ਨੂੰ ਕੋਈ ਸੱਟ ਨਾ ਲੱਗੀ। ਸੰਤਾਂ ਕਿਹਾ ਕਿ ਮੇਰਾ ਸਰੀਰ ਮਹਿਤੇ ਲੈ ਚੱਲੋ, ਪਰ ਬਹੁਤ ਖਤਰਨਾਕ ਸੱਟਾਂ ਦੇਖ ਕੇ ਲੁਧਿਆਣੇ ਮਿਸ ਬਾਰੂਨ ਹਸਪਤਾਲ ਵਿੱਚ ਸੰਤਾਂ ਦੇ ਸਰੀਰ ਨੂੰ ਦਾਖਲ ਕਰਵਾਇਆ ਗਿਆ। ਇਹ ਖਬਰ ਪੇਪਰਾਂ ਰਾਹੀਂ ਸਾਰੇ ਪੰਜਾਬ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਹਰ ਸਿੱਖ ਦਾ ਹਿਰਦਾ ਵਿਲੁੰਦਰਿਆ ਗਿਆ। ਹੁਣ ਕੀ ਬਣੂ? ਕੌਣ ਦਿਖਾਊ ਕਾਲੇ ਹਨੇਰਿਆਂ ਨੂੰ ਚਿਰਾਗ? ਧਰੂਹ ਵਾਂਗ ਚਮਕਦਾ ਆਸਾਂ ਦਾ ਸੂਰਜ ਪਹੋ ਫੁੱਟਣ ਤੋਂ ਪਹਿਲਾਂ ਹੀ ਕਿਉਂ ਡੁੱਬ ਚੱਲਿਆ? ਸੰਗਤਾਂ ਨੇ ਲੁਧਿਆਣੇ ਵੱਲ ਵਹੀਰਾਂ ਘੱਤ ਦਿੱਤੀਆਂ। ਮਿਸ ਬਾਰੂਨ ਹਸਪਤਾਲ ਦੇ ਅੰਦਰਲੇ ਵਾਰਡਾਂ ਤੋਂ ਖੱਬੇ ਪਾਸੇ ਖੁੱਡ ਮੋਹਲਾ ਚੌਂਕ ਅਤੇ ਸੱਜੇ ਪਾਸੇ ਪੁਰਾਣੀ ਜੇਲ੍ਹ ਦੀਆਂ ਬਰੂਹਾਂ ਤੱਕ ਚਿੰਤਾਤੁਰ ਚਿਹਰਿਆਂ ਦਾ ਮੇਲਾ ਜਿਹਾ ਲੱਗਾ ਗਿਆ। ਸੰਤ ਜੀ ਕਿਵੇਂ ਹਨ? ਬਾਬਾ ਜੀ ਦਾ ਕੀ ਹਾਲ ਹੈ? ਖਾਲਸਾ ਜੀ ਦੀ ਕੀ ਖਬਰ ਹੈ? ਫਿਕਰਮੰਦ ਚਿਹਰੇ ਇੱਕ ਦੂਜੇ ਸਾਹਮਣੇ ਸਵਾਲੀਆ ਨਿਸ਼ਾਨ ਦਾ ਰੂਪ ਧਾਰੀ ਖੜੇ ਸਨ। ਸੰਤ ਜੀ 13 ਦਿਨ ਹਸਪਤਾਲ ਰਹੇ। ਸੰਗਤਾਂ 13 ਦਿਨ ਹੀ ਹੁਮਾ ਕੇ ਆਉਂਦੀਆਂ ਰਹੀਆਂ। ਹਰ ਚੜ੍ਹਦੇ ਸੂਰਜ ਸੰਗਤਾਂ ਦੀ ਗਿਣਤੀ ਦੁੱਗਣੀ ਹੋ ਜਾਂਦੀ ਅਤੇ ਹਰ ਚਮਕਦੇ ਚੰਦ ਚੌਗੁਣੀ। ਭਾਈ ਜਰਨੈਲ ਸਿੰਘ ਜੀ ਬਾਅਦ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ 8 ਪਹਿਰ ਮਹਾਂਪੁਰਖਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ। ਹਸਪਤਾਲ ਵਿੱਚ
13 ਦਿਨ ਨਾਮ ਬਾਣੀ ਦਾ ਨਿਰੰਤਰ ਪ੍ਰਵਾਹ ਚੱਲਦਾ ਰਿਹਾ। ਸੰਤ ਜੀ ਦੇ ਨਜ਼ਦੀਕ ਬੈਠੇ ਦਮਦਮੀ ਟਕਸਾਲ ਦੇ ਵਿਦਿਆਰਥੀ 13 ਦਿਨ ਹੀ ਜਪਜੀ ਸਾਹਿਬ ਅਤੇ ਚੌਪਈ ਸਾਹਿਬ ਦਾ ਅਖੰਡ ਪਾਠ ਕਰਦੇ ਰਹੇ। ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਵੀ ਸ੍ਰੀ ਅਖੰਡ ਪਾਠਾਂ ਦਾ ਪ੍ਰਵਾਹ ਸੰਤਾਂ ਦੀ ਦੇਹ ਅਰੋਗਤਾ ਲਈ ਆਰੰਭ ਸੀ। ਸਾਰੇ ਸਿੱਖ ਜਗਤ ਵਿੱਚ ਅਰਦਾਸਾਂ, ਅਖੰਡ ਪਾਠ, ਸਹਿਜ ਪਾਠ, ਬਾਣੀਆਂ ਦੇ ਨਿਤਨੇਮ ਜਾਰੀ ਸਨ। ਐਕਸੀਡੈਂਟ ਤੋਂ 13 ਦਿਨ ਉਪਰੰਤ 16 ਅਗਸਤ 1977 ਈਸਵੀ ਨੂੰ 13 ਦਾ ਜਾਪ ਕਰਦੇ 13 ਕੀਆ ਮੀਠਾ ਲਾਗਿਆ ਦਾ ਸ਼ਬਦ ਗੁਣ ਗੁਣਾਉਂਦੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ 13 ਦੇ ਰੂਪ ਵਿੱਚ ਸਦਾ ਲਈ ਲੀਨ ਹੋ ਗਏ। 45 ਵਰ੍ਹਿਆਂ ਦੀ ਇੱਕ ਰਸ ਤਪੱਸਿਆ ਕਰਨ ਉਪਰੰਤ ਆਤਮਾ ਦੀ ਜੋਤ ਪਰਮਾਤਮਾ ਦੀ ਜੋਤ ਵਿੱਚ ਸਮਾ ਗਈ। ਜਿਉਂ ਹੀ ਸੰਤਾਂ ਦੇ ਚੜ੍ਹਾਈ ਕਰ ਜਾਣ ਬਾਰੇ ਸੰਗਤਾਂ ਨੇ ਸੁਣਿਆ, ਆਪ ਮੁਹਾਰਾ ਨੇਤਰਾਂ ਤੋਂ ਜਲ ਵਹਿ ਤੁਰਿਆ। ਅੱਖਾਂ ਅੱਗੇ ਅੰਧੇਰਾ ਹੀ ਅੰਧੇਰਾ ਨਜ਼ਰ ਆਵੇ। ਹਸਪਤਾਲ ਵਿੱਚ ਅਤੇ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ ਹੋ ਗਿਆ। ਮਹਾਂਪੁਰਖਾਂ ਦੇ ਸਰੀਰ ਨੂੰ 16 ਅਗਸਤ ਨੂੰ ਹੀ ਜਲੂਸ ਦੀ ਸ਼ਕਲ ਵਿੱਚ ਪਿੰਡ ਮਹਿਤੇ ਟਕਸਾਲ ਦੇ ਹੈੱਡਕੁਆਰਟਰ ਤੇ ਲੈ ਆਂਦਾ। ਹਜ਼ਾਰਾਂ ਸੰਗਤਾਂ ਨੇ ਰਸਤੇ ਵਿੱਚ ਸੰਤਾਂ ਦੇ ਸਰੀਰ ਦੇ ਸੱਜਲ ਨੇਤਰਾਂ ਨਾਲ ਦਰਸ਼ਨ ਕੀਤੇ, ਸ਼ਰਧਾ ਦੇ ਫੁੱਲ ਭੇਟ ਕੀਤੇ। ਸਾਰੀ ਰਾਤ ਸੰਤਾਂ ਦੇ ਸਰੀਰ ਕੋਲ ਕੀਰਤਨ ਹੁੰਦਾ ਰਿਹਾ। ਵਾਹਿਗੁਰੂ ਸਿਮਰਨ ਦਾ ਜਾਪ ਸੰਗਤਾਂ ਕਰਦੀਆਂ ਰਹੀਆਂ। 17 ਅਗਸਤ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ ਠਾਠਾਂ ਮਾਰਦੇ ਸਮੁੰਦਰ ਵਾਂਗ ਦਿਸ ਰਿਹਾ ਸੀ। ਸੰਤਾਂ ਦਾ ਸਾਰਾ ਪਰਿਵਾਰ ਕੋਲ ਸੀ। ਸਾਰੀਆਂ ਜਥੇਬੰਦੀਆਂ ਹਾਜ਼ਰ ਸਨ। ਸੰਤਾਂ ਦੇ ਸਰੀਰ ਦਾ ਇਸ਼ਨਾਨ ਕਰਾਇਆ ਗਿਆ। ਕਕਾਰ ਤੇ ਬਸਤਰ ਸਜਾਏ ਗਏ। ਚਿਖਾ ਚਿਣੀ ਗਈ। ਚੰਦਨ ਦੀਆਂ ਲੱਕੜਾਂ, ਘਿਓ, ਧੂਪ ਆਦਿ ਸਮੱਗਰੀ ਤਿਆਰ ਸੀ। ਵੈਰਾਗਮਈ ਕੀਰਤਨ ਸੱਜਲ ਨੇਤਰਾਂ ਨਾਲ ਅਤੇ ਰਸ ਭਿੰਨੀ ਆਵਾਜ਼ ਵਿੱਚ ਹਜ਼ੂਰੀ ਜਥਾ ਭਾਈ ਰਾਮ ਸਿੰਘ ਜੀ, ਭਾਈ ਗੁਰਸ਼ਰਨ ਸਿੰਘ ਜੀ ਤੇ ਭਾਈ ਗੁਰਮੇਲ ਸਿੰਘ ਜੀ ਕਰ ਰਹੇ ਸਨ। ਮਰਨ ਮਨਸਾ ਸੂਰਿਆ ਹੱਕ ਹੈ, ਜੇ ਹੋਏ ਮਰਨ ਪਰਵਾਣੋ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਇਹ ਤਉ ਚਲਤ ਭਇਆ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦਾ ਸਰੀਰ ਚਿਖਾ ਤੇ ਸਜਾ ਦਿੱਤਾ। ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ। ਪਰਿਵਾਰ ਨੇ ਚਿਖਾ ਨੂੰ ਅਗਨੀ ਪ੍ਰਕਾਸ਼ ਕੀਤੀ। ਕੀਰਤਨ ਸੋਹਿਲੇ ਦਾ ਪਾਠ ਹੋਇਆ। ਅਰਦਾਸ ਉਪਰੰਤ ਸਾਰੀ ਸੰਗਤ ਗੁਰਦੁਆਰੇ ਪੁੱਜੀ। ਅਲਾਹਣੀਆਂ ਦਾ ਪਾਠ ਕੀਤਾ ਗਿਆ। ਅਰਦਾਸ ਉਪਰੰਤ ਇਹ ਸ੍ਰੀ ਮੁਖਵਾਕ ਆਇਆ। ਧਨਾਸਰੀ ਮਹੱਲਾ ਪੰਜਵਾਂ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਸ੍ਰੀ ਅਖੰਡ ਪਾਠਾਂ ਦਾ ਪ੍ਰਵਾਹ ਇੱਕ ਰਸ ਚੱਲ ਰਿਹਾ ਸੀ। ਸੰਤਾਂ ਦੇ ਸੰਸਕਾਰ ਤੋਂ ਤੀਜੇ ਦਿਨ ਪੰਜਾਂ ਸਿੰਘਾਂ ਨੇ ਅਰਦਾਸ ਕਰਕੇ ਸਾਰੀ ਚਿਖਾ ਦੀ ਰਾਖ ਬੋਰੀ ਵਿੱਚ ਪਾ ਕੇ ਜਲ ਪ੍ਰਵਾਹ ਕਰ ਦਿੱਤੀ। ਦਸਤਾਰਬੰਦੀ ਦੀ ਰਸਮ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੇ ਅਕਾਲ ਚਲਾਣੇ ਉਪਰੰਤ ਦਮਦਮੀ ਟਕਸਾਲ ਦੇ ਮੁਖੀ ਦੀ ਨਾਮਜ਼ਦਗੀ ਸੰਬੰਧੀ ਚਰਚਾ ਚੱਲਣੀ ਸੁਭਾਵਿਕ ਸੀ। ਜਥੇ ਦੇ ਪ੍ਰਮੁੱਖ ਸੇਵਕਾਂ ਭਾਈ ਰਛਪਾਲ ਸਿੰਘ ਜੀ, ਭਾਈ ਰਾਮ ਸਿੰਘ ਰਾਗੀ ਅਤੇ ਭਾਈ ਗੁਰਮੁਖ ਸਿੰਘ ਭਾਵ ਭਤੀਜਾ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੇ ਗੰਭੀਰ ਵਿਚਾਰ ਕੀਤੀ, ਕਿਉਂਕਿ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦੀਆਂ ਭੇਦ ਭਰੀਆਂ ਬਖਸ਼ਿਸ਼ਾਂ ਅਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੀਆਂ ਪ੍ਰਤੱਖ ਅਤੇ ਗੁਪਤ ਰਮਜ਼ਾਂ ਰਾਹੀਂ ਸਮੇਂ-ਸਮੇਂ ਬਖਸ਼ਿਸ਼ਾਂ ਨੂੰ ਮੁੱਖ ਰੱਖਦਿਆਂ ਅਤੇ ਬਾਕੀ ਸਹਿਯੋਗੀਆਂ ਨਾਲ ਸਲਾਹ ਉਪਰੰਤ ਸੰਤ ਗਿਆਨੀ ਜਰਨੈਲ ਸਿੰਘ ਰੋਡੇ ਨੂੰ ਟਕਸਾਲ ਦਾ ਮੁਖੀ ਬਣਾਉਣ ਸੰਬੰਧੀ ਸਹਿਮਤੀ ਹੋ ਗਈ। ਇਸ ਮਤ ਅਨੁਸਾਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੀ ਦੇਹ ਦੇ ਸੰਸਕਾਰ ਉਪਰੰਤ ਜਥੇ ਦੇ 45-94 ਸੇਵਕਾਂ ਦਾ ਇਕੱਠ ਹੋਇਆ, ਜਿਸ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਰੋਡੇ ਦਾ ਨਾਮ ਪੇਸ਼ ਕੀਤਾ ਗਿਆ। ਸੰਤ ਗਿਆਨੀ ਜਰਨੈਲ ਸਿੰਘ ਆਪ ਵੀ ਇਸ ਮੀਟਿੰਗ ਵਿੱਚ ਸ਼ਾਮਲ ਸਨ, ਪਰੰਤੂ ਉਹਨਾਂ ਨੇ ਇਹ ਜ਼ਿੰਮੇਵਾਰੀ ਲੈਣ ਤੋਂ ਨਾਂਹ ਕੀਤੀ। ਸੰਤ ਗਿਆਨੀ ਜਰਨੈਲ ਸਿੰਘ ਜੀ ਉਸ ਸਮੇਂ ਵਧੇਰੇ ਵਿਰਾਗ ਵਿੱਚ ਸਨ।
ਜਿਸ ਕਾਰਨ ਉਹਨਾਂ ਵਧੇਰੇ ਨਾਹ ਨੁੱਕਰ ਕੀਤੀ। ਇਸ ਇਕੱਠ ਵਿੱਚ ਬਾਪੂ ਹਰਨਾਮ ਸਿੰਘ ਜੀ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੇ ਤਾਏ ਦੇ ਪੁੱਤਰ ਭਰਾ, ਗਿਆਨੀ ਦਲੀਪ ਸਿੰਘ ਜੀ ਕਥਾਵਾਚਕ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ, ਗਿਆਨੀ ਜੋਗਿੰਦਰ ਸਿੰਘ ਜੀ ਗ੍ਰੰਥੀ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ, ਭਾਈ ਅਮਰੀਕ ਸਿੰਘ ਜੀ ਅਤੇ ਉਹਨਾਂ ਦੇ ਦੋ ਚਾਚੇ ਭਾਈ ਦੀਦਾਰ ਸਿੰਘ ਜੀ ਤੇ ਭਾਈ ਜਗਤਾਰ ਸਿੰਘ ਜੀ, ਭਾਈ ਜਰਨੈਲ ਸਿੰਘ ਜੀ ਸੇਖੂਪੁਰਾ, ਭਾਈ ਰਾਮ ਸਿੰਘ ਜੀ ਰਾਗੀ, ਭਾਈ ਰਛਪਾਲ ਸਿੰਘ ਜੀ, ਭਾਈ ਜਰਨੈਲ ਸਿੰਘ ਜੀ, ਭਾਈ ਗੁਰਮੁਖ ਸਿੰਘ ਜੀ ਗੜਵਈ, ਭਤੀਜਾ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਹਾਜ਼ਰ ਸਨ। ਦਿਲਚਸਪ ਗੱਲ ਇਹ ਹੈ ਕਿ 45 ਸਿੰਘਾਂ ਦੀ ਇਸ ਮੀਟਿੰਗ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਦਾ ਨਾਮ ਪੇਸ਼ ਹੁੰਦੇ ਸਾਰ ਹੀ ਸਰਬਸੰਮਤੀ ਹੋ ਗਈ ਤੇ ਹਰ ਇੱਕ ਨੇ ਇਕੱਲੇ ਇਕੱਲੇ ਭਾਸ਼ਣ ਕਰਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰ ਟਕਸਾਲ ਦੀ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ। ਇਹਨਾਂ ਭਾਸ਼ਣਾਂ ਦੇ ਟੇਪ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਵਿਖੇ ਉਪਲਬਧ ਹਨ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਵੱਲੋਂ ਵਾਰ-ਵਾਰ ਨਾਂਹ ਕਰਨ ਤੇ ਉਹਨਾਂ ਨੂੰ ਕਿਹਾ ਗਿਆ ਕਿ ਜੇ ਉਹਨਾਂ ਨੇ ਨਾਂਹ ਜਾਰੀ ਰੱਖੀ ਤਾਂ 5 ਸਿੰਘ 5 ਪਿਆਰਿਆਂ ਦੇ ਰੂਪ ਵਿੱਚ ਹੁਕਮ ਜਾਰੀ ਕਰਕੇ ਉਹਨਾਂ ਨੂੰ ਟਕਸਾਲ ਦੀ ਸੇਵਾ ਸੰਭਾਲਣ ਲਈ ਕਹਿਣਗੇ। ਸੰਤ ਗਿਆਨੀ ਜਰਨੈਲ ਸਿੰਘ ਨੂੰ ਸਿੱਖੀ ਰਵਾਇਤ ਅਤੇ ਮਰਜ਼ਾਦਾ ਅੱਗੇ ਸੀਸ ਝੁਕਾਉਣਾ ਪਿਆ ਅਤੇ ਇਸ ਤਰ੍ਹਾਂ ਸੰਤ ਗਿਆਨੀ ਜਰਨੈਲ ਸਿੰਘ ਰੋਡੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਬਣ ਕੇ ਦਮਦਮੀ ਟਕਸਾਲ ਅਥਵਾ ਭਿੰਡਰਾਂ ਵਾਲੇ ਟਕਸਾਲ ਦੇ ਮੁਖੀ ਬਣੇ। ਦੇਵਨੇਤ ਹੀ ਇਸ ਵੇਲੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਭਾਈ ਮਾਨ ਸਿੰਘ ਜੀ, ਜੋ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਵੱਲੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੂੰ ਬਖਸ਼ਿਸ਼ ਕਰਨ ਵੇਲੇ ਹਾਜ਼ਰ ਸਨ ਅਤੇ ਬਖਸ਼ਿਸ਼ ਦੀ ਅਰਦਾਸ ਉਹਨਾਂ ਆਪ ਕੀਤੀ ਸੀ, ਵੀ ਆ ਪਹੁੰਚੇ ਅਤੇ ਉਹਨਾਂ ਨੇ ਤਖਤ ਸਾਹਿਬ ਤੋਂ ਲਿਆਂਦਾ ਸਿਰੋਪਾਓ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਦੇ ਸੀਸ ਤੇ ਸਜਾ ਦਿੱਤਾ। ਇਸ ਪਿੱਛੋਂ ਗੁਰਦੁਆਰਾ ਸਾਹਿਬ ਵਿਖੇ ਭਾਈ ਮਾਨ ਸਿੰਘ ਜੀ ਨੇ ਹੀ ਅਰਦਾਸ ਕੀਤੀ ਅਤੇ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਵਿੱਚੋਂ ਹੁਕਮਨਾਮਾ ਲਿਆ ਗਿਆ। ਹੁਕਮਨਾਮਾ ਭਾਈ ਹਰਚਰਨ ਸਿੰਘ ਜੀ ਮੁਕਤਾ ਨੇ ਲਿਆ, ਜੋ ਇਸ ਪ੍ਰਕਾਰ ਸੀ। ਗੁਰ ਸੇਵਾ ਤੇ ਨਾਮੇ ਲਾਗਾ, ਤਿਸ ਕਉ ਮਿਲਿਆ ਜਿਸ ਮਸਤਕ ਭਾਗਾ। 25 ਅਗਸਤ 1977 ਈਸਵੀ ਨੂੰ ਇਤਿਹਾਸਕ ਦੁਸਹਿਰੇ ਦੇ ਦਿਨ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ ਹੋਇਆ। ਇਹ ਇਕੱਠ ਸਾਰੀਆਂ ਸੰਪਰਦਾਇ ਦੇ ਸਾਧੂ ਮਹਾਤਮਾ, ਧਾਰਮਿਕ ਜਥੇਬੰਦੀਆਂ, ਨਿਹੰਗ ਸਿੰਘਾਂ ਦੇ ਦਲਾਂ, ਸਿੱਖ ਕੌਮ ਦੇ ਮੁਖੀਆਂ ਦਾ ਸੀ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੀ ਟਕਸਾਲ ਦੀ ਸੇਵਾ, ਸਿੱਖ ਕੌਮ ਦੀ ਸੇਵਾ, ਦੇਹ ਧਾਰੀਆਂ ਨਾਲ ਟਕਰਾਓ ਦੀ ਗਾਥਾ ਅਤੇ ਹੋਰ ਅਨੇਕ ਸੇਵਾਵਾਂ ਸੰਬੰਧੀ ਜ਼ਿਕਰ ਕਰਕੇ ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਭਰੇ ਦੀਵਾਨ ਵਿੱਚ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੀ ਥਾਂ ਉਹਨਾਂ ਦੇ ਪ੍ਰਮੁੱਖ ਵਿਦਿਆਰਥੀ, ਮਹਾਨ ਤਿਆਗੀ, ਵੈਰਾਗੀ, ਸਿਮਰਨ ਅਭਿਆਸੀ ਸ੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਨੂੰ ਹੋਏ ਫੈਸਲੇ ਅਨੁਸਾਰ ਸ੍ਰੀ ਦਮਦਮੀ ਟਕਸਾਲ ਦਾ ਮੁਖੀ ਥਾਪਿਆ ਗਿਆ। ਸਾਰੀਆਂ ਸੰਪਰਦਾਵਾਂ, ਸਿੱਖ ਜਥੇਬੰਦੀਆਂ, ਸਾਰੇ ਸਾਧੂ ਸਮਾਜ, ਧਾਰਮਿਕ ਮੁਖੀਆਂ ਅਤੇ ਤਖਤਾਂ ਵੱਲੋਂ ਸਿਰੋਪਾਓ ਬਖਸ਼ਿਸ਼ ਕੀਤੇ ਗਏ। ਬੜਾ ਵੱਡਾ ਭੰਡਾਰਾ ਹੋਇਆ। ਰਾਗੀਆਂ, ਢਾਡੀਆਂ, ਪ੍ਰਚਾਰਕਾਂ ਨੇ ਹਾਜ਼ਰੀਆਂ ਭਰੀਆਂ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੇ ਜੀਵਨ ਵਿੱਚ 13 ਦੀ ਵਿਸ਼ੇਸ਼ਤਾ। ਨੰਬਰ 1, ਵੱਡੇ ਮਹਾਂਪੁਰਖ ਜਥੇ ਸਮੇਤ 13 ਵਾਰ ਪ੍ਰੋਗਰਾਮ ਬਣਾ ਕੇ ਪਿੰਡ ਭੂਰੇ ਗਏ ਸਨ। ਨੰਬਰ 2, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੇ 13ਵੀਂ ਜਮਾਤ ਵਿੱਚ ਦਾਖਲਾ ਲੈ ਕੇ ਅੱਗੇ ਪੜ੍ਹਾਈ ਨਹੀਂ ਕੀਤੀ। ਨੰਬਰ 3, ਵੱਡੇ ਮਹਾਂਪੁਰਖਾਂ ਕੋਲ ਜਥੇ ਵਿੱਚ ਪੜ੍ਹਾਈ ਸਮੇਂ ਸਭ ਤੋਂ ਪਹਿਲਾਂ ਅਗੰਮੀ ਬਖਸ਼ਿਸ਼ ਦਾ ਪ੍ਰਗਟਾਵਾ ਸਨ 1964 ਈਸਵੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਉੱਪਰਲੀ ਮੰਜ਼ਿਲ ਤੇ 13 ਅਪ੍ਰੈਲ ਵਿਸਾਖੀ ਦੇ ਗੁਰਪੁਰਬ ਸਮੇਂ ਕੀਤਾ। ਨੰਬਰ 4, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਦੁਆਰਾ ਹੱਟ ਸਾਹਿਬ ਸੁਲਤਾਨਪੁਰ ਵਿਖੇ 13 ਦੀਆਂ ਧਾਰਨਾ ਨਾਲ ਗਰੀਬਾਂ ਦੀਆਂ ਝੋਲੀਆਂ ਭਰਨ ਵਾਲੇ ਅਸਥਾਨ ਤੇ ਜਦ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ
ਵੱਡੇ ਮਹਾਂਪੁਰਖਾਂ ਨੂੰ ਨਿਤਨੇਮ ਦਾ ਪਾਠ ਸੁਣਾ ਰਹੇ ਸਨ ਤਾਂ ਵੱਡੇ ਮਹਾਂਪੁਰਖਾਂ ਨੇ ਕਿਹਾ, ਕਰਤਾਰ ਸਿੰਘ ਜੀ, ਅੱਜ ਇੱਥੇ ਤੇਰੀ ਝੋਲੀ ਬਖਸ਼ਿਸ਼ ਨਾਲ ਗੁਰੂ ਘਰੋਂ ਭਰਾ ਦੇਈਏ। ਕੋਲ ਹੋਰ ਵੀ ਸਿੰਘ ਸਨ। ਜਦੋਂ ਅੱਗੇ ਟਕਸਾਲ ਚਲਾਉਣ ਦੀ ਬਖਸ਼ਿਸ਼ ਦੇ ਬਚਨ ਕੀਤੇ ਸਨ। ਨੰਬਰ 5, ਤਖਤ ਸ੍ਰੀ ਪਟਨਾ ਸਾਹਿਬ ਵਿੱਚ ਗੁਰਪੁਰਬ ਤੇ ਟਕਸਾਲ ਦੀ ਭਰੇ ਦਰਬਾਰ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ ਬਖਸ਼ਿਸ਼ ਕਰਕੇ ਤਖਤ ਦੀਆਂ 13 ਪ੍ਰਕਰਮਾਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੂੰ ਆਪ ਨਾਲ ਲੈ ਕੇ ਕੀਤੀਆਂ। ਨੰਬਰ 6, ਸ੍ਰੀ ਦਮਦਮੀ ਟਕਸਾਲ ਦੇ ਜਥੇਦਾਰ ਵੀ ਆਪ ਜੀ 13ਵੇਂ ਸਨ। ਨੰਬਰ 7, ਵੱਡੇ ਮਹਾਂਪੁਰਖਾਂ ਦਾ ਸਰੀਰ ਵੀ 13 ਸਾਲ ਢਿੱਲਾ ਰਿਹਾ ਸੀ। ਨੰਬਰ 8, ਵੱਡੇ ਮਹਾਂਪੁਰਖਾਂ ਨੇ ਪਿੰਡ ਮਹਿਤੇ ਅਖੀਰਲੀ ਰਾਤ ਦੀ ਕਥਾ ਕਰਕੇ 13 ਪ੍ਰਕਰਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਰਕੇ ਕਿਹਾ ਸੀ, ਕਰਤਾਰ ਸਿੰਘ ਜੀ, ਦਾਸ ਸਾਰੀ ਉਮਰ ਨਿਤਨੇਮ ਕਰਨ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 13 ਪ੍ਰਕਰਮਾਂ ਕਰਦਾ ਹੁੰਦਾ ਸੀ। ਨੰਬਰ 9, ਸੰਤ ਗਿਆਨੀ ਕਰਤਾਰ ਸਿੰਘ ਜੀ ਦਾ ਐਕਸੀਡੈਂਟ 3 ਅਗਸਤ ਨੂੰ ਹੋਇਆ ਅਤੇ ਆਪ 13 ਦਿਨ ਹਸਪਤਾਲ ਵਿੱਚ ਇਲਾਜ ਕਰਾ ਕੇ 16 ਅਗਸਤ ਨੂੰ ਸੱਚਖੰਡ ਗਮਨ ਕਰ ਗਏ। ਹਸਪਤਾਲ ਵਿੱਚ ਰਹਿਣ ਦੇ ਇਹ 13 ਦਿਨ ਬਣੇ। ਨੰਬਰ 10, ਇਸੇ 13 ਨੂੰ ਮੁੱਖ ਰੱਖ ਕੇ ਇਸ ਪੁਸਤਕ ਦਾ ਨਾਮ ਦਮਦਮੀ ਟਕਸਾਲ ਦੇ 13ਵੇਂ ਮੁਖੀ ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਮਹਿਤਾ ਵਾਲਿਆਂ ਦਾ ਪਵਿੱਤਰ ਜੀਵਨ ਰੱਖਿਆ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ। 6ਵਾਂ ਕਾਂਡ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਦਾ ਤੂਫਾਨੀ ਪ੍ਰਚਾਰ ਦੌਰਾ। ਦਮਦਮੀ ਟਕਸਾਲ ਦੀ ਸੇਵਾ ਸੰਭਾਲਦੇ ਹੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਨੇ ਸਿੱਖੀ ਪ੍ਰਚਾਰ, ਰਹਿਤ ਧਾਰਨ ਕਰਨ, ਸਿੱਖ ਸਜਾਉਣ, ਦੇਹਧਾਰੀ ਵਿਰੁੱਧ ਪ੍ਰਚਾਰ ਕਰਨ, ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਲਿਆਉਣ ਅਤੇ ਸਿੱਖੀ ਦੀ ਚੜ੍ਹਦੀ ਕਲਾ ਕਰਨ ਦੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਵੱਲੋਂ ਚਲਾਏ ਹੋਏ ਕਾਰਜ ਨੂੰ ਪੂਰਾ ਕਰਨ ਦਾ ਬੀੜਾ ਚੁੱਕਿਆ ਅਤੇ ਇਸ ਕਾਰਜ ਨੂੰ ਪੂਰਾ ਕਰਨ ਲਈ ਵੱਡੀ ਪੱਧਰ ਤੇ ਚੱਕਰਵਰਤੀ ਹੋ ਕੇ ਪ੍ਰਚਾਰ ਕਰਨ ਦਾ ਕੰਮ ਆਰੰਭਿਆ। ਸਭ ਤੋਂ ਪਹਿਲਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਨੇ ਪ੍ਰਚਾਰਕਾਰੀ ਦੌਰਾ ਆਰੰਭ ਕੀਤਾ। ਇਹ ਦੌਰਾ ਉਹਨਾਂ ਥਾਵਾਂ ਦੀਆਂ ਸੰਗਤਾਂ ਨਾਲ ਮੇਲ ਮਿਲਾਪ ਤੇ ਨਿੱਜੀ ਸੰਪਰਕ ਲਈ ਸੀ ਜੋ ਸਿੱਖੀ ਪ੍ਰਚਾਰ ਅਤੇ ਕਥਾ ਕੀਰਤਨ ਸੁਣਨ ਲਈ ਦਮਦਮੀ ਟਕਸਾਲ ਵੱਲ ਦੇਖਦੇ ਸਨ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਨੇ ਅਗਸਤ 1977 ਈਸਵੀ ਤੋਂ ਅਪ੍ਰੈਲ 1978 ਈਸਵੀ ਤੱਕ ਦੇ 8 ਮਹੀਨੇ ਦੇ ਸਮੇਂ ਦੌਰਾਨ ਨਾ ਕੇਵਲ ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ, ਸਗੋਂ ਪੰਜਾਬ ਤੋਂ ਬਾਹਰ ਮੱਧ ਪ੍ਰਦੇਸ਼, ਯੂਪੀ, ਬੰਬਈ, ਕਲਕੱਤਾ ਅਤੇ ਹੋਰ ਰਾਜਾਂ ਦੀਆਂ ਸੰਗਤਾਂ ਵਿੱਚ ਪ੍ਰਚਾਰ ਅਤੇ ਪ੍ਰਚਾਰ ਕੀਤਾ। ਵੱਡਾ ਪ੍ਰਚਾਰ ਦੌਰਾ ਆਰੰਭ ਹੋਣਾ ਹੀ ਸੀ ਕਿ 1978 ਈਸਵੀ ਵਿਸਾਖੀ ਦੇ ਅਵਸਰ ਤੇ ਨਿਰੰਕਾਰੀਆਂ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਵੱਡੇ ਸਮਾਗਮ ਕਰਨ ਦਾ ਐਲਾਨ ਕੀਤਾ ਗਿਆ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਨੇ ਇਸ ਚੈਲੰਜ ਨੂੰ ਪ੍ਰਵਾਨ ਕਰਨਾ ਆਪਣਾ ਪ੍ਰਥਮ ਫਰਜ਼ ਸਮਝਿਆ, ਜਿਸ ਨਾਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਅਥਵਾ ਭਿੰਡਰਾਂ ਵਾਲੇ ਦਾ ਨਾਂ ਨਾ ਕੇਵਲ ਸਿੱਖ ਜਗਤ ਵਿੱਚ ਸਗੋਂ ਸਾਰੇ ਸੰਸਾਰ ਵਿੱਚ ਦੰਦ ਕਥਾ ਬਣ ਗਿਆ ਅਤੇ ਸਮੁੱਚਾ ਸਿੱਖ ਪੰਥ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਨੂੰ ਧਰਮ ਰੱਖਿਅਕ ਵਜੋਂ ਵਡਿਆਉਣ ਲੱਗਾ। ਗੈਰ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਦੇ ਉਭਾਰ ਵਿੱਚ ਸਿਧਾਂਤਵਾਦ, ਕੱਟੜਪੁਣੇ ਅਤੇ ਅੱਤਵਾਦ ਦੀ ਝਲਕ ਲੱਭਣ ਲੱਗੇ, ਪਰੰਤੂ ਇਸ ਸਭ ਵਿੱਚੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਦੀ ਇੱਕ ਵਿਲੱਖਣ ਸ਼ਖਸੀਅਤ ਉੱਭਰੀ। ਇਸ ਕਾਰਨ ਸਿੱਖ ਜਗਤ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਨੂੰ ਧਰਮ ਰੱਖਿਅਕ ਵਜੋਂ ਵਡਿਆਉਣ ਲੱਗਾ, ਪਰੰਤੂ ਇਸ ਸਭ ਵਿੱਚੋਂ ਸੰਤ ਅਤੇ ਦਮਦਮੀ ਟਕਸਾਲ ਦਾ ਸਤਿਕਾਰ ਸਿੱਖ ਹਿਰਦਿਆਂ ਵਿੱਚ ਵੱਧ ਗਿਆ। ਸਾਧ ਸੰਗਤ ਜੀ, ਅਸੀਂ ਪੜ੍ਹਨ ਲੱਗੇ ਹਾਂ ਸੰਪਰਦਾਇ ਪ੍ਰਣਾਲੀ ਦਮਦਮੀ ਟਕਸਾਲ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਜੀ ਸ਼ਹੀਦ
ਅਤੇ ਬਾਬਾ ਦੀਪ ਸਿੰਘ ਜੀ ਸ਼ਹੀਦ, ਇਹਨਾਂ ਦੋਵਾਂ ਮਹਾਂਪੁਰਖਾਂ ਦੀ ਸੇਵਾ ਲਈ ਗੁਰਬਾਣੀ ਪੜ੍ਹਾਉਣ, ਅਰਥ ਪੜ੍ਹਾਉਣ ਦੀ ਟਕਸਾਲਾਂ ਚਲਾਈਆਂ। ਇਸ ਤੋਂ ਬਾਅਦ ਭਾਈ ਮਨੀ ਸਿੰਘ ਜੀ ਸ਼ਹੀਦ ਅਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਤੋਂ ਅੱਗੇ ਭਾਈ ਮਨੀ ਸਿੰਘ ਜੀ ਸ਼ਹੀਦ ਵਾਲੀ ਲਾਈਨ ਦੇ ਵਿੱਚ ਭਾਈ ਦੀਵਾਨ ਸਿੰਘ ਜੀ, ਇਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਸ਼ਹੀਦ, ਉਹਨਾਂ ਵਾਲੀ ਕਤਾਰ ਦੇ ਵਿੱਚ ਭਾਈ ਗੁਰਬਖਸ਼ ਸਿੰਘ ਜੀ ਅਤੇ ਨਾਲ ਹੀ ਭਾਈ ਗੁਰਦਿਆਲ ਸਿੰਘ ਜੀ। ਭਾਈ ਦੀਵਾਨ ਸਿੰਘ ਜੀ, ਭਾਈ ਗੁਰਦਿਆਲ ਸਿੰਘ ਜੀ, ਭਾਈ ਗੁਰਬਖਸ਼ ਸਿੰਘ ਜੀ, ਇਹ ਤਿੰਨਾਂ ਮਹਾਂਪੁਰਖਾਂ ਤੋਂ ਅੱਗੇ, ਭਾਈ ਦੀਵਾਨ ਸਿੰਘ ਜੀ ਤੋਂ ਅੱਗੇ ਭਾਈ ਅਮਰ ਸਿੰਘ ਜੀ, ਭਾਈ ਰਾਮ ਸਿੰਘ ਜੀ, ਭਾਈ ਚੰਦਾ ਸਿੰਘ ਜੀ, ਭਾਈ ਹਜ਼ਾਰਾ ਸਿੰਘ ਜੀ, ਡਾਕਟਰ ਭਾਈ ਵੀਰ ਸਿੰਘ ਜੀ ਹੋਏ ਹਨ। ਭਾਈ ਗੁਰਬਖਸ਼ ਸਿੰਘ ਜੀ ਤੋਂ ਅੱਗੇ ਭਾਈ ਕੌਲ ਸਿੰਘ ਜੀ, ਭਾਈ ਜੱਸਾ ਸਿੰਘ ਜੀ ਹੋਏ ਹਨ। ਭਾਈ ਗੁਰਦਿਆਲ ਸਿੰਘ ਜੀ ਤੋਂ ਅੱਗੇ ਭਾਈ ਸੂਰਤ ਸਿੰਘ ਜੀ, ਫਿਰ ਭਾਈ ਗੁਰਦਾਸ ਸਿੰਘ ਜੀ, ਭਾਈ ਸੰਤ ਸਿੰਘ ਜੀ, ਸੰਤ ਦਇਆ ਸਿੰਘ ਜੀ, ਸੰਤ ਭਗਵਾਨ ਸਿੰਘ ਜੀ ਹੋਏ ਹਨ। ਇਸ ਤੋਂ ਅੱਗੇ ਸੰਤ ਭਗਵਾਨ ਸਿੰਘ ਜੀ ਤੋਂ ਅੱਗੇ ਲੜੀ ਚੱਲਦੀ ਹੈ ਸੰਤ ਹਰਨਾਮ ਸਿੰਘ ਜੀ ਬੇਦੀ, ਸੰਤ ਫਤਿਹ ਚੰਦ ਜੀ ਸ਼ਾਹ ਜੀਵਣੇ ਵਾਲੇ ਅਤੇ ਸੰਤ ਅਮੀਰ ਸਿੰਘ ਜੀ ਗਲੀ ਸੱਤੋ ਵਾਲੀ ਅੰਮ੍ਰਿਤਸਰ ਵਾਲੇ। ਸੰਤ ਅਮੀਰ ਸਿੰਘ ਜੀ ਤੋਂ ਆਪਾਂ ਜੇ ਸ਼ੁਰੂ ਕਰੀਏ ਤਾਂ ਉਹਨਾਂ ਤੋਂ ਅੱਗੇ ਸ਼ੁਰੂ ਹੋਏ ਨੇ ਸੰਤ ਕਿਰਪਾਲ ਸਿੰਘ ਜੀ ਗਲੀ ਸੱਤੋ ਵਾਲੀ ਅੰਮ੍ਰਿਤਸਰ। ਇਹਨਾਂ ਮਹਾਂਪੁਰਖਾਂ ਨੇ ਮਹਾਨ ਸੇਵਾ ਕੀਤੀ। ਉਹਨਾਂ ਤੋਂ ਬਾਅਦ ਸੰਤ ਮੱਖਣ ਸਿੰਘ ਜੀ ਗਲੀ ਸੱਤੋ ਵਾਲੀ ਅੰਮ੍ਰਿਤਸਰ ਅੱਜ ਕੱਲ੍ਹ ਜੋ ਸੇਵਾ ਕਰ ਰਹੇ ਹਨ। ਸੰਤ ਫਤਿਹ ਚੰਦ ਜੀ ਸ਼ਾਹ ਜੀਵਣੇ ਵਾਲੇ, ਉਹਨਾਂ ਤੋਂ ਅੱਗੇ ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ, ਸੰਤ ਕਰਤਾਰ ਸਿੰਘ ਜੀ ਮਾਡਲ ਟਾਊਨ ਲੁਧਿਆਣਾ, ਫਿਰ ਸੰਤ ਭਾਗ ਸਿੰਘ ਜੀ ਠੱਟੇ ਟਿੱਬੇ ਵਾਲੇ, ਫਿਰ ਸੰਤ ਕਰਤਾਰ ਸਿੰਘ ਜੀ ਠੱਟੇ ਟਿੱਬੇ ਵਾਲੇ। ਸੰਤ ਹਰਨਾਮ ਸਿੰਘ ਜੀ ਬੇਦੀ ਤੋਂ ਅੱਗੇ ਸੰਤ ਗਿਆਨੀ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ, ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸੰਤ ਗਿਆਨੀ ਬਾਬਾ ਠਾਕੁਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਸਾਧ ਸੰਗਤ ਜੀ, ਹੁਣ ਅਸੀਂ ਪੜਾਂਗੇ ਦਮਦਮੀ ਟਕਸਾਲ ਦੇ ਜਿਹੜੇ ਸਭ ਤੋਂ ਪਹਿਲਾਂ ਵਿਦਿਆਰਥੀ ਹੋਏ ਹਨ, ਭਾਵ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਜਿਹੜੇ 48 ਸਿੰਘਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਅਰਥਾਂ ਨਾਲ ਪੜ੍ਹੀ ਸੀ। ਆਓ ਉਹਨਾਂ ਬਾਬਤ ਅਸੀਂ ਪੜਾਂਗੇ। ਦਮਦਮੀ ਟਕਸਾਲ ਦੇ ਪਹਿਲੇ ਵਿਦਿਆਰਥੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਜਿਹੜੇ 48 ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਅਰਥਾਂ ਨਾਲ ਪੜ੍ਹਾਈ ਤੇ ਦਮਦਮੀ ਟਕਸਾਲ ਦਾ ਆਰੰਭ ਕੀਤਾ। ਉਹਨਾਂ 48 ਸਿੰਘਾਂ ਦੇ ਨਾਮ ਤੇ ਪਿੰਡ ਹੇਠ ਲਿਖੇ ਅਨੁਸਾਰ ਹਨ। ਨੰਬਰ 1 ਬ੍ਰਹਮ ਗਿਆਨੀ ਭਾਈ ਮਨੀ ਸਿੰਘ ਜੀ ਸ਼ਹੀਦ, ਪਿੰਡ ਲੌਂਗੋਵਾਲ, ਜ਼ਿਲ੍ਹਾ ਸੰਗਰੂਰ, ਟਕਸਾਲ ਦੇ ਮੋਢੀ। ਨੰਬਰ 2 ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਸ਼ਹੀਦ, ਪਿੰਡ ਪਹੂਵਿੰਡ, ਅੰਮ੍ਰਿਤਸਰ, ਦਮਦਮੀ ਟਕਸਾਲ ਦੇ ਮੋਢੀ। ਨੰਬਰ 3 ਗਿਆਨੀ ਕਾਨ ਸਿੰਘ ਜੀ। ਚੌਥੇ ਨੰਬਰ ਤੇ ਗਿਆਨੀ ਵਿਨੋਦ ਸਿੰਘ ਜੀ। ਪੰਜਵੇਂ ਨੰਬਰ ਤੇ ਗਿਆਨੀ ਗੁਰਬਖਸ਼ ਸਿੰਘ ਜੀ ਸ਼ਹੀਦ। ਛੇਵੇਂ ਨੰਬਰ ਤੇ ਭਾਈ ਰਾਮ ਕੌਰ ਗੁਰਬਖਸ਼ ਸਿੰਘ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਵਿੱਚੋਂ ਜਿਹੜੇ ਹੋਏ ਹਨ। ਸੱਤਵੇਂ ਹਨ ਭਾਈ ਦਾਨ ਸਿੰਘ ਜੀ ਬਰਾੜਾਂ ਦੀ ਰੱਖਣ ਵਾਲੇ। ਅੱਠਵੇਂ ਹਨ ਭਾਈ ਪਰਮ ਸਿੰਘ। ਨੌਵੇਂ ਹਨ ਭਾਈ ਧਰਮ ਸਿੰਘ ਜੀ ਰੂਪ ਚੰਦ ਜੀ ਦੇ ਪੁੱਤਰ ਭਾਈ ਰੂਪੇ ਤੋਂ। 10ਵੇਂ ਭਾਈ ਸ਼ਮੀਰ ਸਿੰਘ ਜੀ ਪਿੰਡ ਦੀਨੇਵਾਲ। 11ਵੇਂ ਭਾਈ ਦਇਆ ਸਿੰਘ ਜੀ ਜੀਂਦ ਵਾਲੇ ਬਾਬਾ ਦੀਪ ਸਿੰਘ ਜੀ ਨਾਲ ਸ਼ਹੀਦ ਹੋਏ। 12ਵੇਂ ਭਾਈ ਭੀਵਾ ਸਿੰਘ ਜੀ ਬਠਿੰਡਾ। 13ਵੇਂ ਭਾਈ ਪਿਆਰਾ ਸਿੰਘ ਜੀ ਅੰਮ੍ਰਿਤਸਰ। 14ਵੇਂ ਭਾਈ ਵੀਰ ਸਿੰਘ ਜੀ। 15ਵੇਂ ਭਾਈ ਧੀਰ ਸਿੰਘ ਜੀ ਰੰਗਰੇਟੇ। 16ਵੇਂ ਭਾਈ ਸੁੰਦਰ ਸਿੰਘ ਜੀ ਧਰਮਕੋਟ। 17ਵੇਂ ਭਾਈ ਅਮਰ ਸਿੰਘ ਜੀ ਮੀਰਾਕੋਟ। 18ਵੇਂ ਭਾਈ ਤਾਰਾ ਸਿੰਘ ਜੀ ਦਿੱਲੀ। 19ਵੇਂ ਭਾਈ ਜਗਜੀਵਨ ਸਿੰਘ ਜੀ ਅੰਬਾਲਾ। 20ਵੇਂ ਨੰਬਰ ਤੇ ਭਾਈ ਗੋਪਾਲ ਸਿੰਘ ਜੀ ਮਨੀ ਮਾਜਰਾ। ਨੰਬਰ 21 ਤੇ ਭਾਈ ਧਿਆਨ ਸਿੰਘ ਜੀ ਮਾਜਰਾ। ਨੰਬਰ 22 ਤੇ ਭਾਈ ਵਿਸ਼ਵੰਭਰ ਸਿੰਘ ਜੀ ਉਜੈਨਪੁਰੀ। ਨੰਬਰ 23 ਤੇ ਭਾਈ ਹਰਗੋਪਾਲ ਸਿੰਘ ਜੀ ਉਜੈਨ। 24ਵੇਂ ਨੰਬਰ ਤੇ ਭਾਈ ਧੰਨਾ ਸਿੰਘ ਜੀ ਕਵਿਰਾਜ ਗੁਰੂ ਕੇ ਕਾਹੀ ਸਨ ਜੋ। 25ਵੇਂ ਨੰਬਰ ਤੇ ਭਾਈ ਨੰਦ ਸਿੰਘ ਜੀ ਗਜਲਾਂ ਵਾਲੇ। 26ਵੇਂ ਨੰਬਰ ਤੇ ਭਾਈ ਮਾਨ ਸਿੰਘ ਜੀ ਚੌਰ ਬਰਦਾਰ।
27 ਨੰਬਰ ਤੇ ਭਾਈ ਰਾਏ ਸਿੰਘ ਜੀ ਰਾਮਪੁਰ ਪਟਿਆਲੇ ਵਾਲੇ। 28ਵੇਂ ਨੰਬਰ ਤੇ ਭਾਈ ਮੱਖਣ ਸਿੰਘ ਜੀ ਨਾਭਾ। 29 ਨੰਬਰ ਤੇ ਭਾਈ ਮਦਨ ਸਿੰਘ ਐਤਿਆਦਾ ਲੁਧਿਆਣਾ। ਨੰਬਰ 30 ਤੇ ਭਾਈ ਧਰਮ ਸਿੰਘ ਜੀ ਭਿੰਡਰ ਕਲਾਂ ਫਿਰੋਜ਼ਪੁਰ। ਨੰਬਰ 31 ਤੇ ਭਾਈ ਸੁਜਾਨ ਸਿੰਘ ਜੀ ਰੋਪੜ। ਨੰਬਰ 32 ਤੇ ਭਾਈ ਦੀਵਾਨ ਸਿੰਘ ਬੋਪਾ ਰਾਏਕੋਟ। 33ਵੇਂ ਨੰਬਰ ਤੇ ਭਾਈ ਅਕਾਲ ਸਿੰਘ ਜੀ ਪਿੰਡ ਅਖਾੜਾ ਲੁਧਿਆਣਾ। ਨੰਬਰ 34 ਤੇ ਭਾਈ ਪ੍ਰਤਪਾਲ ਸਿੰਘ ਜੀ ਰਾਵਲਪਿੰਡੀ। 35 ਨੰਬਰ ਤੇ ਭਾਈ ਦਿਆਲ ਸਿੰਘ ਜੀ ਗੋਇੰਦਵਾਲ ਸਾਹਿਬ। 26ਵੇਂ ਨੰਬਰ ਤੇ ਭਾਈ ਬਖਤਾਵਰ ਸਿੰਘ ਜੀ ਸੋਢੀ ਆਨੰਦਪੁਰ ਸਾਹਿਬ। ਨੰਬਰ 37 ਤੇ ਭਾਈ ਦੇਵਾ ਸਿੰਘ ਜੀ ਤਰਨਤਾਰਨ ਸਾਹਿਬ। 38 ਨੰਬਰ ਤੇ ਭਾਈ ਮੇਵਾ ਸਿੰਘ ਜੀ ਖਡੂਰ ਸਾਹਿਬ। 39ਵੇਂ ਨੰਬਰ ਤੇ ਭਾਈ ਧਿਆਨ ਸਿੰਘ ਜੀ ਨਨਕਾਣਾ ਸਾਹਿਬ। 40 ਨੰਬਰ ਤੇ ਭਾਈ ਅਚਲ ਸਿੰਘ ਸਾਬੋ ਕੀ ਤਲਵੰਡੀ ਗੁਰੂ ਕਾਂਸ਼ੀ। 41 ਤੇ ਭਾਈ ਜੈ ਸਿੰਘ ਜੀ ਰਾਜਾ ਜੈਪੁਰ ਗੁਰੂ ਸਾਹਿਬ ਤੋਂ ਅੰਮ੍ਰਿਤਪਾਨ ਕੀਤਾ। ਨੰਬਰ 42 ਤੇ ਭਾਈ ਬਿਸ਼ਨ ਸਿੰਘ ਜੀ ਰਾਜਾ ਜੋਧਪੁਰੀਆ ਗੁਰੂ ਮਹਾਰਾਜ ਤੋਂ ਅੰਮ੍ਰਿਤ ਛਕਿਆ ਸੀ। 43ਵੇਂ ਨੰਬਰ ਤੇ ਭਾਈ ਭਾਗ ਸਿੰਘ ਜੀ ਆਨੰਦਪੁਰ ਸਾਹਿਬ। 44ਵੇਂ ਨੰਬਰ ਤੇ ਭਾਈ ਵਸਾਵਾ ਸਿੰਘ ਜੀ ਪਿੰਡ ਚੋਲਾ ਸਾਹਿਬ ਤੇ 45ਵੇਂ ਨੰਬਰ ਤੇ ਭਾਈ ਕਨਈਆ ਸਿੰਘ ਜੀ ਤਖਤੂਪੁਰਾ। 46ਵੇਂ ਨੰਬਰ ਤੇ ਭਾਈ ਰਾਮ ਸਿੰਘ ਜੀ ਰਾਜਾ ਨਾਭਾ ਪਟਿਆਲਾ ਜੀਂਦ ਤੇ 47ਵੇਂ ਨੰਬਰ ਤੇ ਭਾਈ ਤਰਲੋਕ ਸਿੰਘ ਜੀ ਫੂਲਬੰਸ ਵਿੱਚੋਂ। 48ਵੇਂ ਨੰਬਰ ਤੇ ਭਾਈ ਮਲਿਆਗਰ ਸਿੰਘ ਜੀ ਸੰਤੋਖੀ। ਇਹ ਸਨ ਸਾਧ ਸੰਗਤ ਜੀ ਦਮਦਮੀ ਟਕਸਾਲ ਦੇ ਪਹਿਲੇ ਵਿਦਿਆਰਥੀ। ਹੁਣ ਆਓ ਆਪਾਂ ਟਕਸਾਲ ਦੇ ਨਿਯਮ ਪੜ੍ਹੀਏ। ਟਕਸਾਲ ਦੇ 25 ਨਿਯਮ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਂਸ਼ੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਪੜ੍ਹਨ ਸਮੇਂ ਦਮਦਮੀ ਟਕਸਾਲ ਦੇ ਹੇਠ ਲਿਖੇ ਨਿਯਮ ਆਪ ਕਾਇਮ ਕੀਤੇ, ਜਿਨ੍ਹਾਂ ਉੱਪਰ ਅੱਜ ਵੀ ਜਥੇ ਵਿੱਚ ਵਿਦਿਆ ਪੜ੍ਹਨ ਵਾਲੇ ਵਿਦਿਆਰਥੀ ਅਮਲ ਕਰਦੇ ਆ ਰਹੇ ਹਨ। ਇਹ ਨਿਯਮ ਜੋ ਦਮਦਮੀ ਟਕਸਾਲ ਵਿੱਚ ਅੱਜ ਵੀ ਪ੍ਰਚਲਿਤ ਹਨ, ਹੇਠ ਲਿਖੇ ਅਨੁਸਾਰ ਹਨ। ਸਭ ਤੋਂ ਪਹਿਲਾਂ ਅੰਮ੍ਰਿਤਧਾਰੀ ਸਿੰਘ ਹੋਵੇ, ਦਸਾਂ ਸਤਿਗੁਰਾਂ ਦੀ ਜੋਤ ਸ੍ਰੀ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਦੇਹ ਨੂੰ ਗੁਰੂ ਨਾ ਮੰਨੇ, ਗਾਤਰੇ ਕਿਰਪਾਨ ਧਾਰੀ, ਪੰਜ ਕਕਾਰਾਂ ਦੀ ਰਹਿਤ ਰੱਖਦਾ ਹੋਵੇ, ਪੰਜ ਕੁਰਹਿਤਾਂ ਤੋਂ ਬਚਿਆ ਹੋਇਆ ਹੋਵੇ, ਨਿਤਨੇਮ ਦੀਆਂ ਬਾਣੀਆਂ ਦਾ ਨਿਯਮੀ ਹੋਵੇ, ਪੰਜ ਗ੍ਰੰਥੀ ਆਦਿਕ ਬਾਣੀ ਦਾ ਪਾਠ ਕਰਦਾ ਹੋਵੇ। ਦੂਸਰਾ ਨਿਯਮ ਮੂਲ ਮੰਤਰ ਗੁਰ ਮੰਤਰ ਅੰਮ੍ਰਿਤ ਨਾਮ ਦਾ ਅਭਿਆਸੀ ਹੋਵੇ। ਤੀਸਰਾ ਮਨ ਬਾਣੀ ਸਰੀਰ ਕਰਕੇ ਨਿਮਰਤਾ ਵਾਲਾ ਹੋਵੇ, ਲੜਾਕਾ ਨਾ ਹੋਵੇ। ਚੌਥਾ ਸਭ ਸੰਗਤ ਨਾਲ ਗੁਰੂ ਕਾ ਰੂਪ ਜਾਣ ਕੇ ਪ੍ਰੇਮ ਕਰਦਾ ਹੋਵੇ, ਰਾਗ ਦਵੈਖ ਤੋਂ ਰਹਿਤ ਇੱਕ ਰਸ ਪ੍ਰੇਮੀ ਹੋਵੇ। ਪੰਜਵਾਂ ਨਿਯਮ ਖਾਲਸਾ ਪੰਥ ਦੀ ਜਥੇਬੰਦੀ ਵਿੱਚ ਆਪ ਨੂੰ ਸਦਾ ਜਾਣੇ, ਪੰਥ ਤੋਂ ਉਲਟ ਕਦੇ ਨਾ ਹੋਵੇ, ਪੰਥ ਦੀ ਨਿੰਦਾ ਨਾ ਕਰੇ, ਸ਼ਸਤਰ ਧਾਰੀ ਸੂਰਬੀਰ ਧਰਮ ਦੀ ਰਾਖੀ ਵਾਸਤੇ ਸਮੇਂ ਸਿਰ ਸੀਸ ਕੁਰਬਾਨ ਕਰ ਦੇਵੇ, ਕਾਇਰ ਨਾ ਬਣੇ। ਛੇਵਾਂ ਨਿਯਮ ਹੈ ਦਸਮ ਤੇ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ੁੱਧ ਪਾਠ ਕਰਨ ਵਾਲਾ ਤੇ ਅਰਥ ਪੜ੍ਹਾਉਣ ਵਾਲਾ ਹੋਵੇ। ਸਤਵਾਂ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਇੱਕੋ ਜਾਣ ਕੇ ਭਾਵਨਾ ਕਰੇ। ਤੇ 8ਵਾਂ ਨਿਯਮ ਹੈ ਗੁਰੂ ਇਤਿਹਾਸ ਦਸਾਂ ਗੁਰਾਂ ਦਾ ਪੂਰਾ ਜਾਣਨ ਵਾਲਾ ਹੋਵੇ। 9ਵਾਂ ਨਿਯਮ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਅਤੇ ਭਾਈ ਨੰਦ ਲਾਲ ਜੀ ਦੀ ਬਾਣੀ ਦੇ ਅਰਥ ਪੜ੍ਹੇ। 10ਮ ਗ੍ਰੰਥ ਦੀ ਬੀੜ ਸਾਰੀ ਸ੍ਰੀ ਮੁਖਵਾਕ ਨਿਸ਼ਚਾ ਕਰ ਪੜ੍ਹੇ। 10ਵਾਂ ਨਿਯਮ ਹੋਰ ਮਤਾਂ ਦੀਆਂ ਪੁਸਤਕਾਂ ਯੋਗ ਵਿਧਾਂਤ ਆਦਿ ਦੇ ਸਿਧਾਂਤ ਦਾ ਚੰਗਾ ਜਾਣੂ ਹੋਵੇ। 11ਵਾਂ ਇੱਕ ਪਰਮੇਸ਼ਰ ਦਾ ਦ੍ਰਿੜ ਵਿਸ਼ਵਾਸੀ ਉਪਾਸਕ ਹੋਵੇ, ਦੋਵੇਂ ਵੇਲੇ ਸਤ ਸੰਗਤ ਕਰਦਾ ਹੋਵੇ, ਜਥਾ ਸ਼ਕਤ ਲੰਗਰ ਲੀੜੇ ਦੀ ਸੇਵਾ ਕਰਨ ਦਾ ਉਦਮੀ ਹੋਵੇ। 12ਵਾਂ ਕਿਸੇ ਮਤ ਨਾਲ ਵੈਰ ਨਾ ਕਰੇ, ਸਾਰਿਆਂ ਵਿੱਚ ਪਰਮੇਸ਼ਰ ਇੱਕੋ ਜਿਹਾ ਵਿਆਪਕ ਜਾਣ ਕੇ ਹਿੱਤ ਕਰੇ ਤੇ ਜ਼ੁਲਮ ਦਾ ਵੈਰੀ ਹੋਵੇ, ਆਪਣੇ ਖਾਲਸਾ ਧਰਮ ਵਿੱਚ ਪੱਕਾ ਹੋਵੇ। 13ਵਾਂ ਨਿਯਮ ਹੈ ਮਨ ਵਿੱਚ ਪੂਰਨ ਗਿਆਨ, ਮੁਖ ਵਿੱਚ ਕੀਰਤਨ ਭਗਤੀ, ਸਰੀਰ ਕਰਕੇ ਵੈਰਾਗ ਦਾ ਵਰਤਾਰਾ, ਸਾਧ ਸੰਗਤ ਜੀ ਦੀ ਸੇਵਾ ਕਰੇ। 14ਵਾਂ ਹੈ ਆਪਣੇ ਗੁਣਾਂ ਦੀ ਸ਼ਲਾਘਾ ਤੇ ਪਰਾਏ ਅਵਗਣ ਨਾ ਕਹੇ, ਜੀਆਂ ਨੂੰ ਦੁੱਖ ਨਾ ਦੇਵੇ, ਕਪਟ ਤੋਂ ਰਹਿਤ ਹੋਵੇ, ਗੁਰ ਸੇਵੀ ਹੋਵੇ। 15ਵਾਂ ਨਿਯਮ ਹੈ ਪਰਮੇਸ਼ਰ ਦਾ ਅਨਿੰਨ ਭਗਤ ਹੋਵੇ, ਗੁਰਸਿੱਖੀ ਨੂੰ ਸਭ ਤੋਂ ਉੱਚੀ ਜਾਣੇ, ਦੁੱਖ ਸੁੱਖ ਵਿੱਚ ਸਮਚਿਤ ਰਹੇ, ਬੇਮੁਖ ਦੀ ਸੰਗਤ ਨਾ ਕਰੇ, ਸਭ ਗਿਆਨ ਧਿਆਨ ਨਾਲੋਂ
ਨਾਮ ਨੂੰ ਸਭ ਤੋਂ ਵੱਡਾ ਜਾਣ ਕੇ ਸਦਾ ਜਪੇ। ਗੁਰਮਤਿ ਦੁਆਰਾ ਮੁਕਤੀ ਦਾਤਾ ਕੇਵਲ ਨਾਮ ਦ੍ਰਿੜ ਕਰੇ। 16ਵਾਂ ਨਿਯਮ ਹੈ ਨਾਮ ਦੀ ਦ੍ਰਿੜਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣ ਵੇਲੇ ਕੀਤੀ ਹੋਵੇ, ਦ੍ਰਿੜ ਲਿਵ ਲੱਗੀ ਹੋਵੇ। 17ਵਾਂ ਹੈ ਸ਼ਰਾਬ ਮਾਸ ਤੇ ਹੋਰ ਕੋਈ ਅਮਲ ਨਾ ਵਰਤਦਾ ਹੋਵੇ। ਹੱਠ ਚੁਗਲੀ ਈਰਖਾ ਪਾਰਟੀ ਬਾਜੀ ਤੋਂ ਰਹਿਤ ਹੋਵੇ। ਕਾਮ ਆਦਿ ਪੰਜਾਂ ਵਿਕਾਰਾਂ ਤੋਂ ਡਰਦਾ ਹੋਵੇ। 18ਵਾਂ ਹੈ ਅਲਪ ਆਹਾਰੀ ਹੋਵੇ, ਥੋੜਾ ਸੌਂਦਾ ਹੋਵੇ, ਥੋੜਾ ਬੋਲਦਾ ਹੋਵੇ, ਨਾਮ ਰੰਗ ਵਿੱਚ ਰਤਾ ਹੋਵੇ, ਅੰਮ੍ਰਿਤ ਨਾਮ ਦਾ ਦ੍ਰਿੜ ਵਿਸ਼ਵਾਸੀ ਹੋਵੇ। 19ਵਾਂ ਨਿਯਮ ਹੈ ਧਾਰਮਿਕ ਖਿਆਲਾਂ ਵਿੱਚ ਪੱਕਾ ਹੋਵੇ, ਪ੍ਰੀਤ ਨਾਲ ਬਾਣੀ ਪੜ੍ਹਦਾ ਹੋਵੇ, ਕੁਤਰਕੀ ਨਾ ਹੋਵੇ, ਸਮਝਣ ਵਿੱਚ ਚਤੁਰ ਹੋਵੇ, ਆਲਸਹੀਣ ਹੋਵੇ। 20ਵਾਂ ਨਿਯਮ ਹੈ ਸਰੀਰ ਦੀ ਸ਼ੁੱਧੀ ਰੱਖੇ, ਪਖੰਡੀ ਨਾ ਹੋਵੇ, ਇਕਾਂਤ ਦੇਸ਼ ਵਿੱਚ ਵਿਦਿਆ ਪਕਾਵੇ। 21ਵਾਂ ਨਿਯਮ ਹੈ ਅੰਮ੍ਰਿਤ ਵੇਲੇ ਜਾਗਣ ਵਾਲਾ ਹੋਵੇ, ਇਸ਼ਨਾਨ ਦਾ ਹਰ ਰੋਜ਼ ਨਿਯਮੀ ਹੋਵੇ, ਸੰਗਤ ਦੀ ਜਥੇਬੰਦੀ ਵਿੱਚ ਰਹੇ, ਆਗਿਆਕਾਰੀ ਹੋਵੇ। 22ਵਾਂ ਨਿਯਮ ਹੈ ਲਾਲਚ ਤੋਂ ਰਹਿਤ ਹੋਵੇ, ਪੜ੍ਹਨ ਪੜ੍ਹਾਉਣ ਦੀ ਮੁਫਤ ਸੇਵਾ ਕਰੇ, ਦੇਸ਼ ਆਦਿ ਦੀ ਮੇਰ ਤੋਂ ਰਹਿਤ ਹੋ ਕੇ ਗੁਰਮਤਿ ਗੁਰਬਾਣੀ ਦਾ ਪ੍ਰਚਾਰ ਕਰੇ। 23ਵਾਂ ਨਿਯਮ ਹੈ ਆਪ ਜੋ ਵਿਦਿਆ ਪੜ੍ਹੀ ਤੇ ਪ੍ਰਾਪਤ ਕੀਤੀ ਅੱਗੇ ਸੰਗਤਾਂ ਵਿੱਚ ਪ੍ਰੇਮ ਨਾਲ ਪੜ੍ਹਾਵੇ, ਆਪਣੇ ਸਰੀਰ ਨਾਲੋਂ ਸਾਰੇ ਸਿੰਘਾਂ ਨੂੰ ਪਿਆਰ ਤੇ ਅਦਬ ਕਰੇ। 24ਵਾਂ ਨਿਯਮ ਹੈ ਠੱਗੀ ਨਾ ਮਾਰੇ, ਝੂਠ ਨਾ ਬੋਲੇ, ਹਰ ਹਾਲਤ ਵਿੱਚ ਪਿਆਰੀ ਸਿੱਖੀ ਨਾ ਤਿਆਗੇ, ਨਾਸਤਕ ਨਾ ਹੋਵੇ, ਮਨ ਬਾਣੀ ਸਰੀਰ ਕਰਕੇ ਗੁਰੂ ਨੂੰ ਅੰਗ ਸੰਗ ਜਾਣੇ। 25ਵਾਂ ਨਿਯਮ ਹੈ ਨਿਰ ਅਭਿਮਾਨ ਹੋ ਕੇ ਸੱਚਾ ਪ੍ਰੇਮ ਲਾ ਕੇ ਆਪ ਜਪੇ, ਹੋਰਨਾਂ ਤੋਂ ਜਪਾਏ, ਜੀਵਨ ਮੁਕਤੀ ਪਾਵੇ। ਦਮਦਮੀ ਟਕਸਾਲ ਦੇ ਮੁਖੀ ਉਪਰੋਕਤ 25 ਨਿਯਮਾਂ ਤੇ ਆਪ ਅਮਲ ਕਰਦੇ ਰਹੇ ਅਤੇ ਜਥੇ ਵਿੱਚ ਸ਼ਾਮਿਲ ਵਿਦਿਆਰਥੀਆਂ ਨੂੰ ਇਹਨਾਂ ਤੇ ਅਮਲ ਕਰਵਾਉਂਦੇ ਅਤੇ ਵਿਦਿਆ ਪੜ੍ਹਾਉਂਦੇ ਰਹੇ ਹਨ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੇ ਮੁਖੀ ਵਿਦਿਆਰਥੀ। ਨੰਬਰ 1 ਤੇ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, 14ਵੇਂ ਜਥੇਦਾਰ ਦਮਦਮੀ ਟਕਸਾਲ ਜਥਾ ਪਿੰਡਰਾਂ ਮਹਿਤਾ। ਨੰਬਰ 2 ਤੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਸ਼ਹੀਦ, ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਵੱਡੇ ਸੁਪੁੱਤਰ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। 3 ਨੰਬਰ ਤੇ ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਜੀ ਪਿੰਡ ਰੋਡੇ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ। 4 ਨੰਬਰ ਤੇ ਵਿਦਿਆਰਥੀ ਹਨ ਸਿੰਘ ਸਾਹਿਬ ਗਿਆਨੀ ਸ਼ਵਿੰਦਰ ਸਿੰਘ ਜੀ, ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ। 5ਵੇਂ ਨੰਬਰ ਤੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ, ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ। 6ਵੇਂ ਤੇ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਪਿੰਡ ਭੂਰੇ, ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਤੀਜੇ ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਿਤਾ। 7ਵੇਂ ਤੇ ਗਿਆਨੀ ਹਰਦੀਪ ਸਿੰਘ ਜੀ ਹੈੱਡ ਗ੍ਰੰਥੀ ਤਖਤ ਸ੍ਰੀ ਹਜੂਰ ਸਾਹਿਬ ਸੱਚਖੰਡ ਨਾਂਦੇੜ। 8ਵੇਂ ਨੰਬਰ ਤੇ ਜਥੇਦਾਰ ਗਿਆਨੀ ਰਾਮ ਸਿੰਘ ਜੀ ਚੁਲੱਦਾ, ਸੁਲਤਾਨਪੁਰ ਸਾਹਿਬ ਕਪੂਰਥਲਾ। 9ਵੇਂ ਨੰਬਰ ਤੇ ਗਿਆਨੀ ਜਸਵੰਤ ਸਿੰਘ ਜੀ ਕਥਾਵਾਚਕ ਸ੍ਰੀ ਮੰਜੀ ਸਾਹਿਬ ਅੰਮ੍ਰਿਤਸਰ। 10ਵੇਂ ਨੰਬਰ ਤੇ ਗਿਆਨੀ ਨਾਇਬ ਸਿੰਘ ਜੀ ਪਿੰਡ ਰੋਡੇ, ਗ੍ਰੰਥੀ ਤਖਤ ਸ੍ਰੀ ਦਮਦਮਾ ਸਾਹਿਬ। 11ਵੇਂ ਤੇ ਗਿਆਨੀ ਠਾਕੁਰ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ। 12 ਨੰਬਰ ਤੇ ਗਿਆਨੀ ਬਚਨ ਸਿੰਘ ਜੀ ਉਦੋਕੇ, ਗ੍ਰੰਥੀ ਗੁਰਦੁਆਰਾ ਚੋਲਾ ਸਾਹਿਬ। 13ਵੇਂ ਤੇ ਗਿਆਨੀ ਬਾਬਾ ਧਰਮ ਸਿੰਘ ਜੀ ਜਥੇਦਾਰ। 14ਵੇਂ ਗਿਆਨੀ ਬਖਸ਼ੀਸ਼ ਸਿੰਘ ਜੀ ਪੰਡਿਤ। 15ਵੇਂ ਭਾਈ ਗੁਰਮੁਖ ਸਿੰਘ ਜੀ ਪਿੰਡ ਭੂਰੇ ਡਰਾਈਵਰ। 16ਵੇਂ ਗਿਆਨੀ ਪ੍ਰੇਮ ਸਿੰਘ ਜੀ ਘੁਮਾਣ ਲੁਧਿਆਣਾ। 17ਵੇਂ ਗਿਆਨੀ ਮੋਹਕਮ ਸਿੰਘ ਜੀ। 18ਵੇਂ ਗਿਆਨੀ ਬਲਵਿੰਦਰ ਸਿੰਘ ਜੀ ਕੰਨੂ। 19ਵੇਂ ਗਿਆਨੀ ਦਲਬੀਰ ਸਿੰਘ ਜੀ ਅਭਿਆਸੀ। 20ਵੇਂ ਗਿਆਨੀ ਬਾਬਾ ਮਹਾ ਸਿੰਘ ਜੀ ਮਟੌਰ ਚੰਡੀਗੜ੍ਹ। 21ਵੇਂ ਗਿਆਨੀ ਹਰਨਾਮ ਸਿੰਘ ਜੀ ਧੁੰਮਾ ਪਟਿਆਲਾ। 22ਵੇਂ ਗਿਆਨੀ ਮਲਕੀਤ ਸਿੰਘ ਜੀ ਹੁਸ਼ਿਆਰਪੁਰ। 23ਵੇਂ ਗਿਆਨੀ ਨਿਰਮਲ ਸਿੰਘ ਜੀ ਵਲਟੋਹਾ। 24ਵੇਂ ਗਿਆਨੀ ਹਰਬੰਸ ਸਿੰਘ ਜੀ ਪਿੰਡ ਭੂਰੇ। 25ਵੇਂ ਗਿਆਨੀ ਸੁਖਦੇਵ ਸਿੰਘ ਜੀ ਸ਼ੇਹਰਟਾ ਸਾਹਿਬ। 26ਵੇਂ ਗਿਆਨੀ ਦਲੀਪ ਸਿੰਘ ਜੀ ਪਿੰਡ ਰੋਡੇ। 27ਵੇਂ ਗਿਆਨੀ ਮੋਹਨ ਸਿੰਘ ਜੀ ਉਰਲਾਣਾ। 28ਵੇਂ ਗਿਆਨੀ ਦਵਿੰਦਰ ਸਿੰਘ ਜੀ ਮਸਾਣੀਆਂ। 26ਵੇਂ ਗਿਆਨੀ ਦਰਸ਼ਨ ਸਿੰਘ ਜੀ ਚੂਲੜ ਕਲਾਂ। 30ਵੇਂ ਗਿਆਨੀ ਮੱਲ ਸਿੰਘ ਜੀ ਡੇਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ। 31ਵੇਂ ਗਿਆਨੀ ਗੁਰਨਾਮ ਸਿੰਘ ਜੀ ਪੰਜੋਖਰਾ ਸਾਹਿਬ। 32 ਨੰਬਰ ਤੇ ਗਿਆਨੀ ਸਕੱਤਰ ਸਿੰਘ ਜੀ ਵੜਿੰਗ।
33 ਨੰਬਰ ਤੇ ਗਿਆਨੀ ਜਰਨੈਲ ਸਿੰਘ ਜੀ ਜਾਰਜਪੁਰ ਕਪੂਰਥਲਾ। 34 ਨੰਬਰ ਤੇ ਗਿਆਨੀ ਸੁਖਦੇਵ ਸਿੰਘ ਜੀ ਸਾਜਨ। 35 ਨੰਬਰ ਤੇ ਗਿਆਨੀ ਵੀਰ ਸਿੰਘ ਜੀ ਮੁੱਛਲ ਅੰਮ੍ਰਿਤਸਰ। 36 ਨੰਬਰ ਤੇ ਗਿਆਨੀ ਗੁਰਮੇਲ ਸਿੰਘ ਜੀ ਜਾਰਜਪੁਰ। 37 ਤੇ ਗਿਆਨੀ ਗੁਰਸ਼ਰਨ ਸਿੰਘ ਜੀ। 38 ਤੇ ਗਿਆਨੀ ਰਣਜੀਤ ਸਿੰਘ ਜੀ ਕਾਲਵਾ ਗੁਰਦਾਸਪੁਰ। 39 ਤੇ ਗਿਆਨੀ ਬਲਦੇਵ ਸਿੰਘ ਜੀ ਗ੍ਰੰਥੀ ਤਖਤ ਸ੍ਰੀ ਪਟਨਾ ਸਾਹਿਬ ਤੇ 40ਵੇਂ ਤੇ ਗਿਆਨੀ ਲੱਖਾ ਸਿੰਘ ਜੀ ਕਾਲਵਾ। 41 ਤੇ ਗਿਆਨੀ ਅਮਰੀਕ ਸਿੰਘ ਜੀ ਮਨੇਸ਼। 42ਵੇਂ ਤੇ ਗਿਆਨੀ ਤਰਲੋਕ ਸਿੰਘ ਜੀ ਬੰਬਈ ਵਾਲੇ। 43ਵੇਂ ਤੇ ਗਿਆਨੀ ਗੁਰਬੰਸ ਸਿੰਘ ਜੀ ਦਾਨੂਵਾਲ। 44ਵੇਂ ਤੇ ਰਾਗੀ ਅਤਰ ਸਿੰਘ ਜੀ। 45ਵੇਂ ਤੇ ਸ਼ਹੀਦ ਗਿਆਨੀ ਗੁਰਮੁਖ ਸਿੰਘ ਜੀ ਗੜਵਈ। 46ਵੀਂ ਤੇ ਸ਼ਹੀਦ ਰਛਪਾਲ ਸਿੰਘ ਜੀ ਸੰਤਾਂ ਦਾ ਪੀਏ। 47 ਨੰਬਰ ਤੇ ਗਿਆਨੀ ਸਵਰਨ ਸਿੰਘ ਜੀ ਸ਼ਹੀਦ ਪਿੰਡ ਰੋਡੇ। 48 ਨੰਬਰ ਤੇ ਸ਼ਹੀਦ ਰਘਬੀਰ ਸਿੰਘ ਜੀ ਫੌਜੀ। 49 ਨੰਬਰ ਤੇ ਸ਼ਹੀਦ ਜਗੀਰ ਸਿੰਘ ਜੀ। 50 ਨੰਬਰ ਤੇ ਸ਼ਹੀਦ ਬਾਬਾ ਦਰਸ਼ਨ ਸਿੰਘ ਜੀ। 51ਵੇਂ ਨੰਬਰ ਤੇ ਸ਼ਹੀਦ ਗੁਰਮੀਤ ਸਿੰਘ ਜੀ ਧੂੜਕੋਟ। 52 ਨੰਬਰ ਤੇ ਸ਼ਹੀਦ ਹਰਚਰਨ ਸਿੰਘ ਜੀ ਮੁਕਤਾ। 53 ਨੰਬਰ ਤੇ ਰਾਗੀ ਬਲਦੇਵ ਸਿੰਘ ਜੀ। 54 ਨੰਬਰ ਤੇ ਭਾਈ ਬਲਦੇਵ ਸਿੰਘ ਜੀ ਪਿੰਡ ਭੂਰੇ ਸੰਤਾਂ ਦੇ ਭਤੀਜੇ। 55ਵੇਂ ਨੰਬਰ ਤੇ ਸ਼ਹੀਦ ਭਾਈ ਬਲਜਿੰਦਰ ਸਿੰਘ ਜੀ ਸੰਤਾਂ ਦੇ ਭਤੀਜੇ। 56ਵੇਂ ਨੰਬਰ ਤੇ ਭਾਈ ਹਜੂਰ ਸਿੰਘ ਜੀ ਯੂਪੀ। 57ਵੇਂ ਭਾਈ ਪ੍ਰੇਮ ਸਿੰਘ ਜੀ ਖਡੂਰ ਸਾਹਿਬ। 58ਵੇਂ ਰਾਗੀ ਪੂਰਨ ਸਿੰਘ ਜੀ। 59 ਨੰਬਰ ਤੇ ਰਾਗੀ ਕਰਨੈਲ ਸਿੰਘ ਜੀ। 60 ਨੰਬਰ ਤੇ ਰਾਗੀ ਹਰੀ ਸਿੰਘ ਜੀ। 61ਵੇਂ ਨੰਬਰ ਤੇ ਰਾਗੀ ਮਹਾ ਸਿੰਘ ਜੀ। 62ਵੇਂ ਨੰਬਰ ਤੇ ਰਾਗੀ ਸੁਰਜੀਤ ਸਿੰਘ ਜੀ ਕਰਨਾਲ। 63 ਨੰਬਰ ਰਾਗੀ ਹੁਕਮ ਸਿੰਘ ਜੀ ਪਟਿਆਲਾ। ਨੰਬਰ 64 ਤੇ ਰਾਗੀ ਸੋਹਣ ਸਿੰਘ ਜੀ ਝਿੱਕਾ। 65 ਨੰਬਰ ਤੇ ਰਾਗੀ ਜਸਵੀਰ ਸਿੰਘ ਜੀ ਘੋੜੇਵਾਹ। 66 ਨੰਬਰ ਤੇ ਰਾਗੀ ਧਰਮ ਸਿੰਘ ਜੀ ਪਟਨਾ ਸਾਹਿਬ। 67 ਨੰਬਰ ਤੇ ਰਾਗੀ ਬਲਦੇਵ ਸਿੰਘ ਜੀ ਮਹਿਤਾ। 68 ਨੰਬਰ ਤੇ ਭਾਈ ਗੁਰਜਿੰਦ ਸਿੰਘ ਜੀ। 69ਵੇਂ ਨੰਬਰ ਤੇ ਮਹੰਤ ਜਗੀਰ ਸਿੰਘ ਜੀ। 70 ਨੰਬਰ ਤੇ ਰਾਗੀ ਅਮਰੀਕ ਸਿੰਘ ਜੀ ਮੋਹੀ। 71ਵੇਂ ਨੰਬਰ ਤੇ ਗਿਆਨੀ ਹੀਰਾ ਸਿੰਘ ਜੀ ਦੋਬਲੀਆਂ ਅਤੇ ਹੋਰ ਅਨੇਕਾਂ ਹੀ ਵਿਦਿਆਰਥੀ ਹਨ ਸਾਧ ਸੰਗਤ ਜੀਓ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਜੋ ਮਹਾਂਪੁਰਖਾਂ ਵੱਲੋਂ ਵਰਸਾਏ ਹੋਏ ਅੱਜ ਵੀ ਅੱਗੇ ਬੇਅੰਤ ਵਿਦਿਆ ਪੜ੍ਹਾ ਰਹੇ ਹਨ। ਸੋ ਬਹੁਤ ਹੀ ਕਮਾਈ ਵਾਲੇ ਸਿਮਰਨ ਅਭਿਆਸੀ ਵਿਦਿਆਰਥੀ ਹਨ ਮਹਾਂਪੁਰਖਾਂ ਦੇ। ਸੋ ਇਹ ਸੀ ਵਿਦਿਆਰਥੀਆਂ ਦਾ ਨਾਮ। ਸੋ ਅੱਗੇ ਹੁਣ ਜੋ ਕੀਰਤਨ ਵਿਦਿਆਲੇ ਦੇ ਨਿਯਮ ਸਨ ਉਹਨਾਂ ਬਾਬਤ ਅਸੀਂ ਪੜਾਂਗੇ। ਕੀਰਤਨ ਵਿਦਿਆਲੇ ਦੇ ਨਿਯਮ। ਨੰਬਰ 1 ਤੇ ਮਹਿਤੇ ਕੀਰਤਨ ਵਿਦਿਆਲੇ ਦੇ 35 ਕਮਰੇ ਹਨ। ਹਰ ਵਿਦਿਆਰਥੀ ਨੂੰ ਰਾਗ ਵਿਦਿਆ ਸਿਖਾਈ ਜਾਂਦੀ ਹੈ। ਕੀਰਤਨ ਵਿਦਿਆਲੇ ਵਿੱਚ ਰਾਗ ਵਿਦਿਆ ਸਿੱਖਣ ਵਾਲਿਆਂ ਲਈ ਇਹ ਜ਼ਰੂਰੀ ਹੈ ਕਿ ਆਪਣੀ ਸੰਥਿਆ ਹਰ ਰੋਜ਼ ਕਰਨ ਅਤੇ ਉਸ ਦਾ ਅਭਿਆਸ ਵੱਧ ਤੋਂ ਵੱਧ ਕਰਨ। ਕੀਰਤਨ ਸਿਖਾਉਣ ਵਾਲੇ ਦੀ ਪੂਰੀ ਆਗਿਆ ਮੰਨਣ। ਨੰਬਰ 2 ਵਿਦਿਆਲੇ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ 2 ਘੰਟੇ ਸੇਵਾ ਕਰਨੀ ਜ਼ਰੂਰੀ ਹੈ। ਕਿਸੇ ਵਿਸ਼ੇਸ਼ ਥਾਂ ਬਹੁਤਾ ਸਮਾਂ ਸੇਵਾ ਦੀ ਲੋੜ ਪਵੇ ਤਾਂ ਉਹ ਵੀ ਕਰਨੀ ਪਵੇਗੀ, ਜਿਵੇਂ ਬਾਹਰੋਂ ਆਈ ਸੰਗਤ ਦੀ ਸੇਵਾ, ਲੰਗਰ ਬਾਲਣ ਆਦਿਕ ਦੀ ਸੇਵਾ। 3 ਬਿਨਾਂ ਆਗਿਆ ਪਿੰਡ ਵਿੱਚ, ਚੌਂਕ ਵਿੱਚ, ਆਸੇ-ਪਾਸੇ ਜਾਂ ਆਪਣੇ ਪਿੰਡ ਨੂੰ ਨਹੀਂ ਜਾ ਸਕਦੇ। ਸਾਲ ਵਿੱਚ 2 ਵਾਰੀ ਪਿੰਡ ਨੂੰ ਜਾਣ ਦਾ ਕਿਰਾਇਆ ਦਿੱਤਾ ਜਾਵੇਗਾ। ਸਾਧ ਸੰਗਤ ਜੀ, ਹੁਣ ਅਸੀਂ ਦਮਦਮੀ ਟਕਸਾਲ ਦੀ ਸੰਪਰਦਾਇ ਪ੍ਰਣਾਲੀ ਪੜ੍ਹਨ ਜਾ ਰਹੇ ਹਾਂ। ਸੰਪਰਦਾਇ ਪ੍ਰਣਾਲੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਭਾਈ ਮਨੀ ਸਿੰਘ ਜੀ ਸ਼ਹੀਦ ਅਤੇ ਬਾਬਾ ਦੀਪ ਸਿੰਘ ਜੀ ਸ਼ਹੀਦ, ਭਾਈ ਦੀਵਾਨ ਸਿੰਘ ਜੀ, ਭਾਈ ਗੁਰਦਿਆਲ ਸਿੰਘ ਜੀ, ਭਾਈ ਗੁਰਬਖਸ਼ ਸਿੰਘ ਜੀ। ਭਾਈ ਦੀਵਾਨ ਸਿੰਘ ਜੀ ਤੋਂ ਅੱਗੇ ਭਾਈ ਅਮਰ ਸਿੰਘ ਜੀ, ਫਿਰ ਭਾਈ ਰਾਮ ਸਿੰਘ ਜੀ, ਫਿਰ ਭਾਈ ਚੰਦਾ ਸਿੰਘ ਜੀ, ਫਿਰ ਭਾਈ ਹਜ਼ਾਰਾ ਸਿੰਘ ਜੀ, ਫਿਰ ਡਾਕਟਰ ਵੀਰ ਸਿੰਘ ਜੀ। ਭਾਈ ਗੁਰਦਿਆਲ ਸਿੰਘ ਜੀ ਤੋਂ ਅੱਗੇ ਭਾਈ ਸੂਰਤ ਸਿੰਘ ਜੀ, ਫਿਰ ਭਾਈ ਗੁਰਦਾਸ ਸਿੰਘ ਜੀ, ਫਿਰ ਭਾਈ ਸੰਤ ਸਿੰਘ ਜੀ, ਫਿਰ ਸੰਤ ਦਇਆ ਸਿੰਘ ਜੀ ਅਤੇ ਫਿਰ ਸੰਤ ਭਗਵਾਨ ਸਿੰਘ ਜੀ। ਭਾਈ ਗੁਰਬਖਸ਼ ਸਿੰਘ ਜੀ ਤੋਂ ਅੱਗੇ ਭਾਈ ਕਾਉਲ ਸਿੰਘ ਜੀ ਅਤੇ ਭਾਈ ਜੱਸਾ ਸਿੰਘ ਜੀ।
ਸੰਤ ਭਗਵਾਨ ਸਿੰਘ ਜੀ ਦਾ ਜੋ ਨਾਮ ਆਇਆ ਸੀ, ਸੰਤ ਦਇਆ ਸਿੰਘ ਜੀ ਤੋਂ ਬਾਅਦ ਵਿੱਚ ਜੋ ਉਹਨਾਂ ਦਾ ਨਾਮ ਆਪ ਸੰਗਤ ਨੇ ਸੁਣਿਆ, ਸੰਤ ਭਗਵਾਨ ਸਿੰਘ ਜੀ ਤੋਂ ਅੱਗੇ ਸੰਤ ਹਰਨਾਮ ਸਿੰਘ ਜੀ ਬੇਦੀ, ਸੰਤ ਫਤਿਹ ਚੰਦ ਜੀ ਸ਼ਾਹ ਜੀਵਨੇ ਵਾਲੇ, ਸੰਤ ਅਮੀਰ ਸਿੰਘ ਜੀ ਗਲੀ ਸੱਤੋ ਵਾਲੀ ਅੰਮ੍ਰਿਤਸਰ, ਸੰਤ ਹਰਨਾਮ ਸਿੰਘ ਜੀ ਬੇਦੀ ਤੋਂ ਬਾਅਦ ਸੰਤ ਗਿਆਨੀ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ, ਫਿਰ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ, ਫਿਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜਥਾ ਪਿੰਡਰਾਂ ਮਹਿਤਾ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜਥਾ ਪਿੰਡਰਾਂ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜਥਾ ਪਿੰਡਰਾਂ ਮਹਿਤਾ, ਫਿਰ ਸੰਤ ਗਿਆਨੀ ਠਾਕੁਰ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਰਾਂ ਵਾਲੇ, ਸੰਤ ਫਤਿਹ ਚੰਦ ਜੀ ਸ਼ਾਹ ਜੀਵਨੇ ਵਾਲਿਆਂ ਤੋਂ ਅੱਗੇ ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ, ਫਿਰ ਸੰਤ ਕਰਤਾਰ ਸਿੰਘ ਜੀ ਮਾਡਲ ਟਾਊਨ ਲੁਧਿਆਣੇ ਵਾਲੇ, ਫਿਰ ਸੰਤ ਭਾਗ ਸਿੰਘ ਜੀ ਠੱਟੇ ਟਿੱਬੇ ਵਾਲੇ, ਫਿਰ ਸੰਤ ਕਰਤਾਰ ਸਿੰਘ ਜੀ ਠੱਟੇ ਟਿੱਬੇ ਵਾਲੇ, ਸੰਤ ਅਮੀਰ ਸਿੰਘ ਜੀ ਤੋਂ ਅੱਗੇ ਸੰਤ ਕਿਰਪਾਲ ਸਿੰਘ ਜੀ ਗਲੀ ਸੱਤੋ ਵਾਲੀ ਅੰਮ੍ਰਿਤਸਰ, ਉਹਨਾਂ ਤੋਂ ਅੱਗੇ ਸੰਤ ਮੱਖਣ ਸਿੰਘ ਜੀ ਗਲੀ ਸੱਤੋ ਵਾਲੀ ਅੰਮ੍ਰਿਤਸਰ। ਲੇਖਕ ਨਾਲ ਜਾਣ ਪਛਾਣ। ਗਿਆਨੀ ਪ੍ਰੀਤਮ ਸਿੰਘ ਜੀ ਦਾ ਜਨਮ ਸਨ 1933 ਈਸਵੀ ਮਾਘ ਮਹੀਨੇ ਅੰਮ੍ਰਿਤ ਵੇਲੇ 4 ਵਜੇ ਨਾਨਕੇ ਘਰ ਪਿੰਡ ਰੱਤਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ। ਆਪ ਜੀ ਦਾ ਜੱਦੀ ਪਿੰਡ ਮੋਹਨ ਭੰਡਾਰੀਆਂ ਹੈ, ਪਰ ਬਾਅਦ ਵਿੱਚ ਪੱਕੀ ਰਿਹਾਇਸ਼ ਕਸਬਾ ਰਾਏਕੋਟ ਜ਼ਿਲ੍ਹਾ ਲੁਧਿਆਣਾ ਵਿਖੇ ਹੋ ਗਈ। ਆਪ ਜੀ ਦੇ ਮਾਤਾ ਬਲਵੰਤ ਕੌਰ ਜੀ ਅਤੇ ਪਿਤਾ ਸਰਦਾਰ ਮੇਜਾ ਸਿੰਘ ਜੀ ਕੰਗ ਗੋਤ ਦੇ ਸਨ। ਮਾਤਾ ਪਿਤਾ ਜੀ ਅੰਮ੍ਰਿਤ ਧਾਰੀ, ਭਾਵ ਭਗਤੀ ਵਾਲੇ, ਨਿਤਨੇਮੀ, ਖੇਤੀ ਦੀ, ਦਸਾਂ ਨੋਹਾਂ ਦੀ ਕਿਰਤ ਕਰਨ ਵਾਲੇ, ਵੰਡ ਕੇ ਖਾਣ ਤੇ ਦਸਵੰਧ ਦੇਣ ਵਾਲੇ ਸਨ। ਤੀਰਥਾਂ ਦੇ ਸ਼ਰਧਾ ਨਾਲ ਦਰਸ਼ਨ ਕਰਨੇ ਉਹਨਾਂ ਦਾ ਮੁੱਖ ਸ਼ੌਂਕ ਹੈ। ਪਿਤਾ ਜੀ ਸਿੱਧੀਆਂ ਧਾਰਨਾ ਨਾਲ ਪਿੰਡ ਵਿੱਚ ਕੀਰਤਨ ਕਰ ਲੈਂਦੇ, ਅਕਾਲੀ ਲਹਿਰ ਵਿੱਚ ਵੱਧ ਚੜ੍ਹ ਕੇ ਉਗਰਾਹੀ ਦਿੰਦੇ। ਗਿਆਨੀ ਜੀ ਦੇ ਪਿਤਾ ਜੀ ਜੈਤੋ ਦੇ 13ਵੇਂ ਜੱਥੇ ਵਿੱਚ ਸ਼ਾਮਿਲ ਹੋ ਕੇ ਗਏ। ਨਾਨਕੇ ਘਰ ਜਨਮ ਸਮੇਂ ਨਾਨੀ ਉੱਤਮ ਕੌਰ ਜੀ ਨੇ ਗੁਰਦੁਆਰੇ ਜਾ ਕੇ ਕੜਾਹ ਪ੍ਰਸ਼ਾਦ ਕਰਵਾ ਕੇ ਅਰਦਾਸ ਕਰਾਈ। ਉਪਰੰਤ ਇਹ ਸ੍ਰੀ ਮੁਖਵਾਕ ਆਇਆ, ਸੋਰਠ ਮਹੱਲਾ ਪੰਜਵਾਂ। ਪ੍ਰਭ ਕੀ ਸਰਣ ਸਗਲ ਭੈ ਲਾਥੇ, ਦੁਖ ਬਿਨਸੇ ਸੁਖ ਪਾਇਆ। ਮੁਖਵਾਕ ਦੇ ਪਹਿਲੇ ਅੱਖਰ ਤੋਂ ਨਾਮ ਪ੍ਰੀਤਮ ਸਿੰਘ ਰੱਖਿਆ ਗਿਆ। ਨਾਨਾ ਸ਼ਾਮ ਸਿੰਘ ਜੀ ਰੰਧਾਵਾ ਗੋਤ ਇਲਾਕੇ ਦੇ ਮੁਖੀ ਅਕਾਲੀਆਂ ਵਿੱਚੋਂ ਸਨ। ਸਰਕਲ ਦੇ ਜਥੇਦਾਰ ਸਨ। ਅਖੰਡ ਪਾਠੀ, ਗੁਰਮਤਿ ਦੇ ਖੋਜੀ, ਜੈਤੋ ਦੇ 11ਵੇਂ ਜਥੇ ਦੇ ਮੁਖੀਆਂ ਵਿੱਚੋਂ ਇੱਕ ਮੁਖੀ ਸਨ। ਗੁਰੂ ਕੇ ਬਾਗ ਜਥਾ ਲੈ ਕੇ ਗਏ। ਆਪ ਸ਼ਹੀਦ ਲਛਮਣ ਸਿੰਘ ਜੀ ਦੇ ਸਾਂਢੂ ਸਨ। ਮਾਤਾ ਪਿਤਾ ਨਾਨਾ ਨਾਨੀ ਦੇ ਧਾਰਮਿਕ ਜੀਵਨਾਂ ਦਾ ਗਿਆਨੀ ਪ੍ਰੀਤਮ ਸਿੰਘ ਜੀ ਮੁੱਢਲੇ ਜੀਵਨ ਤੇ ਕਾਫੀ ਅਸਰ ਸੀ। ਆਪ ਪਿਤਾ ਜੀ ਨਾਲ ਖੇਤੀਬਾੜੀ ਵਿੱਚ ਮਦਦ ਕਰਦੇ। ਸਕੂਲੇ 3 ਜਮਾਤਾਂ ਪੜ੍ਹਾਈ ਕੀਤੀ ਤੇ ਫਿਰ ਗੁਰਮੁਖੀ ਦੀ ਪੜ੍ਹਾਈ ਕੀਤੀ। ਬਾਬਾ ਗਿਆਨ ਸਿੰਘ ਜੀ ਗੜਵਈ ਪਾਸੋਂ ਸ਼ਸਤਰ ਵਿੱਦਿਆ ਸਿੱਖੀ। ਗਿਆਨੀ ਪ੍ਰੀਤਮ ਸਿੰਘ ਦੇ ਪਿਤਾ ਜੀ 8 ਭੈਣ ਭਰਾ ਸਨ ਅਤੇ ਗਿਆਨੀ ਜੀ ਆਪ 7 ਭੈਣ ਭਰਾ ਹਨ। ਵੱਡਾ ਪਰਿਵਾਰ ਹੈ। ਸੰਨ 1951 ਈਸਵੀ ਵਿੱਚ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦੇ ਜਥੇ ਵਿੱਚ ਭਰਤੀ ਹੋ ਕੇ ਰੱਜ ਕੇ ਮਿਹਨਤ ਕੀਤੀ ਤੇ ਗੁਰਮਤਿ ਦੀ ਵਿੱਦਿਆ 1963 ਈਸਵੀ ਤੱਕ ਪੜ੍ਹੀ। 6 ਸਾਲ ਮਹਾਂਪੁਰਖਾਂ ਦੇ ਲਿਖਾਰੀ ਰਹੇ। ਆਪ ਦਮਦਮੀ ਟਕਸਾਲ ਦੇ ਮੁਖੀ ਵਿਦਿਆਰਥੀਆਂ ਵਿੱਚੋਂ ਹਨ। ਜਥੇ ਵਿੱਚ ਕਠਿਨ ਸੇਵਾ ਕਰਕੇ ਵਿੱਦਿਆ ਪੜ੍ਹ ਕੇ ਮਹਾਂਪੁਰਖਾਂ ਦੀ ਮਹਾਨ ਪ੍ਰਸੰਨਤਾ ਪ੍ਰਾਪਤ ਕੀਤੀ। ਮਹਾਂਪੁਰਖਾਂ ਦੀ ਆਗਿਆ ਅਨੁਸਾਰ ਸੰਨ 1963 ਈਸਵੀ ਤੋਂ ਦਸੰਬਰ 1969 ਈਸਵੀ ਤੱਕ ਪਟਿਆਲੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਕਥਾਵਾਚਕ ਹੈੱਡ ਗ੍ਰੰਥੀ ਦੀ ਡਿਊਟੀ ਕੀਤੀ। ਸ਼ਹਿਰ ਦੀ ਸੰਗਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਤੇ ਗਿਆਨੀ ਜੀ ਦਾ ਕਾਫੀ ਅਸਰ ਅਤੇ ਸਤਿਕਾਰ ਹੈ। ਦਸੰਬਰ 1969 ਈਸਵੀ ਨੂੰ ਈਸਟ ਅਫਰੀਕਾ ਕੀਨੀਆ ਦੇ ਕਿਸਮੂ ਸ਼ਹਿਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕਥਾਵਾਚਕ ਹੈੱਡ ਗ੍ਰੰਥੀ ਦੀ ਸੇਵਾ ਕੀਤੀ। ਗਿਆਨੀ ਜੀ ਦਾ ਸਿੱਖ ਸੰਗਤਾਂ ਵਿੱਚ ਕਾਫੀ ਅਸਰ ਹੈ। ਕੀਨੀਆ, ਯੁਗਾਂਡਾ,
ਤਨਜਾਨੀਆਂ ਦੇ ਵੱਡੇ ਵੱਡੇ ਸਥਾਨਾਂ ਤੇ ਕਈ ਵਾਰ ਸਿੱਖੀ ਪ੍ਰਚਾਰ ਅਤੇ ਕਥਾ ਕੀਤੀ। ਸ਼ਰਧਾਲੂਆਂ ਨੂੰ ਅੰਮ੍ਰਿਤ ਛਕਾਇਆ ਅਤੇ ਸਤਿਕਾਰ ਪ੍ਰਾਪਤ ਕੀਤਾ। ਸੰਨ 1975 ਈਸਵੀ ਵਿੱਚ ਇੰਗਲੈਂਡ ਆ ਕੇ ਰਾਮਗੜੀਆ ਸਿੱਖ ਗੁਰਦੁਆਰਾ ਫਾਰਿਸ਼ਗੇਟ ਵਿਖੇ ਹੈੱਡ ਗ੍ਰੰਥੀ ਦੀ ਡਿਊਟੀ ਕਥਾ ਪ੍ਰਚਾਰ ਦੀ ਸੇਵਾ ਸੰਭਾਲੀ। ਸੰਗਤਾਂ ਨੇ ਰੱਜ ਕੇ ਸਤਿਕਾਰ ਕੀਤਾ ਅਤੇ ਹੁਣ ਵੀ ਕਰਦੀਆਂ ਹਨ। ਦਸੰਬਰ 1979 ਈਸਵੀ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਵਿਖੇ ਹੈੱਡ ਗ੍ਰੰਥੀ ਦੀ ਡਿਊਟੀ ਕੀਤੀ। ਕਥਾ ਪ੍ਰਚਾਰ ਰਾਹੀਂ ਅਤੇ ਅੰਮ੍ਰਿਤ ਪ੍ਰਚਾਰ ਰਾਹੀਂ ਸੇਵਾ ਕਰਕੇ ਸਤਿਕਾਰ ਪ੍ਰਾਪਤ ਕੀਤਾ। ਸੰਨ 1986 ਈਸਵੀ ਫਰਵਰੀ ਮਹੀਨੇ ਡਿਊਟੀ ਤੋਂ ਵਿਹਲੇ ਹੋ ਕੇ 5 ਵਾਰ ਕੈਨੇਡਾ, 4 ਵਾਰ ਅਮਰੀਕਾ, 2 ਵਾਰ ਹਾਂਗਕਾਂਗ, 2 ਵਾਰ ਬੈਂਕਾਕ, ਸਿੰਗਾਪੁਰ, ਮਲੇਸ਼ੀਆ, 15 ਵਾਰ ਜਰਮਨੀ, 7 ਵਾਰ ਨਾਰਵੇ, 20 ਵਾਰ ਇਟਲੀ ਆਪ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ। ਇਟਲੀ ਵਿੱਚ ਸਭ ਤੋਂ ਪਹਿਲਾਂ ਰੋਮ ਸ਼ਹਿਰ ਗੁਰੂ ਘਰ ਦੀ ਸਥਾਪਨਾ ਕੀਤੀ। 2 ਵਾਰ ਆਸਟ੍ਰੇਲੀਆ, ਹਾਲੈਂਡ, ਬੈਲਜੀਅਮ, ਪੈਰਿਸ, ਗ੍ਰੀਨ, ਬ੍ਰੇਸੀਆ, ਸਪੇਨ ਵਿੱਚ ਗਿਆਨੀ ਜੀ ਦੀ ਕਥਾ ਦਾ ਬਹੁਤ ਅਸਰ ਅਤੇ ਸੰਗਤਾਂ ਵਿੱਚ ਸਤਿਕਾਰ ਹੈ। ਸਾਰੇ ਇੰਗਲੈਂਡ ਦੇ ਗੁਰੂ ਘਰਾਂ ਵਿੱਚ ਗਿਆਨੀ ਜੀ ਦੀ ਕਥਾ ਦਾ ਕਾਫੀ ਅਸਰ ਹੈ। ਸਿੱਖੀ ਪ੍ਰਚਾਰ ਕਰਨ ਅਤੇ ਅੰਮ੍ਰਿਤ ਪ੍ਰਚਾਰ ਕਰਨ ਲਈ ਪੇਪਰਾਂ ਰਾਹੀਂ ਵੀ ਕਾਫੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਸਤਿਕਾਰ ਹੈ। ਪ੍ਰੀਤਮ ਸਿੰਘ ਲਿਖਾਰੀ ਭਾਰਾ, ਮੋਹਨ ਭੰਡਾਰੀਆ ਨਗਰ ਉਦਾਰਾ, ਵਿਦਿਆ ਕਰਤ ਅਭਿਆਸ ਸਦਾਈ, ਗੁਣੀ ਬਣੈ ਗੁਰ ਕਿਰਪਾ ਪਾਈ, ਸ੍ਰੀ ਗੁਰਮੁਖ ਪ੍ਰਕਾਸ਼ ਅਧਿਆਏ 52। ਸੋ ਇਸ ਪ੍ਰਕਾਰ ਜਥੇਦਾਰ ਗਿਆਨੀ ਨਿਰੰਜਨ ਸਿੰਘ ਵੈਦ, ਪਿੰਡ ਬੋਪਾ ਰਾਏ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇਜਾ ਸਿੰਘ ਸਮੁੰਦਰੀ ਹਾਲ, ਸ੍ਰੀ ਅੰਮ੍ਰਿਤਸਰ ਜੀ। 22 ਤਰੀਕ ਤੀਜਾ ਮਹੀਨਾ 1968। ਪ੍ਰਸ਼ੰਸਾ ਪੱਤਰ। ਤਸਦੀਕ ਕੀਤਾ ਜਾਂਦਾ ਹੈ ਕਿ ਗਿਆਨੀ ਪ੍ਰੀਤਮ ਸਿੰਘ ਜੀ ਸਪੁੱਤਰ ਸਰਦਾਰ ਮੇਜਾ ਸਿੰਘ ਜੀ ਮਿਤੀ 5 ਤਰੀਕ 5ਵਾਂ ਮਹੀਨਾ 1963 ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਨਿਯਮਾਂ ਅਨੁਸਾਰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਹੈੱਡ ਗ੍ਰੰਥੀ ਦੀ ਸੇਵਾ ਨਿਭਾ ਰਹੇ ਹਨ। ਗਿਆਨੀ ਜੀ ਇੱਕ ਤਿਆਰ ਬਰ ਤਿਆਰ ਸਿੰਘ ਗੁਰਬਾਣੀ ਦੇ ਨਿਤਨੇਮੀ ਅਤੇ ਚੰਗੇ ਸੁਲਝੇ ਹੋਏ ਕਥਾਵਾਚਕ ਅਤੇ ਲੈਕਚਰਾਰ ਹਨ। ਜਦ ਤੋਂ ਇਹਨਾਂ ਨੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੀ ਸੇਵਾ ਸੰਭਾਲੀ ਹੈ, ਉਦੋਂ ਤੋਂ ਹੀ ਇਹਨਾਂ ਦੀ ਡਿਊਟੀ ਦੀ ਏਡੀ ਵੱਡੀ ਜ਼ਿੰਮੇਵਾਰੀ ਹੋਣ ਉਪਰੰਤ ਵੀ ਕਦੇ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਪੁੱਜੀ, ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਆਪ ਇੱਕ ਚੰਗੇ ਗੁਰਮਤ ਦੇ ਖੋਜੀ ਹੀ ਨਹੀਂ ਸਗੋਂ ਇੱਕ ਚੰਗੇ ਪ੍ਰਬੰਧਕ ਵੀ ਹਨ। ਪ੍ਰਧਾਨ ਚੰਨਣ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਆਇਓ ਸੁਨਨ ਪੜਨ ਕਉ ਬਾਣੀ। ਗੁਰਬਾਣੀ ਵਿਦਿਅਕ ਜਥਾ ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ਸ੍ਰੀਮਾਨ ਪੰਥ ਰਤਨ 108 ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਭਿੰਡਰ ਕਲਾਂ, ਫਿਰੋਜ਼ਪੁਰ, ਮਿਤੀ 22 ਮਹੀਨਾ ਤੀਜਾ 1968। ਪ੍ਰਸ਼ੰਸਾ ਪੱਤਰ। ਤਸਦੀਕ ਕੀਤਾ ਜਾਂਦਾ ਹੈ ਕਿ ਗਿਆਨੀ ਪ੍ਰੀਤਮ ਸਿੰਘ ਜੀ ਸਪੁੱਤਰ ਸਰਦਾਰ ਮੇਜਾ ਸਿੰਘ ਜੀ, ਪਿੰਡ ਤੇ ਡਾਕ ਘਰ ਮੋਹਨ ਭੰਡਾਰੀਆਂ, ਜ਼ਿਲ੍ਹਾ ਅੰਮ੍ਰਿਤਸਰ, ਹੁਣ ਪੱਕੀ ਰਿਹਾਇਸ਼ ਰਾਏਕੋਟ, ਜ਼ਿਲ੍ਹਾ ਲੁਧਿਆਣਾ ਹੈ। ਲਗਭਗ 15 ਕੁ ਸਾਲ ਦੀ ਉਮਰ ਵਿੱਚ ਮੱਘਰ ਦੇ ਮਹੀਨੇ ਸੰਮਤ ਬਿਕਰਮੀ 2008 ਨੂੰ ਜਥੇ ਵਿੱਚ ਗੁਰਮਤਿ ਵਿਦਿਆ ਪ੍ਰਾਪਤ ਕਰਨ ਲਈ ਸ਼ਾਮਿਲ ਹੋਏ ਸਨ। ਇਹਨਾਂ ਨੇ ਜਥੇ ਵਿੱਚ ਆ ਕੇ ਪੂਰਨ ਗੁਰਮਤਿ ਮਰਜ਼ਾਦਾ ਅਨੁਸਾਰ ਅੰਮ੍ਰਿਤਪਾਨ ਕੀਤਾ ਅਤੇ ਗੁਰਬਾਣੀ ਦਾ ਅਧਿਐਨ ਕਰਨਾ ਆਰੰਭਿਆ। ਪਹਿਲਾਂ ਇਹ ਆਦਿ ਅਤੇ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠੀ ਬਣੇ। ਫਿਰ ਇਹਨਾਂ ਨੇ ਵਿਦਾਂਤ ਬਾਰੇ ਕੁਝ ਵਾਕਫੀਅਤ ਹਾਸਲ ਕੀਤੀ। ਇਹਨਾਂ ਨੇ 3 ਵਾਰੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅਰਥਾਂ ਨਾਲ ਪੜ੍ਹਿਆ ਅਤੇ ਭਾਈ ਗੁਰਦਾਸ ਜੀ ਦੀ ਸਾਰੀ ਬਾਣੀ ਚੰਗੀ ਤਰ੍ਹਾਂ ਅਰਥਾਂ ਸਮੇਤ ਪੜ੍ਹੀ। ਉਪਰੰਤ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 4 ਕਥਾ ਸੁਣੀਆਂ ਅਤੇ ਬੜੀ ਮਿਹਨਤ ਨਾਲ ਮੁਕੰਮਲ ਬਾਣੀ ਦੇ ਅਰਥ ਲਿਖੇ। ਇਸ ਤੋਂ ਇਲਾਵਾ ਪੰਥ ਪ੍ਰਕਾਸ਼, ਗੁਰਬਿਲਾਸ ਆਦਿ ਗੁਰਮਤਿ ਸੰਬੰਧੀ ਪੁਰਾਤਨ ਪੁਸਤਕਾਂ ਦਾ ਅਧਿਐਨ ਕੀਤਾ ਅਤੇ ਅਨਮਤ ਬਾਰੇ ਵੀ ਕਾਫੀ ਜਾਣਕਾਰੀ ਪ੍ਰਾਪਤ ਕੀਤੀ ਅਤੇ
6 ਸਾਲ ਤੋਂ ਜਥੇ ਦੇ ਲਿਖਾਰੀ ਹਨ। ਗਿਆਨੀ ਪ੍ਰੀਤਮ ਸਿੰਘ ਹੋਰੀ ਲਗਭਗ 12 ਸਾਲ ਸਾਡੇ ਕੋਲ ਜਥੇ ਵਿੱਚ ਰਹੇ ਹਨ। ਆਪ ਗੁਰਬਾਣੀ ਦੇ ਨਿਤਨੇਮੀ ਅਤੇ ਤਿਆਰ ਬਰ ਤਿਆਰ ਚੰਗੇ ਸੁਲਝੇ ਹੋਏ ਵਿਦਿਆਰਥੀਆਂ ਵਿੱਚੋਂ ਹਨ। ਆਪ ਸ਼ਸਤਰ ਵਿਦਿਆ ਗਤਕਾ ਵਿੱਚ ਨਿਪੁੰਨ ਹਨ ਅਤੇ ਜਥੇ ਦੇ ਸਿੰਘਾਂ ਨੂੰ ਵੀ ਸਿਖਾਉਂਦੇ ਹਨ। ਚੜ੍ਹਦੀ ਕਲਾ ਦਾ ਪੂਰਨ ਗੁਰਸਿੱਖਾਂ ਵਾਲਾ ਸਿੱਖਿਆਦਾਇਕ ਜੀਵਨ ਜੀਉ ਰਹੇ ਹਨ। ਸਾਨੂੰ ਕਦੇ ਵੀ ਇਹਨਾਂ ਬਾਰੇ ਕੋਈ ਸ਼ਿਕਾਇਤ ਨਹੀਂ ਆਈ। ਅੱਜ ਕੱਲ੍ਹ ਇਹ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਹੈੱਡ ਗ੍ਰੰਥੀ ਦੀ ਸੇਵਾ ਨਿਭਾ ਰਹੇ ਹਨ ਅਤੇ ਦੋਵੇਂ ਵੇਲੇ ਕਥਾ ਕਰਦੇ ਹਨ। ਗੁਰਬਚਨ ਸਿੰਘ ਖਾਲਸਾ, ਗੁਰਦੁਆਰਾ ਅਖੰਡ ਪ੍ਰਕਾਸ਼ ਵਾਲੇ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੀ ਹੱਥ ਲਿਖਤ ਚਿੱਠੀ ਲੇਖਕ ਨੂੰ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮ ਸਤਿਕਾਰਯੋਗ ਸਰਬ ਗੁਣਾ ਸੰਪੰਨ ਮਹਾਨ ਵਿਦਵਾਨ ਵੱਡੇ ਵੀਰ ਸ੍ਰੀਮਾਨ ਗਿਆਨੀ ਪ੍ਰੀਤਮ ਸਿੰਘ ਜੀ, ਸਾਦਰ ਸਿਮਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇਤ ਪਰਿਵਾਰ ਹੋਵੇ ਜੀ। ਸਤਿਗੁਰਾਂ ਦੀ ਕਿਰਪਾ ਸਦਕਾ ਸਾਰਾ ਜਥਾ ਤਿਆਰ ਬਰ ਤਿਆਰ, ਚੜ੍ਹਦੀ ਕਲਾ ਵਿੱਚ ਹਾਂ ਜੀ, ਅਤੇ ਆਪ ਵੀ ਹੋਵੋਗੇ। ਭਾਰੀ ਖੁਸ਼ੀ ਹੈ ਕਿ ਆਪ ਵਿਦੇਸ਼ਾਂ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਹੋ। ਹੋਰ ਕਰੋ, ਸੱਚਖੰਡ ਵਾਸੀ ਮਹਾਂਪੁਰਖਾਂ ਨੇ ਇਸ ਕਰਕੇ ਪੜ੍ਹਾਇਆ ਸੀ। ਉਹ ਪੜ੍ਹੀ ਹੋਈ ਬ੍ਰਹਮ ਵਿਦਿਆ ਭਲ ਸਫਲ ਕਰੋ ਜੀ। ਜਦੋਂ ਆਪ ਪੰਜਾਬ ਚਰਨ ਪਾਏ ਸਨ, ਮਹਿਤੇ ਪੁੱਜੇ ਸੋ ਤਾਂ ਦਾਸ ਉਸ ਵੇਲੇ ਜਥੇ ਸਮੇਤ 125 ਅਖੰਡ ਪਾਠੀ ਦੀ ਲੜੀ ਦੇ ਭੋਗ ਵਿੱਚ ਬਠਿੰਡੇ ਲਾਗੇ ਪਿੰਡ ਨਰੂਆਣੇ ਸੀ। ਤੁਹਾਡਾ ਆਉਣਾ ਸੁਣ ਕੇ ਬਹੁਤ ਚਿੱਤ ਪ੍ਰਸੰਨ ਹੋਇਆ। ਫਿਰ ਪਟਿਆਲੇ ਤੋਂ ਇੱਕ ਸਿੰਘ ਆਣ ਕੇ ਦੱਸਿਆ ਸੀ, ਆਪ ਜੀ 3 ਦਿਨ ਸ੍ਰੀ ਦੁੱਖ ਨਿਵਾਰਨ ਸਾਹਿਬ ਕਥਾ ਕਰਦੇ ਰਹੇ ਹੋ। ਫਿਰ ਸਤਿਕਾਰਯੋਗ ਗਿਆਨੀ ਮੋਹਨ ਸਿੰਘ ਜੀ ਹੋਰਾਂ ਪਾਸ 2 ਦਿਨ ਕਥਾ ਕਰਦੇ ਰਹੇ ਹੋ। ਹੋਰ ਜਿੱਥੇ ਜਿੱਥੇ ਵਿਚਰੇ ਮਗਰੇ ਮਗਰ ਪਤਾ ਲੱਗਦਾ ਗਿਆ, ਪਰ ਮੈਂ ਤੁਹਾਡੇ ਦਰਸ਼ਨਾ ਅੰਮ੍ਰਿਤਪੁਰ ਬੱਦਲਾਂ ਨੂੰ ਤਰਸਦਾ ਹੀ ਰਹਿਆ। ਫਿਰ ਪਤਾ ਲੱਗਾ ਕਿ ਆਪ ਵਾਪਸ ਵਲਾਇਤ ਆ ਗਏ, ਤਾਂ ਮਨ ਨੂੰ ਧੀਰਜ ਦੇਣ ਵਾਸਤੇ ਉਹ ਦ੍ਰਿਸ਼ ਜਦੋਂ ਸੱਚਖੰਡ ਵਾਸੀ ਪਰਮ ਸਤਿਕਾਰਯੋਗ ਮਹਾਪੁਰਸ਼ ਪਟਿਆਲੇ ਤੁਹਾਡੇ ਘਰ ਬਿਮਾਰੀ ਦੇ ਬਹਾਨੇ ਦਰਸ਼ਨ ਦੇ ਰਹੇ ਸਨ ਤੇ ਰਾਤ ਦੇ ਸਮੇਂ ਹਿਰਦਾ ਵਿਦਕ ਬਚਨ ਕਹਿ ਰਹੇ ਸਨ ਕਿ ਸਾਡੇ ਸਰੀਰ ਦਾ ਅੰਤਮ ਸੰਸਕਾਰ ਸ੍ਰੀ ਪਤਾਲਪੁਰੀ ਕਰਨਾ, ਜਿਨ੍ਹਾਂ ਨੂੰ ਸੁਣ ਕੇ ਦਾਸ ਦੇਸ਼ ਕਾਲ ਭੁੱਲ ਗਿਆ। ਅਫਸੋਸ ਅੱਗੇ ਕੋਈ ਬਚਨ ਨਾ ਪੁੱਛ ਲਿਆ। ਉਹਨਾਂ ਦੇ ਬਚਨਾਂ ਚੇਤੇ ਕਰਕੇ ਸੱਚਖੰਡ ਵਾਸੀਆਂ ਦੇ ਤੇ ਤੁਹਾਡੇ ਦਰਸ਼ਨ ਕਰਕੇ ਮਨ ਨੂੰ ਧੀਰਜ ਦੇ ਲਿਆ। ਕੁਦਰਤੀ ਪੰਜਾਬ ਵਿੱਚ ਆਏ ਸੀ, ਚੰਗਾ ਹੋ ਹੁੰਦਾ ਪਰ ਖਣੀ ਦਰਸ਼ਨ ਦੇ ਜਾਂਦੇ। ਮਹਿਤੇ ਰਹਿਣ ਵਾਲੇ ਸਿੰਘਾਂ ਵੱਲੋਂ ਸੇਵਾ ਹੋਈ ਲਿਖੀ ਹੈ। ਉਹਨਾਂ ਕੋਈ ਅਹਿਸਾਨ ਨਹੀਂ ਕੀਤਾ, ਫਰਜ਼ ਹੀ ਨਿਭਾਇਆ ਹੋਵੇਗਾ। ਪਰ ਆਪ ਜੀ ਨੇ ਗੁਰਦੁਆਰੇ ਸਾਹਿਬ ਬਾਰੇ ਕੁਝ ਨਹੀਂ ਲਿਖਿਆ। ਤੁਹਾਨੂੰ ਘਰ ਪਸੰਦ ਆਇਆ ਹੈ ਕਿ ਨਹੀਂ? ਪਸੰਦ ਹੀ ਕਰਿਓ। ਤੁਹਾਡਾ ਭੇਜਿਆ ਰੁਮਾਲਿਆਂ ਦਾ ਸੈੱਟ ਮਿਲ ਗਿਆ ਹੈ। ਧੰਨਵਾਦ। ਸਤਿਗੁਰੂ ਜੀ ਨੂੰ ਸਾਲਾਨਾ ਬਰਸੀ ਤੇ ਪਹਿਨਾ ਦਿੱਤਾ ਹੈ। ਤੁਸੀਂ ਇੱਕ ਪ੍ਰੇਰਣਾ ਹੁਕਮ ਰੂਪ ਵਿੱਚ ਕੀਤੀ, ਮਹਾਪੁਰਸ਼ਾਂ ਦਾ ਜੀਵਨ ਛਪਾਉਣ ਦੀ। ਉਹ ਜਿਹੋ ਜਿਹੀ ਪ੍ਰੇਰਣਾ ਉਹਨਾਂ ਤੇ ਤੁਸਾਂ ਨੇ ਕੀਤੀ, ਸੰਖੇਪ ਰੂਪ ਵਿੱਚ ਛਪ ਗਿਆ। ਵਿਸਥਾਰ ਨਾਲ ਫਿਰ ਕੁਝ ਸਮੇਂ ਨੂੰ ਲਿਖਾਂਗੇ। ਹੁਣ ਤਾਂ ਸਤਿਗੁਰੂ ਜੀ ਦਾ ਟੀਕਾ ਲਿਖਣ ਦਾ ਸੰਕਲਪ ਹੈ। ਜੇ ਸਤਿਗੁਰੂ ਜੀ ਨੂੰ ਪਾਇਆ ਤਾਂ ਉਹ ਤੁਸੀਂ ਵੀ ਅਰਦਾਸ ਕਰੋ ਕਿ ਛੇਤੀ ਟੀਕਾ ਛਪੈ। ਇੱਕ ਪਹਿਲੀ ਪੁਸਤਕ ਸ੍ਰੀ ਜਪਜੀ ਸਾਹਿਬ ਰਹਿਰਾਸ ਅਤੇ ਕੀਰਤਨ ਸੋਹਿਲਾ ਛਪਿਆ, ਤੁਸੀਂ ਜ਼ਰੂਰ ਪੜ੍ਹਿਆ ਹੋਵੇਗਾ। ਉਹ ਤੁਹਾਡੇ ਪਸੰਦ ਹੈ ਕਿ ਨਹੀਂ? ਅੱਗੇ ਵੀ ਸਤ ਜੀ ਲਿਖਾਉਣ। ਸਰਬੱਤ ਜਥਾ ਸੰਗਤ ਵੱਲੋਂ ਆਪ ਜੀ ਨੂੰ ਪ੍ਰੇਮ ਸਹਿਤ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦਾ ਦਾਸਨ ਦਾਸ ਕਰਤਾਰ ਸਿੰਘ ਖਾਲਸਾ, ਜਥਾ ਪਿੰਡਰ ਮਹਿਤਾ।